हाँ जी, गुड मॉर्निंग जी साਰਿਆਂ ਨੂੰ। ਆਪਾਂ ਡਿਸਕਸ ਕਰ ਰਹੇ ਸੀਗੇ ਪੰਜਾਬ ਲੈਂਡ ਰੈਵਨਿਊ ਐਕਟ 1887 ਚੈਪਟਰ 9 ਪਾਰਟੀਸ਼ਨ। ਇਹ ਜਿਹੜਾ ਚੈਪਟਰ ਹੈ ਬਹੁਤ ਹੀ ਇੰਪੋਰਟੈਂਟ ਚੈਪਟਰ ਹੈ। ਇਹਦੇ ਵਿੱਚ ਕੁਝ ਸਮੇਂ ਪਹਿਲਾਂ 2011 ਦੇ ਵਿੱਚ ਕਾਫੀ ਅਮੈਂਡਮੈਂਟਸ ਹੋਈਆਂ ਸੀਗੀਆਂ ਸੋ ਦੈਟ ਪਾਰਟੀਸ਼ਨ ਦੇ ਜਿਹੜੇ ਕੇਸ ਨੇ ਉਹਨਾਂ ਨੂੰ ਜਲਦੀ ਨਿਪਟਾਰਾ ਕੀਤਾ ਜਾ ਸਕੇ, ਐਕਸਪੀਡਾਈਟ ਕੀਤਾ ਜਾ ਸਕੇ। ਉਹ ਜਿਹੜੀਆਂ ਅਮੈਂਡਮੈਂਟਸ ਕੀਤੀਆਂ ਗਈਆਂ ਸੀਗੀਆਂ ਉਹਦੇ ਵਿੱਚੋਂ ਕੁਝ ਅਮੈਂਡਮੈਂਟਸ ਕਾਮਯਾਬ ਰਹੀਆਂ, ਕੁਝ ਅਮੈਂਡਮੈਂਟਸ ਕਰਨ ਦੇ ਨਾਲ ਦੁਬਾਰਾ ਪ੍ਰੈਕਟੀਕਲ ਤੌਰ ਤੇ ਦਿੱਕਤਾਂ ਪੇਸ਼ ਹੋਈਆਂ। ਜਿਹੜੀਆਂ ਦਿੱਕਤਾਂ ਪੇਸ਼ ਹੋਈਆਂ ਜਥੇਬੰਦੀ ਵੱਲੋਂ, ਪ੍ਰੋਆ ਵੱਲੋਂ, ਪੰਜਾਬ ਰੈਵਨਿਊ ਆਫਿਸਰਸ ਐਸੋਸੀਏਸ਼ਨ ਵੱਲੋਂ ਸਮੇਂ-ਸਮੇਂ ਤੇ ਉੱਚ ਅਧਿਕਾਰੀਆਂ ਨਾਲ ਡਿਸਕਸ ਕੀਤਾ ਗਿਆ, ਜਿਸ ਦੇ ਕਾਰਨ ਦੁਬਾਰਾ ਫਿਰ ਕੁਝ ਨਵੀਂ ਅਮੈਂਡਮੈਂਟਸ ਹੋਈਆਂ। ਇਸ ਕਰਕੇ ਜਿਹੜੀਆਂ ਤੁਹਾਡੇ ਪਾਸ ਬੁੱਕਸ ਹੈਗੀਆਂ ਨੇ, ਕਿਸੇ ਪਾਸ ਪੁਰਾਣੀਆਂ ਬੁੱਕਸ ਨੇ, ਕਿਸੇ ਪਾਸ 2011 ਦੀ ਅਮੈਂਡਮੈਂਟਸ ਹੋਣ ਤੇ ਉਪਰੰਤ ਬੁੱਕਸ ਨੇ, ਤੇ ਇਸ ਕਰਕੇ ਜਿਹੜਾ ਚੈਪਟਰ ਹੈ ਥੋੜਾ ਪੇਚੀਦਾ ਬਣਿਆ ਹੋਇਆ ਹੈ। ਕਾਫੀ ਗੱਲਾਂ ਇੱਕ ਦੂਜੇ ਨਾਲ ਕੰਟਰਾਡਿਕਟ ਕਰਦੀਆਂ ਨੇ ਤੇ ਇਹ ਜਿਹੜਾ ਚੈਪਟਰ ਹੈਗਾ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਪੜ੍ਹਨ ਦੀ ਜ਼ਰੂਰਤ ਹੈ। ਇਸ ਕਰਕੇ ਮੈਂ ਦੁਬਾਰਾ ਇਸ ਨੂੰ ਨਵੇਂ ਸਿਰੇ ਤੋਂ ਫਿਰ ਕੋਸ਼ਿਸ਼ ਕਰਾਂਗਾ, ਰਿਵਾਈਜ਼ ਕਰਾਵਾਂਗਾ। ਜਦੋਂ ਆਪਾਂ ਡਿਸਕਸ ਕਰਦੇ ਹਾਂ ਕਈ ਗੱਲਾਂ ਉਸ ਵੇਲੇ ਰਹਿ ਜਾਂਦੀਆਂ ਨੇ ਲੈਕਚਰ ਦੇ ਵਿੱਚ, ਤੇ ਮੈਨੂੰ ਮਹਿਸੂਸ ਹੋਇਆ ਵੀ ਇਹ ਜਿਹੜਾ ਚੈਪਟਰ ਹੈਗਾ ਬਹੁਤ ਵਧੀਆ ਢੰਗ ਦੇ ਨਾਲ ਕੀਤਾ ਜਾਵੇ। ਸਾਰਾ ਟੈਕਨੀਕਲ ਚੈਪਟਰ ਹੈ ਜਿਹਦੇ ਵਿੱਚ ਲੋਕਾਂ ਦੇ ਜਿਹੜੇ ਪੱਖ ਨੇ ਉਹ ਸੁਣੇ ਜਾਣੇ ਹੁੰਦੇ ਆ, ਮੌਕਾ ਦਿੱਤਾ ਜਾਣਾ ਹੁੰਦਾ ਹੈ। ਕਈ ਵਾਰੀ ਮੌਕਾ ਦੇਣ ਤੋਂ ਰਹਿ ਜਾਂਦੀਆਂ ਪਾਰਟੀਆਂ, ਫਿਰ ਜਾ ਕੇ ਕੇਸ ਸਾਡਾ ਵਾਪਸ ਆ ਜਾਂਦਾ ਹੈ। ਇਸ ਕਰਕੇ ਇਹ ਜਿਹੜਾ ਚੈਪਟਰ ਹੈ ਜੀ ਪਾਰਟੀਸ਼ਨ, ਚੈਪਟਰ 9 ਸੈਕਸ਼ਨ 110 ਤੋਂ ਲੈ ਕੇ ਇਹ ਸ਼ੁਰੂ ਹੋ ਜਾਂਦਾ ਹੈ, ਇਹ 126 ਸੈਕਸ਼ਨ ਤੱਕ ਚੱਲਦਾ ਹੈ। ਮੇਰੀ ਐਫਰਟਸ ਹੈ ਵੀ ਅੱਜ ਆਪਾਂ ਇਸ ਚੈਪਟਰ ਨੂੰ ਫਿਨਿਸ਼ ਕਰਾਂਗੇ। ਚੈਪਟਰ ਸੈਕਸ਼ਨ 110 ਕੀ ਹੈ ਜੀ? ਸੈਕਸ਼ਨ 110 ਦੇ ਵਿੱਚ ਸੀਗਾ ਇਫੈਕਟ ਆਫ ਪਾਰਟੀਸ਼ਨ ਔਨ ਜੁਆਇੰਟ ਲਾਇਬਿਲਿਟੀ। ਇਫੈਕਟ ਆਫ ਪਾਰਟੀਸ਼ਨ ਔਨ ਜੁਆਇੰਟ ਲਾਇਬਿਲਿਟੀ। ਜੇ ਅਸੀਂ ਪਾਰਟੀਸ਼ਨ ਕਰਦੇ ਹਾਂ ਤਾਂ ਜਿਹੜੀ ਸਾਡੀ ਸਾਂਝੀ ਖੇਪਤ ਹੁੰਦੀ ਹੈ ਉਹਦੇ ਤੇ ਕੀ ਇਫੈਕਟ ਪੈਂਦਾ ਹੈ। ਇਹਦੀ ਜਿਹੜੀ ਧਾਰਾ ਇੱਕ ਹੈਗੀ ਹੈ ਇਹ ਕਹਿੰਦੀ ਹੈ ਵੀ ਕੋਈ ਇਫੈਕਟ ਨਹੀਂ ਪੈਂਦਾ ਪਾਰਟੀਸ਼ਨ ਕਰਨ ਦੇ ਨਾਲ। ਜਿਹੜੀ ਲੈਂਡਰ ਨੂੰ ਪੇ ਕੀਤਾ ਜਾਂਦਾ ਹੈ ਮਾਲਕਾਂ ਵੱਲੋਂ ਉਹਦੇ ਤੇ ਕੋਈ ਇਫੈਕਟ ਨਹੀਂ ਪੈਂਦਾ, ਤੇ ਸਿਰਫ ਇੰਨਾ ਹੁੰਦਾ ਵੀ ਜਿਹੜੇ ਮਾਲਕ ਨੂੰ ਜਿੰਨੀ ਜ਼ਮੀਨ ਆ ਗਈ, ਜਿੰਨਾ ਉਹਦਾ ਪ੍ਰੋਪੋਰਸ਼ਨਲੀ ਸ਼ੇਅਰ ਹੈਗਾ। ਜੇ ਕੋਈ ਮਾਲਕ ਇੱਕ ਖੇਵਟ ਵਿੱਚ 1/4 ਦਾ ਸ਼ੇਅਰ ਹੋਲਡਰ ਸੀਗਾ, ਟੋਟਲ ਖੇਵਟ ਦਾ ਮਾਮਲਾ 100 ਰੁਪਏ ਸੀਗਾ, ਤਾਂ ਉਹ 25 ਰੁਪਏ ਆਪਦਾ ਇੰਡੀਵਿਜੂਅਲ ਤੌਰ ਤੇ ਪੇ ਕਰੇਗਾ। ਪਹਿਲਾਂ ਉਹ ਸਾਂਝੇ ਤੌਰ ਤੇ ਇਕੱਠੇ ਕਰਕੇ ਪੇ ਕਰਦੇ ਸੀਗੇ, ਹੁਣ ਉਹ ਇੰਡੀਵਿਜੂਅਲ ਤੌਰ ਤੇ ਪੇ ਕਰੇਗਾ। ਇਸੇ ਤਰ੍ਹਾਂ ਜਿਹੜਾ ਰੈਂਟ ਹੈ, ਕੋਈ ਰੈਂਟ ਟੈਨੈਂਸੀ ਹੈ, ਕੋਈ ਟੈਨੈਂਟ ਹੈਗਾ ਉਹ ਰੈਂਟ ਅਦਾ ਕਰਦਾ ਹੈ, ਉਹ ਰੈਂਟ ਉਸ ਦੀ ਅਦਾ ਕਰਦਾ ਰਹੇਗਾ। ਜੇ ਕੋਈ ਪਾਰਟੀਸ਼ਨ ਹੋਣ ਦੇ ਨਾਲ ਕੋਈ ਪ੍ਰਾਪਰਟੀ ਉਹਦਾ ਟੈਨੈਂਸੀ ਹੈ ਦੋ ਮਾਲਕਾਂ ਕੋਲ ਚਲੀ ਜਾਂਦੀ ਹੈ ਪਰ ਚਾਂਸ, ਤਾਂ ਉਹ ਰੈਂਟ ਦੋਨੋਂ ਸ਼ੇਅਰ ਹੋਲਡਰਸ ਜਿਹੜੇ ਸੀਗੇ ਜਿਨ੍ਹਾਂ ਦੀ ਖੇਵਟ ਵੱਖਰੀ ਬਣ ਗਈ ਉਹ ਦੋਨੋਂ ਲੈਣ ਦੇ ਹੱਕਦਾਰ ਹੋਣਗੇ। ਠੀਕ ਹੈ ਜੀ, ਇਹ ਤਾਂ ਸੈਕਸ਼ਨ 110 ਕਹਿੰਦੇ, ਕੋਈ ਖਾਸ ਇੰਪੋਰਟੈਂਟ ਨਹੀਂ ਹੈ। ਇਫੈਕਟ ਆਫ ਦਾ ਪਾਰਟੀਸ਼ਨ ਆਫ ਦਾ ਸਟੇਟਸ ਐਂਡ ਟੈਨੈਂਸੀਜ਼ ਔਨ ਜੁਆਇੰਟ ਲਾਇਬਿਲਿਟੀ ਫਾਰ ਦਾ ਰੈਵਨਿਊ ਐਂਡ ਰੈਂਟ। ਵੀ ਰੈਵਨਿਊ ਦੇ ਉੱਪਰ ਤੇ ਰੈਂਟ ਦੇ ਉੱਪਰ ਕੀ ਇਫੈਕਟ ਪਏਗਾ। ਦੇयर ਵਿਲ ਬੀ ਨੋ ਇਫੈਕਟ, ਤੁਸੀਂ ਸਿੰਪਲ ਲਿਖ ਸਕਦੇ ਹੋ upon the partition under section 110 there will be no effect on the rent and revenue। ਸਿੰਪਲ ਆਪਣੀ ਓਨ ਲੈਂਗੁਏਜ ਆਨਸਰ ਦਿਓ, ਜ਼ਿਆਦਾ ਵਧੀਆ ਹੁੰਦਾ ਹੈ ਸੈਕਸ਼ਨ ਦਾ ਹਵਾਲਾ ਦਿੰਦੇ ਹੋਏ। ਇਹਦੇ ਵਿੱਚ 110 ਸੈਕਸ਼ਨ ਦੇ ਵਿੱਚ ਨਵੀਂ ਅਮੈਂਡਮੈਂਟ ਹੋਈ ਹੈ, ਤੁਸੀਂ ਇੱਥੇ ਨੋਟ ਕਰ ਲਓ। ਆਪਾਂ ਕਹਿ ਰਹੇ ਹਾਂ ਵੀ ਪਾਰਟੀਸ਼ਨ ਕੌਣ ਕਰਵਾ ਸਕਦਾ ਹੈ। ਆਪਾਂ ਕਹਿੰਦੇ ਵੀ ਲੈਂਡ ਓਨਰ ਵੀ ਪਾਰਟੀਸ਼ਨ ਕਰਵਾ ਸਕਦਾ ਹੈ ਤੇ ਟੈਨੈਂਟ ਵੀ ਪਾਰਟੀਸ਼ਨ ਕਰਵਾ ਸਕਦਾ ਹੈ। ਟੈਨੈਂਟਸ ਹੈਵਿੰਗ ਦਾ ਰਾਈਟ ਆਫ ਆਕੂਪੈਂਸੀ, ਜਿਹਦੇ ਕੋਲੇ ਪ੍ਰੋਪਰਟੀ ਰਾਈਟਸ ਹੁੰਦੇ ਨੇ, ਮਾਲਕੀ ਦੇ ਹੱਕ ਹੁੰਦੇ ਨੇ, ਉਹ ਵੀ ਪਾਰਟੀਸ਼ਨ ਕਰਵਾ ਸਕਦਾ ਹੈ। ਪਰ ਇੱਥੇ ਆ ਕੇ 110 ਸੈਕਸ਼ਨ 'ਚ ਅਮੈਂਡਮੈਂਟ ਕਰਤੀ ਸਰਕਾਰ ਨੇ, ਉੱਥੇ ਲਿਖ ਦਿੱਤਾ ਵੀ ਜਿਹੜੇ ਵਿਅਕਤੀ ਕੋਲੇ ਪ੍ਰੋਪਰਟੀ ਰਾਈਟਸ ਨੇ ਉਹ ਤਾਂ ਮਾਲਕ ਬਣ ਗਿਆ, ਉਹਨੂੰ ਅਸੀਂ ਟੈਨੈਂਟ ਨਾ ਕਹੀਏ। ਇਸ ਕਰਕੇ ਟੈਨੈਂਸੀ ਦੀ ਜਿਹੜੀ ਗੱਲ ਕੀਤੀ ਹੈ ਇੱਥੇ ਟੈਨੈਂਸੀ ਜਿਹੜਾ ਵਰਡ ਹੈਗਾ ਉਹਨੂੰ ਡਿਲੀਟ ਕਰ ਦਿੱਤਾ ਹੈ। ਯਾਨੀ ਕਿ ਸਬਸੈਕਸ਼ਨ 2 ਹੈ ਜਿਹੜਾ 110 ਦਾ ਸਬਸੈਕਸ਼ਨ 2 ਇਹ ਡਿਲੀਟ ਹੋ ਚੁੱਕਿਆ ਜੀ ਨਵੀਂ ਅਮੈਂਡਮੈਂਟਸ ਦੇ ਵਿੱਚ। ਠੀਕ ਹੈ, ਆਨਸਰ ਦਿੰਦੇ ਹੋਏ ਬੇਸ਼ੱਕ ਤੁਸੀਂ ਆਨਸਰ, ਜੇ ਤੁਹਾਡੇ ਤੋਂ ਕੁਐਸਚਨ ਕਿਸੇ ਤਰੀਕੇ ਨਾਲ ਐਗਜ਼ਾਮੀਨਰ ਪੁੱਛਦਾ ਹੈ ਤਾਂ ਤੁਸੀਂ ਆਨਸਰ ਦੇ ਕੇ ਬੇਸ਼ੱਕ ਤੁਸੀਂ ਲਿਖ ਸਕਦੇ ਹੋ ਵੀ ਦਿਸ ਜਿਹੜਾ ਸਬਸੈਕਸ਼ਨ 2 ਹੈਜ਼ ਬੀਨ ਡਿਲੀਟਡ ਨਾਓ। ਨੈਕਸਟ ਹੈ ਜੀ ਸੈਕਸ਼ਨ 111 ਐਪਲੀਕੇਸ਼ਨ ਫਾਰ ਦਾ ਪਾਰਟੀਸ਼ਨ।
ਜਿਹੜੀ ਗੱਲ ਮੈਂ ਕੱਲ ਨਹੀਂ ਭੁੱਲ ਗਿਆ ਸੀ, ਕੱਲ ਰਹਿ ਗਈ ਸੀ ਆਪਣੇ ਲੈਕਚਰ ਦੇ ਵਿੱਚ, ਐਪਲੀਕੇਸ਼ਨ ਫਾਰ ਦਾ ਪਾਰਟੀਸ਼ਨ। ਐਪਲੀਕੇਸ਼ਨ ਦੇ ਵਿੱਚ ਕੀ ਹੋਣਾ ਚਾਹੀਦਾ ਹੈ, ਐਪਲੀਕੇਸ਼ਨ ਦੇ ਵਿੱਚ ਕੀ ਹੋਣਾ ਚਾਹੀਦਾ ਹੈ। ਐਪਲੀਕੇਸ਼ਨ ਫਰਜ਼ ਜਮ੍ਹਾਂ ਲੱਗਦੀ ਹੈ ਜੀ। ਪਟੀਸ਼ਨ ਜਿਹੜੀ ਫਾਈਲ ਕਰਦੇ ਆ ਉਹਦੇ ਵਿੱਚ ਜਿੰਨੇ ਰਿਸਪੋਂਡੈਂਟਸ ਹੁੰਦੇ ਨੇ ਉਹਨਾਂ ਦੇ ਨਾਮ ਦਰਜ ਕੀਤੇ ਜਾਂਦੇ ਨੇ, ਉਹਨਾਂ ਦੇ ਪਤੇ ਦਰਜ ਕੀਤੇ ਜਾਂਦੇ ਨੇ। ਤੇ ਨਾਲ ਹੀ 2011 ਦੇ ਵਿੱਚ ਗਵਰਨਮੈਂਟ ਨੇ ਕਿਹਾ ਸੀਗਾ, ਅਮੈਂਡਮੈਂਟ ਕੀਤੀ ਸੀਗੀ ਵੀ ਐਪਲੀਕੇਸ਼ਨ ਦੇ ਨਾਲ ਪ੍ਰਪੋਜ਼ਡ ਪਲਾਨ ਸ਼ੁੱਡ ਬੀ ਅਟੈਚਡ। ਪ੍ਰਪੋਜ਼ਡ ਪਲਾਨ ਮਤਲਬ ਕਿ ਲੱਠੇ ਦੀ ਕਾਪੀ ਨਾਲ ਲਗਾ ਕੇ ਫੋਟੋ ਕਾਪੀ, ਉਹਦੇ ਤੇ ਤੁਸੀਂ ਪ੍ਰਪੋਜ਼ਲ ਬਣਾ ਕੇ ਦਿਓਗੇ ਵੀ ਤੁਸੀਂ ਕਿਹੜਾ ਕਿਵੇਂ ਪਾਰਟੀਸ਼ਨ ਤੁਸੀਂ ਕਿਵੇਂ ਚਾਹੁੰਦੇ ਹੋ, ਤੁਸੀਂ ਆਪਣੀ ਪ੍ਰਪੋਜ਼ਲ ਦੇ ਕੇ ਸਬਮਿਟ ਕਰੋਗੇ। ਇਹ ਪ੍ਰੈਕਟੀਕਲ ਦੇ ਵਿੱਚ ਪ੍ਰੋਬਲਮ ਆਈਆਂ ਪ੍ਰਪੋਜ਼ ਪਲਾਨ ਬਣਾਉਣ ਦੇ ਵਿੱਚ। ਜਦੋਂ ਪਾਰਟੀਸ਼ਨ ਦੇ ਕੇਸ ਫਾਈਲ ਹੁੰਦੇ ਸੀਗੇ ਤਾਂ ਦਿੱਕਤਾਂ ਆਈਆਂ ਪਾਰਟੀ ਨੂੰ, ਐਪਲੀਕੈਂਟਸ ਨੂੰ। ਇਸ ਕਰਕੇ ਜਿਹੜਾ ਇਹ ਹੈਗਾ ਆਪਣਾ ਪ੍ਰਪੋਜ਼ ਪਲਾਨ ਵਾਲੀ ਜਿਹੜੀ ਮੱਦ ਹੈਗੀ ਹੈ, ਜਿਹੜੀ ਨਵੀਂ ਇਨਸਰਟ ਕੀਤੀ ਸੀਗੀ, ਇਹ ਸਰਕਾਰ ਨੇ ਫਿਰ ਖਤਮ ਕਰ ਦਿੱਤੀ ਹੈ। ਹੁਣ ਪ੍ਰਪੋਜ਼ ਪਲਾਨ ਸਾਡੇ ਕੋਈ ਰੀਡਰਸ ਸਾਥੀ ਬੈਠੇ ਹੋਣਗੇ ਵਿੱਚ, ਹੁਣ ਪ੍ਰਪੋਜ਼ ਪਲਾਨ ਲੈਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਐਪਲੀਕੈਂਟ ਤੋਂ। ਜਦੋਂ ਕੋਈ ਨਵਾਂ ਸੂਟ ਫਾਈਲ ਹੁੰਦਾ ਪਾਰਟੀਸ਼ਨ ਦਾ, ਉਹਦੇ 'ਚ ਪ੍ਰਪੋਜ਼ ਪਲਾਨ ਲੱਠੇ ਦੀ ਕਾਪੀ ਸਾਨੂੰ ਲੈਣ ਦੀ ਕੋਈ ਜ਼ਰੂਰਤ ਨਹੀਂ ਹੈਗੀ। ਸਿਰਫ ਐਪਲੀਕੇਸ਼ਨ ਲਵਾਂਗੇ, ਐਪਲੀਕੇਸ਼ਨ ਦੇ ਨਾਲ ਜਿਹੜਾ ਹੈਗਾ ਤਲਵਾਨਾ ਹੋਏਗਾ। ਤਲਵਾਨਾ ਮਤਲਬ ਕਿ ਜਿਹੜੇ ਫੀਸ ਅਦਾ ਕੀਤੀ ਜਾਵੇਗੀ ਜਿਹੜੇ ਬੰਦਿਆਂ ਨੇ ਰਿਸਪੋਂਡੈਂਟਸ ਜਿਹਨੂੰ ਬਣਾਉਣਾ ਹੈਗਾ ਐਪਲੀਕੇਸ਼ਨ ਦੀ ਕਾਪੀ। ਐਪਲੀਕੇਸ਼ਨ ਦੇ ਨਾਲ ਇੱਕ ਨਵੀਂ ਗੱਲ ਹੋਰ ਐਡ ਕੀਤੀ ਗਈ ਹੈ ਵੀ ਜਿੰਨੇ ਰਿਸਪੋਂਡੈਂਟ ਹੈਗੇ ਨੇ, ਮੰਨ ਲਓ ਤੁਸੀਂ 20 ਬੰਦਿਆਂ ਨੂੰ ਰਿਸਪੋਂਡੈਂਟ ਬਣਾਇਆ, ਤਾਂ ਜਦੋਂ ਬੰਦਾ ਐਪਲੀਕੇਸ਼ਨ ਫਾਈਲ ਕਰਨੀ ਹੈ ਤਾਂ 20 ਕਾਪੀ ਨਾਲ ਦੇਗਾ। 20 ਕਾਪੀਆਂ ਰਿਸਪੋਂਡੈਂਟਸ ਲਈ ਤੇ ਕੋਰਟ ਲਈ, ਉਹ ਕਾਪੀਆਂ ਨਾਲ ਦਿੱਤੀਆਂ ਜਾਣਗੀਆਂ ਐਪਲੀਕੈਂਟ ਵੱਲੋਂ। ਇਹ ਕਿਤੇ ਪਹਿਲਾਂ ਕਿਤੇ ਦਰਜ ਨਹੀਂ ਸੀ ਹੋਇਆ ਹੋਇਆ, ਇਹ ਨਵਾਂ ਅਮੈਂਡਮੈਂਟ ਦੇ ਵਿੱਚ ਸਰਕਾਰ ਨੇ ਅਮੈਂਡਮੈਂਟ ਕੀਤੀ ਹੈ ਵੀ ਜਦੋਂ ਕਿ ਪਾਰਟੀਸ਼ਨ ਦੀ ਐਪਲੀਕੇਸ਼ਨ ਫਾਈਲ ਕੀਤੀ ਜਾਣੀ ਹੈ, ਦੈਨ ਐਪਲੀਕੈਂਟ ਹੈਜ਼ ਟੂ ਫਾਈਲ ਦਾ ਕਾਪੀਜ਼ ਉਹ ਨੰਬਰ ਜਿਤਨੇ ਰਿਸਪੋਂਡੈਂਟ ਉਸ ਦੇ ਬਣਾਏ ਹੈਗੇ ਐਪਲੀਕੇਸ਼ਨ ਦੇ ਵਿੱਚ। ਹੁਣ ਗੱਲ ਆ ਜਾਂਦੀ ਮੇਨ ਵੀ ਐਪਲੀਕੇਸ਼ਨ ਕੌਣ ਫਾਈਲ ਕਰ ਸਕਦਾ ਹੈ। ਐਪਲੀਕੇਸ਼ਨ ਲੈਂਡ ਓਨਰ, ਜੁਆਇੰਟ ਔਰ ਲੈਂਡ ਓਨਰ, ਹਿੱਸੇਦਾਰ, ਖੇਵਟ ਦੇ ਵਿੱਚ ਜਿਹੜਾ ਵੀ ਕੋਈ ਹਿੱਸੇਦਾਰ ਹੈ ਉਹ ਐਪਲੀਕੇਸ਼ਨ ਫਾਈਲ ਕਰ ਸਕਦਾ ਹੈ। ਹੁਣ ਇੱਥੇ ਆ ਕੇ ਗੱਲ 110 ਦੇ ਵਿੱਚ ਫੇਰ ਆ ਕੇ ਗੱਲ ਆ ਗਈ ਸ਼ੇਅਰ ਹੋਲਡਰ ਟੇਨੈਂਟ ਦੀ। ਹੁਣ ਟੇਨੈਂਟ ਨੂੰ ਅਸੀਂ ਡਿਲੀਟ ਕਰ ਦਿੱਤਾ 110 ਦੇ ਵਿੱਚੋਂ ਵੀ ਟੇਨੈਂਟ ਐਪਲੀਕੇਸ਼ਨ ਫਾਈਲ ਨਹੀਂ ਕਰ ਸਕਦਾ ਪਾਰਟੀਸ਼ਨ ਦੇ ਲਈ। 111 ਦੇ ਵਿੱਚ ਵੀ ਆ ਕੇ ਉਹ ਟੇਨੈਂਸੀ ਦੀ ਗੱਲ ਖਤਮ ਹੋ ਜਾਂਦੀ ਹੈ। ਓਨਲੀ ਓਨਰ ਨੂੰ ਰਾਈਟਸ ਦਿੱਤੇ ਵੀ ਮਾਲਕ, ਕੋਈ ਵੀ ਮਾਲਕ ਹੈਗਾ ਜਿਹੜਾ ਰਿਕਾਰਡ ਆਫ ਰਾਈਟਸ ਦੇ ਵਿੱਚ ਜਮ੍ਹਾਂ ਹੁੰਦੀ ਹੈ, ਜਿਹਦਾ ਨਾਮ ਦਰਜ ਹੈ, ਉਹ ਐਪਲੀਕੇਸ਼ਨ ਫਾਈਲ ਕਰ ਸਕਦਾ ਹੈ। ਜਾਂ ਜਿਹਦੇ ਹੱਥ 'ਚ ਕੋਈ ਡਿਗਰੀ ਪਾਸ ਹੋਈ ਹੁੰਦੀ ਹੈ, ਜਿਹੜੀ ਡਿਗਰੀ ਫਿਲਹਾਲ ਇਨਫੋਰਸ 'ਚ ਹੈ, ਉਹਦੀ ਕੋਈ ਕਿਤੇ ਜਾ ਕੇ ਉਹ ਮੋਡੀਫਾਈ ਨਹੀਂ ਹੋਈ ਜਾਂ ਰਿਵਰਸ ਨਹੀਂ ਹੋਈ, ਉਹ ਡਿਗਰੀ ਦੇ ਮੁਤਾਬਕ ਵੀ ਉਹ ਬੰਦਾ, ਕੋਈ ਵੀ ਵਿਅਕਤੀ ਜ਼ਮੀਨ ਦਾ ਮਾਲਕ ਆਪਣੀ ਜ਼ਮੀਨ ਦੀ ਪਾਰਟੀਸ਼ਨ ਕਰਾਉਣ ਦੇ ਲਈ ਐਪਲੀਕੇਸ਼ਨ ਫਾਈਲ ਕਰ ਸਕਦਾ ਹੈ। 111 ਦੇ ਵਿੱਚ ਸਬਸੈਕਸ਼ਨ 2 ਨਵੀਂ ਐਡ ਕਰ ਲਓ ਜੀ ਤੁਸੀਂ। 111 ਦੀ ਸਬਸੈਕਸ਼ਨ 2 ਨਵੀਂ ਐਡ ਕਰ ਲਓ, ਕਾਪੀਜ਼ with the application as per the respondent, as per the number of respondents। ਜਿੰਨੇ ਰਿਸਪੋਂਡੈਂਟਸ ਹੋਣਗੇ ਉਨੀਆਂ ਕਾਪੀਆਂ ਤੁਸੀਂ ਐਪਲੀਕੇਸ਼ਨ ਦੇ ਨਾਲ ਅਟੈਚ ਕਰਕੇ ਦਿਓਗੇ ਰੀਡਰ ਨੂੰ। 111 ਦੇ ਨਾਲ 2 ਐਡ ਕਰ ਲਓ ਜੀ, 111 2। ਡਿਗਰੀ ਦੀ ਗੱਲ ਕੀਤੀ ਗਈ ਹੈ ਵੀ ਜੇ ਕੋਈ ਡਿਗਰੀ ਦੇ ਰਾਹੀਂ ਮਾਲਕ ਬਣਿਆ ਹੋਵੇ ਪਾਰਟੀਸ਼ਨ ਓਨਰ, ਲੈਂਡ ਓਨਰ, ਤਾਂ ਜਿਹੜੀ ਡਿਗਰੀ ਦੀ ਜਿਹੜੀ ਜਾਣਕਾਰੀ ਹੈ ਦੂਜੇ ਜਿਹੜੇ ਰਿਸਪੋਂਡੈਂਟ ਨੇ, ਉਸ ਖੇਵਟ ਦੇ ਹਿੱਸੇਦਾਰ ਨੇ, ਉਹਨਾਂ ਨੂੰ ਵੀ ਹੋਣੀ ਚਾਹੀਦੀ ਹੈ। ਨੈਕਸਟ ਸੈਕਸ਼ਨ ਹੈ 112। 112 ਸੈਕਸ਼ਨ ਹੈ ਜੀ, ਰਿਸਟ੍ਰਿਕਸ਼ਨਸ ਐਂਡ ਲਿਮਿਟੇਸ਼ਨਸ ਔਨ ਪਾਰਟੀਸ਼ਨ। ਇਹ ਬਹੁਤ ਇੰਪੋਰਟੈਂਟ ਸੈਕਸ਼ਨ ਹੈਗੀ ਹੈ ਵੀ ਜੇ ਪਾਰਟੀਸ਼ਨ ਕਰਨੀ ਹੈ ਤਾਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ, ਕਿਹੜੀਆਂ ਚੀਜ਼ਾਂ ਤੇ ਰੁਕਾਵਟ ਹੋਣੀ ਚਾਹੀਦੀ ਹੈ, ਕਿਹੜੀ ਜ਼ਮੀਨ ਨੂੰ ਅਸੀਂ ਪਾਰਟੀਸ਼ਨ ਨਹੀਂ ਕਰ ਸਕਦੇ ਤੇ ਕਿਹੜੀਆਂ ਜ਼ਮੀਨਾਂ ਅਸੀਂ ਕਾਮਨ ਰੱਖਣੀਆਂ ਨੇ। 112 ਦਾ ਏ ਪਾਰਟ ਹੈ ਜੀ, ਪਲੇਸਸ ਆਫ ਵਰਸ਼ਿਪ ਐਂਡ ਬਰੀਅਲ ਗਰਾਊਂਡਸ, ਪੂਜਾ ਦੇ ਸਥਾਨ ਅਤੇ ਮੜੀਆਂ ਵਗੈਰਾ। ਪਲੇਸਸ ਆਫ ਵਰਸ਼ਿਪ ਐਂਡ ਬਰੀਅਲ ਗਰਾਊਂਡਸ ਹੈਲਡ ਇਨ ਕਾਮਨ ਬਿਫੋਰ ਪਾਰਟੀਸ਼ਨ ਸ਼ੈਲ ਕੰਟੀਨਿਊ ਟੂ ਬੀ ਕਾਮਨ। ਜਿਹੜੇ ਤਕਸੀਮ ਤੋਂ ਪਹਿਲਾਂ ਪੂਜਾ ਦੇ ਸਥਾਨ ਨੇ ਕੋਈ, ਜਾਂ ਖੇਤ ਕਿਸੇ ਨੇ ਕੋਈ ਮੜੀਆਂ ਬਣਾਈਆਂ ਹੋਈਆਂ ਨੇ, ਕਬਰਸਤਾਨ ਬਣਾਇਆ ਹੋਇਆ ਹੈਗਾ, ਉਹ ਪਾਰਟੀਸ਼ਨ ਤੋਂ ਪਹਿਲਾਂ ਅਸੀਂ ਕਾਮਨਲੀ ਤੌਰ ਤੇ ਯੂਜ਼ ਕਰਦੇ ਹਾਂ। ਜਿਹੜੇ ਸ਼ੇਅਰ ਹੋਲਡਰਸ ਨੇ ਤਾਂ ਉਹ ਪਾਰਟੀਸ਼ਨ ਤੋਂ ਬਾਅਦ ਵੀ ਉਹ ਕਾਮਨ ਯੂਜ਼ ਹੋਣਗੇ, ਸਾਂਝੇ ਤੌਰ ਤੇ ਵਰਤੇ ਜਾਣਗੇ ਸਾਰੇ ਹਿੱਸੇਦਾਰਾਂ ਵੱਲ। ਦੂਸਰਾ ਸਬਸੈਕਸ਼ਨ 2 ਹੈ ਜੀ, ਪਾਰਟੀਸ਼ਨ ਆਫ ਐਨੀ ਆਫ ਦਾ ਫੋਲੋਇੰਗ ਪ੍ਰੋਪਰਟੀਜ਼, ਨੇਮਲੀ ਕਿਹੜੀਆਂ
ਲੈਂਡਸ ਦੀ ਜਿਹੜੀ ਪਾਰਟੀਸ਼ਨ ਹੈ ਉਹਨੂੰ ਅਸੀਂ ਰਿਫਿਊਜ਼ ਕਰ ਸਕਦੇ ਹਾਂ। ਪਾਣੀ ਦੇ ਸੋਰਸਸ ਮੇਨ ਖੂਹ ਹੈ, ਟਿਊਬਵੈਲ ਲੱਗਿਆ ਹੋਇਆ, ਠੀਕ ਹੈ ਜੀ, ਖਾਲ ਜਾਂਦੀ ਹੈ ਖੇਤਾਂ ਨੂੰ। ਜਾਂ ਫਿਰ ਇਹ ਹੈਗੀ ਹੈ ਸਬਸੈਕਸ਼ਨ 2 ਦਾ ਕਲੌਜ਼ A, ਇੰਬੈਂਕਮੈਂਟ, ਵਾਟਰ ਕੋਰਸ, ਵੈਲ, ਟੈਂਕ, ਐਨੀ ਲੈਂਡ ਔਨ ਵਿਚ ਦਾ ਸਪਲਾਈ ਆਫ ਵਾਟਰ ਡਿਪੈਂਡਸ। ਸਪਲਾਈ ਜਿਹੜੀ ਪਾਣੀ ਦੀ ਸਪਲਾਈ ਹੈ ਉਹ ਕਿਸੇ ਵੀ ਰਸਤੇ ਰਾਹੀਂ ਵਿੱਚ ਦੀ ਹੋ ਕੇ ਜਾ ਸਕਦੇ ਖੇਤਾਂ ਨੂੰ। ਉਹ ਜਿੰਨੀ ਵੀ ਪਾਰਟ ਹੈਗਾ ਲੈਂਡ ਹੈਗੀ ਹੈ ਉਹ ਪਾਰਟੀਸ਼ਨ ਨਹੀਂ ਕੀਤੀ ਜਾਏਗੀ। ਤੇ ਇਹਦੇ ਨਾਲ ਡਬਲ A ਨਵੀਂ ਐਡ ਹੋਈ ਹੈ, ਡਬਲ A ਨਵੀਂ ਐਡ ਹੋਈ ਹੈ। ਇਹਦੇ 'ਚ ਕੀ ਹੈ, ਕਾਮਨ ਪਾਥ, ਕਾਮਨ ਵਾਟਰ ਕੋਰਸ, ਪਲੇਸਿਸ ਯੂਜ਼ਡ ਕਾਮਨਲੀ, ਜਾਂ ਕੋਈ ਐਸਾ ਸਥਾਨ ਜਿਹਨੂੰ ਅਸੀਂ ਕਾਮਨਲੀ ਤੌਰ ਤੇ ਯੂਜ਼ ਕਰਦੇ ਹੋਈਏ, ਸਾਰੇ ਹੀ ਸ਼ੇਅਰ ਹੋਲਡਰ, ਉਹਦੀ ਪਾਰਟੀਸ਼ਨ ਨਹੀਂ ਕੀਤੀ ਜਾਏਗੀ, ਰੈਵਨਿਊ ਆਫੀਸਰ ਰਿਫਿਊਜ਼ ਕਰੇਗਾ। ਤੀਸਰਾ B ਪੁਆਇੰਟ ਹੈ ਜੀ, ਐਨੀ ਗ੍ਰੇਜ਼ਿੰਗ ਗਰਾਊਂਡ, ਕੋਈ ਖੇਤ ਦੇ ਵਿੱਚ, ਆਪਣੀ ਖੇਵੜ ਦੇ ਵਿੱਚ, ਟੱਕ ਦੇ ਵਿੱਚ ਕੋਈ ਕਿੱਲਾ, ਅੱਧਾ ਕਿੱਲਾ ਜ਼ਮੀਨ ਮਾਲਕਾਂ ਵੱਲੋਂ ਸਾਂਝੇ ਤੌਰ ਤੇ ਛੱਡੀ ਗਈ ਹੋਵੇ ਪਸ਼ੂਆਂ ਦੇ ਚਰਨ ਦੀ ਖਾਤਰ, ਜਿਹਨੂੰ ਆਪਾਂ ਗ੍ਰੇਜ਼ਿੰਗ ਗਰਾਊਂਡ ਕਹਿ ਦਿੰਦੇ ਹਾਂ। ਚਰਾਗਾਹ, ਪੰਜਾਬੀ 'ਚ ਚਰਾਗਾਹ ਕਹਿ ਦਈਏ, ਕੋਈ ਚਰਾਗਾਹ ਛੱਡੀ ਹੋਈ ਹੋਵੇ ਮਾਲਕਾਂ ਨੇ ਸਾਂਝੇ ਤੌਰ ਤੇ ਆਪਣੀ ਜ਼ਮੀਨ ਦੇ ਵਿੱਚ, ਉਹ ਚਰਾਗਾਹ ਦੀ ਵੀ ਜਿਹੜੀ ਪਾਰਟੀਸ਼ਨ ਹੈ ਨਹੀਂ ਕੀਤੀ ਜਾਵੇਗੀ। C ਪੁਆਇੰਟ is any land which is occupied as site of the town or village and assessed to the land revenue। ਕੋਈ ਵੀ ਐਸੀ ਲੈਂਡ ਜਿਹਦੀ ਅਸੈਸਮੈਂਟ ਤਾਂ ਹੋਈ ਹੋਵੇ, ਜਿਵੇਂ ਹੁਣ ਆਬਾਦੀ ਦੇ ਅੰਦਰ ਹੈ ਕੋਈ ਲੈਂਡ, ਆਬਾਦੀ ਦੇ ਅੰਦਰ ਜੇ ਕੋਈ ਲੈਂਡ ਹੈ ਉਹਨੂੰ ਆਪਾਂ ਕਹਾਂਗੇ ਪ੍ਰੋਪਰਟੀ ਵਿਦਨ ਰੈੱਡ ਲਾਈਨ, ਉਹਦੀ ਅਸੈਸਮੈਂਟ ਨਹੀਂ ਹੋਈ ਹੁੰਦੀ, ਉਹਦੀ ਤਾਂ ਉਹਦੇ ਉੱਪਰ ਲੈਂਡ ਰੈਵਨਿਊ ਐਕਟ ਸੈਕਸ਼ਨ 4 ਹੈ, ਲੈਂਡ ਰੈਵਨਿਊ ਐਕਟ ਦਾ, ਪ੍ਰੋਪਰਟੀ ਸਿਚੁਏਟਡ ਵਿਦਨ ਰੈੱਡ ਲਾਈਨ, ਲਾਲ ਕਿਲੇ ਦੇ ਅੰਦਰ ਦੀ ਪ੍ਰੋਪਰਟੀ, ਉਹਦੇ ਤੇ ਕੋਈ ਲੈਂਡ ਰੈਵਨਿਊ ਨਹੀਂ ਹੁੰਦਾ, ਉਹਦੇ ਤੇ ਲੈਂਡ ਰੈਵਨਿਊ ਐਕਟ ਵੀ ਐਪਲੀਕੇਬਲ ਨਹੀਂ ਹੁੰਦਾ। ਪਰ ਇੱਥੇ ਥੋੜਾ ਡਿਫਰੈਂਸ ਹੈਗਾ, ਇੱਥੇ ਕਿਹਾ ਹੈ ਆਬਾਦੀ ਤਾਂ ਹੈ, ਟਾਊਨ ਦੇ ਵਿੱਚ ਹੈ ਚਾਹੇ ਵਿਲੇਜ ਦੇ ਵਿੱਚ ਹੈ, ਪਰ ਉਹਦੀ ਅਸੈਸਮੈਂਟ ਵੀ ਹੋਈ ਵੀ ਹੈ, ਪਰ ਹੈਗੀ ਉਹ ਆਬਾਦੀ, ਹੈਗੀ ਉਹ ਸ਼ਹਿਰ ਜਾਂ ਕਸਬੇ ਦੇ ਵਿੱਚ, ਉਹਦੀ ਪਾਰਟੀਸ਼ਨ ਨਹੀਂ ਕੀਤੀ ਜਾ ਸਕਦੀ, ਠੀਕ ਹੈ ਜੀ। ਮੇ ਬੀ ਰਿਫਿਊਜ਼ਡ, ਰੈਵਨਿਊ ਆਫੀਸਰ ਰਿਫਿਊਜ਼ ਕਰੇਗਾ ਇਹਨਾਂ ਚੀਜ਼ਾਂ, ਜਿਹੜੇ 3 ਪੁਆਇੰਟ ਮੈਂ ਦੱਸਿਆ। ਪਰ may be refused in the opinion of the revenue officer, the partition of such property is likely to cause inconvenience। ਵੀ ਜੇ ਇਹ ਜਿਹੜੇ 3-4 ਸੋਰਸ ਨੇ, ਪਾਣੀ ਦੇ ਸਾਧਨ ਨੇ, ਕੋਈ ਪੂਜਾ ਦਾ ਸਥਾਨ ਹੈ, ਕੋਈ ਮੜੀਆਂ ਨੇ, ਕੋਈ ਆਬਾਦੀ ਹੈ, ਜੇਕਰ ਰੈਵਨਿਊ ਆਫੀਸਰ ਨੂੰ ਲੱਗਦਾ ਹੈ ਵੀ ਇਹ ਦੀ ਪਾਰਟੀਸ਼ਨ ਕਰਨ ਦੇ ਨਾਲ ਪਾਰਟੀਆਂ ਨੂੰ ਇਨਕਨਵੀਨੀਅੰਸ ਕ੍ਰੀਏਟ ਹੁੰਦੀ ਹੈ, ਜਾਂ ਫਿਰ ਉਸ ਜਿਹੜੀ ਪ੍ਰਾਪਰਟੀ ਹੈ, ਉਹ ਲੈਂਡ ਹੈ, ਉਹਦਾ ਜਿਹੜਾ ਮਹੱਤਵ ਹੈ ਖਤਮ ਹੋ ਜਾਂਦਾ ਹੈ, ਉਹ ਵਰਤੋਂ ਦੇ ਯੋਗ ਨਹੀਂ ਰਹਿ ਜਾਂਦੀ, ਤਾਂ ਇਹਨਾਂ ਪ੍ਰਾਪਰਟੀਆਂ ਦੀ ਪਾਰਟੀਸ਼ਨ ਕਰਨ ਤੋਂ ਡਿਨਾਈ ਕੀਤਾ ਜਾ ਸਕਦਾ ਹੈ। ਡਿਮਿਨਿਸ਼ ਦਾ ਯੂਟਿਲਿਟੀ ਦੇਅਰ ਆਫ ਦੋਜ਼ ਪਰਸਨਸ, ਵੀ ਉਹ ਪ੍ਰਾਪਰਟੀ ਦੀ ਯੂਟਿਲਿਟੀ ਹੀ ਖਤਮ ਹੋ ਜਾਂਦੀ ਹੈ, ਤਾਂ ਰੈਵਨਿਊ ਆਫੀਸਰ ਐਸੀਆਂ ਪ੍ਰਾਪਰਟੀਆਂ ਦੀ ਪਾਰਟੀਸ਼ਨ ਕਰਨ ਤੋਂ ਰਿਫਿਊਜ਼ ਕਰ ਸਕਦਾ ਹੈਗਾ। ਨੈਕਸਟ ਹੈ ਜੀ ਸਬਸੈਕਸ਼ਨ 3, ਸਬਸੈਕਸ਼ਨ 3 ਤੇ ਸਬਸੈਕਸ਼ਨ 4, ਇਹ ਦੋਨੋਂ ਜਿਹੜੇ ਸਬਸੈਕਸ਼ਨ ਨੇ ਇਹ ਡਿਲੀਟ ਹੋ ਚੁੱਕੀਆਂ ਨੇ ਇਨਫੈਕਟ। ਪਰ ਜੇ ਕਿਸੇ ਤੁਸੀਂ ਕਿਸ ਤਰੀਕੇ ਨਾਲ ਆਉਂਦਾ ਤੁਹਾਨੂੰ, ਤੁਸੀਂ ਤਾਂ ਰਿਪਲਾਈ ਦੇ ਕੇ ਫਿਰ ਤੁਸੀਂ ਅੱਗੇ ਜਾ ਕੇ ਲਿਖ ਵੀ ਸਕਦੇ ਹੋ ਵੀ ਦੀ ਜਿਹੜੀ ਸਬਸੈਕਸ਼ਨ ਨੇ ਇਹ ਹੈ ਕੀ ਸੀਗੀਆਂ। ਇਹਦੇ ਵਿੱਚ ਸੀਗਾ ਵੀ ਜੇ ਲੈਂਡ ਓਨਰ ਕੋਈ ਪਾਰਟੀਸ਼ਨ ਕਰਵਾਉਂਦਾ ਹੈ ਤਾਂ ਉਸ ਦੀ ਪਾਰਟੀਸ਼ਨ ਕਰਾਉਣ ਦੇ ਨਾਲ ਜਿਹੜਾ ਟੇਨੈਂਟ ਹੈ, ਉਹ ਟੇਨੈਂਟ ਦੀ ਜਿਹੜੀ ਟੈਨੈਂਸੀ ਹੈ, ਟੈਨੈਂਸੀ ਮਤਲਬ ਖੇਵਟ ਹੈ, ਉਹਦੀ ਜ਼ਮੀਨ ਹੈ, ਟੁਕੜਾ ਹੈ, ਉਹਦੇ ਟੁਕੜੇ ਬਣ ਜਾਂਦੇ ਆ, 3-4 ਟੁਕੜੇ ਬਣ ਜਾਂਦੇ ਆ, 2 ਜਾਂ 3 ਜਾਂ 4 ਟੁਕੜੇ ਬਣ ਜਾਂਦੇ ਆ, ਤਾਂ ਟੇਨੈਂਟ ਆਬਜੈਕਸ਼ਨ ਕਰ ਸਕਦਾ ਵੀ ਮੇਰੀ ਟੈਨੈਂਸੀ ਕਿਉਂ ਤੋੜੀ ਹੈ, ਜਿਹੜੀ ਪਾਰਟੀਸ਼ਨ ਹੈ ਉਹ ਨਹੀਂ ਹੋਣੀ ਚਾਹੀਦੀ। ਇਸ ਕਰਕੇ ਟੇਨੈਂਟ ਦੀ ਆਬਜੈਕਸ਼ਨ ਤੇ ਜਿਹੜੀ ਪਾਰਟੀਸ਼ਨ ਹੈ ਉਸ ਦੀ ਡਿਨਾਈ ਕੀਤੀ ਜਾ ਸਕਦੀ ਹੈ ਰੈਵਨਿਊ ਆਫੀਸਰ ਵੱਲੋਂ। ਪਰ ਹੁਣ ਇਹ ਜਿਹੜਾ ਹੈਗਾ ਸਬਸੈਕਸ਼ਨ 3 ਇਹ ਅਮਿਟੀ ਹੋ ਚੁੱਕਿਆ ਹੈ। ਨੈਕਸਟ ਸਬਸੈਕਸ਼ਨ 4 ਸੀਗਾ, ਉਹਦੇ ਵਿੱਚ ਕੀ ਸੀਗਾ ਵੀ ਜੇ ਕੋਈ ਟੇਨੈਂਟ ਆਕੂਪੈਂਸੀ ਟੇਨੈਂਟ ਹੁੰਦਾ, ਉੱਪਰ ਆਪਾਂ 110 ਤੇ 111 ਚ ਪੜ੍ਹ ਕੇ ਹਟੇ ਆ, ਇੰਟਰਲਿੰਕਡ ਹੁੰਦੇ ਆ ਬਹੁਤ ਸਾਰੇ ਸਬਸੈਕਸ਼ਨਸ ਆਪਦੇ ਆਪ ਦੇ ਵਿੱਚ, ਆਪਾਂ 110 ਤੇ 111 ਚ ਪੜ੍ਹ ਕੇ ਹਟੇ ਆ ਵੀ ਕੋਈ ਟੇਨੈਂਟ ਹੈ ਜਿਹੜਾ ਹੁਣ ਪਾਰਟੀਸ਼ਨ ਕਰਵਾ ਹੀ ਨਹੀਂ ਸਕਦਾ। ਠੀਕ ਹੈ ਜੀ, ਆਪਾਂ ਨੂੰ ਧਿਆਨ ਰੱਖਣਾ ਵੀ ਸਾਡੇ ਕੋਲ ਇਦਾਂ ਦਾ ਕੁਐਸਚਨ ਆ ਜਾਂਦਾ ਵੀ ਕੀ ਟੇਨੈਂਟ ਪਾਰਟੀਸ਼ਨ ਕਰਵਾ ਸਕਦਾ ਹੈ। ਅਸੀਂ ਬੇਸ਼ੱਕ ਉਹਦਾ ਸੈਕਸ਼ਨ ਦਾ 110 ਦਾ ਪਹਿਲਾਂ ਹਵਾਲਾ ਦੇ ਕੇ ਕਹਿ ਦਿਓ, ਠੀਕ ਹੈ, ਵੀ ਪਹਿਲਾਂ ਕਰਵਾ ਸਕਦਾ ਸੀਗਾ ਪਰ ਹੁਣ ਨਵੀਂ ਅਮੈਂਡਮੈਂਟਸ ਦੇ ਨਾਲ ਇਹ ਪਾਰਟੀਸ਼ਨ ਨਹੀਂ ਕਰਵਾਈ ਜਾ ਸਕਦੀ। ਹੁਣ ਜਿਵੇਂ ਸੈਕਸ਼ਨ 4 ਹੈ, ਸਬਸੈਕਸ਼ਨ 4 ਹੈ, ਇਹ ਆਪਣੇ ਆਪ ਹੀ ਖਤਮ ਹੋ ਜਾਂਦੀ ਹੈ।
110 ਦੇ ਨਾਲ 111 ਦੇ ਨਾਲ ਇਹ ਸੈਕਸ਼ਨ 104 ਸੌਰੀ 4 ਆਪਣੇ ਵੀ ਖਤਮ ਹੋ ਗਈ ਜੇ ਹੁਣ ਟੇਨੈਂਟ ਪਰ ਹੈ ਕੀ ਸੀ ਇਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਸਾਨੂੰ। ਜੇ ਕੋਈ ਟੇਨੈਂਟ ਆਪਣੀ ਟੇਨੈਂਸੀ ਦੀ ਪਾਰਟੀਸ਼ਨ ਕਰਵਾਉਂਦਾ ਸੀਗਾ ਤਾਂ ਜੇਕਰ ਮਾਲਕ ਨੂੰ ਇਤਰਾਜ਼ ਕਰਦਾ ਸੀ ਵੀ ਨਹੀਂ ਹੋਣੀ ਚਾਹੀਦੀ ਪਾਰਟੀਸ਼ਨ ਇਹਦੀ ਤਾਂ ਉਹ ਸਫੀਸ਼ੀਐਂਟ ਰੀਜ਼ਨ ਸੀ ਫਾਰ ਦਾ ਰੈਵਨਿਊ ਆਫਿਸਰ ਟੂ ਡਿਸਅਲਾਉ ਦਾ ਐਪਲੀਕੇਸ਼ਨ ਫॉर ਪਾਰਟੀਸ਼ਨ। ਨੈਕਸਟ ਆ ਗਿਆ ਜੀ ਸੈਕਸ਼ਨ 113 ਨੋਟਿਸ ਆਫ ਐਪਲੀਕੇਸ਼ਨ ਫॉर ਦਾ ਪਾਰਟੀਸ਼ਨ। ਇਹ ਨਾਲ ਤੁਸੀਂ ਇਹਦਾ ਇਸ ਬੁੱਕ ਦਾ ਚੈਪਟਰ ਜਿਹੜਾ ਪੇਜ 171 ਖੋਲੋ ਜੀ। ਇਸ ਬੁੱਕ ਦਾ ਪੇਜ 171 ਵੀ ਖੋਲੋ ਨਾਲ ਨਾਲ। ਇਹ ਪੰਜਾਬੀ ਦੇ ਵਿੱਚ ਥੋੜੀ ਸਰਲ ਭਾਸ਼ਾ 'ਚ ਦਿੱਤਾ ਗਿਆ ਹੈ 171 ਪੇਜ। ਇਹਦੇ ਚ ਪਹਿਰਾ ਹੈਗਾ ਜੀ ਅਗਲਾ ਧਿਰਾਂ ਨੂੰ ਸੰਮਨ ਭੇਜਣਾ। ਪੰਜਾਬ ਲੈਂਡ ਰੈਵਨਿਊ ਐਕਟ 1887 ਧਾਰਾ 111 ਅਧੀਨ ਤਕਸੀਮ ਦੀ ਅਰਜ਼ੀ ਪ੍ਰਾਪਤ ਹੋਣ ਤੋਂ ਬਾਅਦ ਮਾਲ ਅਧਿਕਾਰੀ ਵੱਲੋਂ ਸੁਣਵਾਈ ਦੀ ਤਰੀਕ ਨਿਸ਼ਚਿਤ ਕਰਕੇ ਧਿਰਾਂ ਨੂੰ ਹਾਜ਼ਰ ਹੋਣ ਦੇ ਲਈ ਸੰਮਨ ਭੇਜਿਆ ਜਾਂਦਾ ਹੈ। ਧਿਰਾਂ ਨੂੰ ਸੰਮਨ ਪੰਜਾਬ ਲੈਂਡ ਰੈਵਨਿਊ ਐਕਟ ਦੀ ਧਾਰਾ 87 ਦੀ ਧਾਰਾ 20 ਅਧੀਨ ਤਮੀਲ ਕਰਵਾਏ ਜਾਂਦੇ ਨੇ। ਦੇਖੋ ਸੰਮਨ ਤਾਂ ਭੇਜ ਰਹੇ ਆਪਾਂ ਸੈਕਸ਼ਨ 111 ਦੇ ਤਹਿਤ ਪਾਰਟੀਸ਼ਨ ਦੀ, ਪਰ ਇੱਥੇ ਜੋ ਸੰਮਨ ਭੇਜਣਾ ਹੈ ਉਹ ਪ੍ਰੋਸੈਸ ਲਾਗੂ ਹੋਏਗਾ ਉਹੀ ਸੈਕਸ਼ਨ 20 ਦਾ ਪ੍ਰੋਸੈਸ ਆਫ ਸਰਵਿਸ ਆਫ ਸੰਮਨ। ਠੀਕ ਹੈ ਜੀ, ਸੈਕਸ਼ਨ 20 ਵਾਲਾ ਜਿਹੜਾ ਪ੍ਰੋਸੈਸ ਹੈ ਉਹ ਲਾਗੂ ਕਰਾਂਗੇ ਇੱਥੇ। ਪਾਠਕਾਂ ਦੀ ਜਾਣਕਾਰੀ ਪੰਜਾਬ ਲੈਂਡ ਰੈਵਨਿਊ ਐਕਟ ਸੈਕਸ਼ਨ 20 ਬਾਰੇ ਮੈਂ ਪਹਿਲਾਂ ਵੀ ਕੱਲ ਵੀ ਦੱਸਿਆ ਸੀ, ਡਾਕੂਮੈਂਟ ਅੱਜ ਵੀ ਦੱਸਦਾ ਨਾ। ਧਾਰਾ 20 ਕੀ ਹੈ ਜੀ, ਇਹਦੇ ਤੇ ਕੁਐਸਚਨ ਜ਼ਰੂਰ ਆਏਗਾ। ਸੈਕਸ਼ਨ 20 ਦੇ ਉੱਪਰ ਕੁਐਸਚਨ ਆਮ ਤੌਰ ਤੇ ਆਉਂਦਾ ਰਹਿੰਦਾ ਹੈ। ਮਾਲ ਅਧਿਕਾਰੀ ਵੱਲੋਂ ਜਾਰੀ ਕੀਤਾ ਗਿਆ ਸੰਮਨ ਇੰਝ ਤਮੀਲ ਕਰਵਾਇਆ ਜਾਵੇਗਾ। ਕਿਵੇਂ? ਜਾਤੀ ਤੌਰ ਤੇ ਜਿਸ ਦੇ ਨਾਲ ਸੰਮਨ ਜਾਰੀ ਹੋਇਆ ਹੋਵੇ। ਦੂਜਾ, ਉਸਦੇ ਨਿਰਧਾਰਤ ਏਜੰਟ ਰਾਹੀਂ। ਤੀਜਾ, ਪਰਿਵਾਰ ਦੇ ਬਾਲਗ ਮੈਂਬਰ ਪੁਰਸ਼ ਜਾਂ ਇਸਤਰੀ ਜਿਹੜਾ ਪਰਿਵਾਰ ਵਿੱਚ ਰਹਿੰਦਾ ਹੋਵੇ। ਠੀਕ ਹੈ ਜੀ, ਉਹਨੂੰ ਸਮਨਿੰਗ ਕਰਾਈ ਜਾਏਗੀ। ਅੱਗੇ ਫਰਦਰ ਹੈਗਾ, ਜੇਕਰ ਇਤਲਾਹ ਨਾ ਹੋ ਸਕੇ ਜਾਂ ਸੰਮਨ ਲੈਣ ਤੋਂ ਇਨਕਾਰ ਕਰੇ ਤਾਂ ਸੰਮਨ ਦੀ ਜਿਹੜੀ ਕਾਪੀ ਉਸ ਵਿਅਕਤੀ ਦੇ ਘਰ ਦੇ ਦਰਵਾਜ਼ੇ ਤੇ ਜਾਂ ਦੀਵਾਰ ਤੇ ਚਸਪਾ ਕੀਤੀ ਜਾਵੇਗੀ। ਪਰੰਤੂ ਜੇਕਰ ਵਿਅਕਤੀ ਪਿੰਡ ਵਿੱਚ ਨਾ ਰਹਿੰਦਾ ਹੋਵੇ ਤਾਂ ਜ਼ਮੀਨ ਦੇ ਨੇੜੇ ਸਾਂਝੀ ਜਗ੍ਹਾ ਉੱਪਰ ਚਸਪਾ ਕੀਤੀ ਜਾਵੇਗੀ। ਇਸ ਨੂੰ ਮਾਲ ਵਿਭਾਗ ਦੀ ਭਾਸ਼ਾ ਵਿੱਚ ਸੰਮਨਾਂ ਦੀ ਚਿਸ਼ਪਾਂਗੀ ਕਹਿੰਦੇ ਹਾਂ ਅਸੀਂ। ਸੰਮਨ ਚਿਸ਼ਪਾ ਕੀਤੇ ਜਾਣਗੇ। ਇਸੇ ਤਰ੍ਹਾਂ ਫਿਰ ਹੈਗਾ ਜੀ, ਜੇਕਰ ਦੂਜੀ ਧਿਰ ਦੇ ਵਿਅਕਤੀ ਬਹੁਤ ਜ਼ਿਆਦਾ ਹੋਣ, ਪਹਿਲਾਂ ਜਾਤੀ ਤੌਰ ਤੇ ਇਤਲਾਹ ਕਰਵਾਈ ਜਾਵੇਗੀ। ਜੇਕਰ ਵਿਅਕਤੀ ਨੂੰ ਇਤਲਾਹ ਨਾ ਹੋ ਸਕੇ, ਉਹਨਾਂ ਦੀ ਇਤਲਾਹ ਲਈ ਪਟਵਾਰੀ ਹਲਕਾ ਦੇ ਰਾਹੀਂ ਰਫਟ ਰੋਜ਼ਨਾਮਚਾ ਵਿਅਕਤੀ ਦਰਜ ਕਰਕੇ ਪਿੰਡ 'ਚ ਮਨਾਦੀ ਕਰਵਾਈ ਜਾਵੇਗੀ। ਇਸ ਨੂੰ ਮਾਲ ਵਿਭਾਗ ਦੀ ਭਾਸ਼ਾ ਵਿੱਚ ਮਨਾਦੀ ਕਰਵਾਉਣਾ ਕਹਿੰਦੇ ਹਾਂ। ਫਿਰ ਧਾਰਾ 20(4) 'ਚ ਕੀ ਕਿਹਾ ਜੀ, ਰਜਿਸਟਰਡ ਡਾਕ ਰਾਹੀਂ ਸੰਮਨ ਭੇਜੇ ਜਾ ਸਕਦੇ ਨੇ। ਫਿਰ ਜੇਕਰ ਰਜਿਸਟਰਡ ਲਿਫਾਫਾ ਸਮੇਤ ਸੰਮਨ ਵਾਪਸ ਨਾ ਆਵੇ ਤਾਂ ਸਮਝ ਲਿਆ ਜਾਵੇਗਾ ਕਿ ਇਤਲਾਹ ਹੋ ਚੁੱਕੀ ਹੈ। 30 ਡੇਜ਼ ਦਿੱਤੇ ਗਏ ਇਹਦੇ ਵਿੱਚ ਵੀ ਜੇ 30 ਦਿਨਾਂ ਦੇ ਅੰਦਰ ਲਿਫਾਫਾ ਵਾਪਸ ਨਹੀਂ ਆਉਂਦਾ ਤਾਂ ਤੁਸੀਂ ਪ੍ਰਜ਼ਿਊਮ ਕਰੋਗੇ ਵੀ ਪਾਰਟੀ ਨੂੰ ਸਮਨਿੰਗ ਹੋ ਚੁੱਕੀ ਹੈ। ਜੇਕਰ ਕਿਸੇ ਵੀ ਢੰਗ ਦੇ ਰਾਹੀਂ ਧਾਰਾ 20(1) ਤੋਂ ਲੈ ਕੇ 20(5) ਰਾਹੀਂ ਇਤਲਾਹ ਕਰਵਾਈ ਜਾਣੀ ਸੰਭਵ ਨਾ ਹੋਵੇ ਤਾਂ ਇਤਲਾਹ ਹੇਠ ਲਿਖੇ ਹੋਰ ਵੀ ਢੰਗ ਤਰੀਕੇ ਦੱਸੇ ਗਏ ਨੇ, ਜਿਹੜੀ ਕਿ 26/4/2011 ਨੂੰ ਅਮੈਂਡਮੈਂਟ ਹੋਈ ਸੀ ਉਹਦੇ ਅਧੀਨ ਕੀ ਹੋਇਆ। ਡਾਕ ਰਾਹੀਂ ਭੇਜ ਸਕਦੇ ਹਾਂ, ਕੋਰੀਅਰ ਸਰਵਿਸ ਰਾਹੀਂ ਵੀ ਸੰਮਨ ਭੇਜ ਸਕਦੇ ਹਾਂ ਅਸੀਂ, ਫੈਕਸ ਰਾਹੀਂ ਵੀ ਸੰਮਨ ਭੇਜੇ ਜਾ ਸਕਦੇ ਨੇ, ਈਮੇਲ ਰਾਹੀਂ ਵੀ ਸੰਮਨ ਭੇਜੇ ਜਾ ਸਕਦੇ ਨੇ। ਹੁਣ ਇੱਕ ਨਵੀਂ ਅਮੈਂਡਮੈਂਟ ਆਈ ਹੈ ਵਿੱਚ SMS ਵੀ ਕਰ ਸਕਦੇ ਹਾਂ ਅਸੀਂ। ਫਿਰ ਜੇਕਰ ਕੋਈ ਵਿਅਕਤੀ ਜੇਲ੍ਹ ਦੇ ਵਿੱਚ ਹੋਵੇ ਤਾਂ ਜਿਹੜੇ ਸੰਮਨ ਨੇ ਡਾਕ ਰਾਹੀਂ ਜਾਂ ਕੋਰੀਅਰ ਰਾਹੀਂ ਜਾਂ ਫੈਕਸ ਰਾਹੀਂ ਜਾਂ ਈਮੇਲ ਰਾਹੀਂ ਜੇਲ੍ਹ ਇੰਚਾਰਜ ਆਫਿਸ ਦਾ ਜੇਲ੍ਹ ਦੇ ਇੰਚਾਰਜ ਅਫਸਰ ਰਾਹੀਂ ਭੇਜੇ ਜਾ ਸਕਦੇ ਨੇ। ਜੇਲ੍ਹ ਦਾ ਇੰਚਾਰਜ ਉਸ ਨੂੰ ਸਮਨਿੰਗ ਕਰਵਾ ਕੇ ਸਾਨੂੰ ਰਿਪੋਰਟ ਭੇਜੇਗਾ। ਜੇਕਰ ਵਿਅਕਤੀ ਭਾਰਤ ਤੋਂ ਬਾਹਰ ਰਹਿੰਦਾ ਹੋਵੇ, ਮੈਂ ਇਹ ਬੁੱਕ ਪੜ੍ਹ ਰਿਹਾ ਜੀ, ਜੇਕਰ ਵਿਅਕਤੀ ਭਾਰਤ ਤੋਂ ਬਾਹਰ ਰਹਿੰਦਾ ਹੋਵੇ ਤਾਂ ਸੰਮਨ ਉਸ ਵਿਅਕਤੀ ਦੇ ਪਤੇ ਤੇ ਡਾਕ ਰਾਹੀਂ, ਕੋਰੀਅਰ ਰਾਹੀਂ, ਫੈਕਸ ਰਾਹੀਂ ਜਾਂ ਈਮੇਲ ਰਾਹੀਂ ਭੇਜੇ ਜਾ ਸਕਦੇ ਨੇ। ਫਿਰ ਅੱਗੇ ਪੁਆਇੰਟ ਹੈਗਾ, ਜੇਕਰ ਕੇਂਦਰ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੋਵੇ ਅਤੇ ਕੋਈ ਵਿਅਕਤੀ ਕਿਸੇ ਬਾਹਰਲੇ ਦੇਸ਼ ਵਿੱਚ ਅਸਲ ਵਿੱਚ ਆਪਣੀ ਮਰਜ਼ੀ ਦੇ ਨਾਲ ਅਤੇ ਕਮਾਈ ਖਾਤਰ ਕੰਮ ਕਰਨ ਦੇ ਮਕਸਦ ਨਾਲ ਰਹਿੰਦਾ ਹੋਵੇ ਤਾਂ ਕੇਂਦਰ ਸਰਕਾਰ ਵੱਲੋਂ ਨਿਰਧਾਰਤ ਬਾਹਰਲੇ ਦੇਸ਼ ਦੇ ਅਫਸਰ ਰਾਹੀਂ ਸੰਮਨ ਤਮੀਲ ਕਰਵਾਏ ਜਾਣਗੇ। ਇਹ ਸੰਮਨ ਨਿਰਧਾਰਤ ਅਫਸਰ ਨੂੰ, ਨਿਰਧਾਰਤ ਅਫਸਰ ਕਿਵੇਂ? ਅੰਬੈਸਡਰ, ਰਾਜਦੂਤ, ਵਿਦੇਸ਼ੀ ਮਾਮਲਿਆਂ ਬਾਰੇ ਮੰਤਰੀ ਮੰਤਰਾਲੇ ਰਾਹੀਂ ਭੇਜੇ ਜਾਣਗੇ।
ਜੇਕਰ ਨਿਰਧਾਰਤ ਅਫਸਰ ਵੱਲੋਂ ਸਮਨਿੰਗ ਉਪਰੰਤ ਰਿਪੋਰਟ ਕੀਤੀ ਜਾਂਦੀ ਹੈ ਤਾਂ ਅਜਿਹੀ ਰਿਪੋਰਟ ਗਵਾਹੀ ਦੇ ਤੌਰ ਤੇ ਮੰਨਣਯੋਗ ਹੋਵੇਗੀ ਕਿ ਸੰਬੰਧ ਗੰਭੀਰ ਹੋ ਗਏ ਹਨ। ਇਹਦੇ ਵਿੱਚ ਇੱਕ ਨਵੀਂ ਗੱਲ ਐਡ ਹੋਈ ਸੀਗੀ, ਰਿਸਪੋਂਡੈਂਟ ਮੇ ਬੀ ਐਪਲੀਕੈਂਟ। ਇਹ ਸੈਕਸ਼ਨ 114 ਚ ਪੜਾਂਗੇ। ਚਲੋ ਅਸੀਂ ਅੱਗੇ ਜਾ ਕੇ ਡੇ ਫਿਕਸ ਕੀਤੀ ਜਾਂਦੀ ਹੈ ਜੀ, ਵੀ ਇੰਨੀ ਤਰੀਕ ਨੂੰ ਸੰਮਨ ਦੇ ਵਿੱਚ ਡੇ ਫਿਕਸ ਕੀਤੀ ਜਾਂਦੀ ਹੈ, ਡੇਟ ਫਿਕਸ ਕੀਤੀ ਜਾਂਦੀ ਹੈ ਤੇ ਟਾਈਮ ਫਿਕਸ ਕੀਤਾ ਜਾਂਦਾ ਵੀ ਪਾਰਟੀਆਂ ਆਪਣਾ ਆਪਣਾ ਪੱਖ ਪੇਸ਼ ਕਰਨਗੇ। ਇੰਡੀਵਿਜੂਅਲੀ ਤੌਰ ਤੇ ਆ ਸਕਦੇ ਨੇ, ਖੁਦ ਆ ਸਕਦੇ ਨੇ, ਆਪਣੇ ਵਕੀਲ ਰਾਹੀਂ ਕੋਰਟ 'ਚ ਆ ਸਕਦੇ ਨੇ, ਰੈਵਨਿਊ ਆਫਿਸਰ ਵਿੱਚ। ਫਿਰ ਕੀ ਹੈ ਇਹਦੇ 'ਚ ਨਵੀਂ 113 ਦੇ ਵਿੱਚ ਸੈਕਸ਼ਨ ਨਵੀਂ 2 ਇਨਸਰਟ ਕੀਤੀ ਗਈ ਹੈ, ਇੱਥੇ ਨੋਟ ਕਰ ਲਓ। 113 ਦੀ 2 ਰਿਪਲਾਈ ਵਿਦਿਨ 30 ਡੇਜ਼। ਜਿਹੜੇ ਰਿਸਪੋਂਡੈਂਟ ਹੋਣਗੇ ਜਦੋਂ ਉਹਨਾਂ ਨੂੰ ਸਮਨਿੰਗ ਹੋ ਚੁੱਕੀ ਹੈ, ਜਿਹਨੂੰ ਤਾਂ ਸਮਨਿੰਗ ਨਹੀਂ ਹੋਈ ਉਹ ਤਾਂ ਗੱਲ ਵੱਖਰੀ ਹੈ, ਪਰ ਜਿਹੜੇ ਰਿਸਪੋਂਡੈਂਟ ਨੂੰ ਸਮਨਿੰਗ ਹੋ ਚੁੱਕੀ ਹੈ ਉਹ ਆਪਣੀ ਜਿਹੜੀ ਰਿਪਲਾਈ ਹੈ, ਆਪਣਾ ਜਵਾਬ ਦਾਵਾ ਹੈ, ਉਹ 30 ਦਿਨ ਦੇ ਅੰਦਰ ਅੰਦਰ ਰੈਵਨਿਊ ਕੋਰਟ ਦੇ ਵਿੱਚ ਪੇਸ਼ ਕਰੇਗਾ। ਇਹਦੇ ਨਾਲ ਹੀ 113 ਦੇ ਵਿੱਚ ਜਿਹੜੀ ਹੈ ਸਬਸੈਕਸ਼ਨ 3 ਇਹ ਵੀ ਇੱਕ ਐਡ ਹੋਈ ਹੈ। ਇਹ 'ਚ ਕੀ ਹੈਗਾ, ਐਕਸ ਪਾਰਟੀ ਮੇ ਜੁਆਇਨ ਐਟ ਦ ਸਟੇਜ। ਇੱਥੇ ਕਿਹਾ ਗਿਆ ਵੀ ਜੇਕਰ ਕੋਈ ਪਾਰਟੀ ਨੂੰ ਸੰਮਨ ਹੋਣ ਦੇ ਬਾਵਜੂਦ ਵੀ ਕੋਈ ਪਾਰਟੀ ਜੁਆਇਨ ਨਹੀਂ ਕਰ ਰਹੀ, ਸੰਮਨ ਹੋ ਗਿਆ ਪਰ ਉਹ ਫਿਰ ਵੀ ਕੋਰਟ ਦੇ ਵਿੱਚ ਨਹੀਂ ਆਇਆ, ਉਹਨੇ ਨਾ ਉਹਦਾ ਵਕੀਲ ਭੇਜਿਆ ਤੇ ਨਾ ਉਹ ਖੁਦ ਆਇਆ ਕੋਰਟ ਦੇ ਵਿੱਚ, ਉਹ ਕਿਸੇ ਇੰਟਰਮੀਡੀਏਟ ਸਟੇਜ ਤੇ ਆ ਕੇ ਹਾਜ਼ਰ ਹੋ ਜਾਂਦਾ ਹੈ। ਮੰਨ ਲਓ ਮੋਡ ਆਫ ਪਾਰਟੀਸ਼ਨ ਪਾਸ ਹੋ ਗਿਆ, ਕੁਐਸਚਨ ਆਫ ਟਾਈਟਲ ਪਾਸ ਹੋ ਗਿਆ, ਮੋਡ ਆਫ ਪਾਰਟੀਸ਼ਨ ਪਾਸ ਹੋ ਗਿਆ, ਉਸ ਤੋਂ ਬਾਅਦ ਜਿਹੜਾ ਵਿਅਕਤੀ ਹੈਗਾ ਰਿਸਪੋਂਡੈਂਟ ਹੈ ਉਹ ਅੱਗੇ ਪੇਸ਼ ਹੋ ਜਾਂਦਾ ਹੈ ਵੀ ਮੈਨੂੰ ਵੀ ਪਾਰਟੀ ਬਣਾਇਆ ਜਾਵੇ ਇਸ ਕੇਸ ਦੇ ਵਿੱਚ। ਤਾਂ ਇਹ ਜਿਹੜੀ ਸਬ ਕਲਾਸ 3 ਜੋੜੀ ਗਈ ਹੈ, ਇਹਦੇ ਵਿੱਚ ਇਹ ਕਿਹਾ ਗਿਆ ਵੀ ਉਹ ਜਿਹੜਾ ਵਿਅਕਤੀ ਪਾਰਟੀ ਬਣਨਾ ਚਾਹੁੰਦਾ ਹੈ, ਜੁਆਇਨ ਕਰਨਾ ਚਾਹੁੰਦਾ ਹੈ, ਉਸ ਨੂੰ ਜਿਸ ਸਟੇਜ ਦੇ ਉੱਪਰ ਕੇਸ ਚੱਲ ਰਿਹਾ ਹੈਗਾ ਉਸੇ ਸਟੇਜ ਦੇ ਉੱਪਰ ਜੁਆਇਨ ਕਰਾਇਆ ਜਾਏਗਾ। ਇਹ ਨਹੀਂ ਵੀ ਜਿਹੜਾ ਕੇਸ ਹੈ ਨਵੇਂ ਸਿਰੇ ਤੋਂ ਸ਼ੁਰੂ ਕੀਤਾ ਜਾਵੇਗਾ ਤੇ ਉਹ ਕਹੇ ਮੈਂ ਤਾਂ ਜੀ ਕੁਐਸਚਨ ਆਫ ਟਾਈਟਲ ਇਨਵੋਲਵ ਹੈ, ਮੈਂ ਤਾਂ ਮੋਡ ਆਫ ਪਾਰਟੀਸ਼ਨ ਦੇ ਆਬਜੈਕਸ਼ਨ ਦੇਣੇ ਸੀਗੇ, ਮੈਂ ਉਹ ਦੇ ਨਹੀਂ ਪਾਇਆ, ਮੇਰੇ ਆਬਜੈਕਸ਼ਨ ਲਓ ਜੀ। ਜਿਵੇਂ ਅਕਸਰ ਅਸੀਂ ਦੇਖਦੇ ਹਾਂ ਪ੍ਰੈਕਟੀਕਲ ਤੌਰ ਤੇ ਹੁੰਦਾ ਰਹਿੰਦਾ ਹੈ। ਠੀਕ ਹੈ, ਇੱਥੇ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਵੀ ਜੇ ਕਿਸੇ ਨੂੰ ਅਸੀਂ ਜੁਆਇਨ ਕਰਵਾਉਣਾ ਹੈ ਤਾਂ ਅਸੀਂ ਉਸ ਨੂੰ ਉਸੇ ਸਟੇਜ ਤੇ ਜੁਆਇਨ ਕਰਾਉਣਾ ਹੈ ਜਿਹੜੀ ਸਟੇਜ ਤੇ ਕੇਸ ਚੱਲ ਰਿਹਾ ਹੈ, ਜਿਹੜਾ ਕਿ ਹੋਰਾਂ ਪਾਰਟੀਆਂ ਜਿਵੇਂ ਕੇਸ ਨੂੰ ਡੀਲ ਕਰਦੀਆਂ ਨੇ, ਜੋ ਆਬਜੈਕਸ਼ਨ ਦੂਜੀਆਂ ਪਾਰਟੀਆਂ ਦਿੰਦੇ ਨੇ, ਉਹ ਵੀ ਉਸੇ ਤਰੀਕੇ ਨਾਲ ਉਸੇ ਸਟੇਜ ਦੇ ਉੱਪਰ ਆ ਕੇ ਜੁਆਇਨ ਕਰੇਗਾ, ਨਵੇਂ ਸਿਰੇ ਤੋਂ ਜੁਆਇਨ ਨਹੀਂ ਕਰੇਗਾ। ਅੱਗੇ ਸੈਕਸ਼ਨ 114 ਹੈ ਜੀ। ਇਹ ਜਿਹੜੀ ਸੈਕਸ਼ਨ 114 ਹੈਗੀ ਹੈ ਇਹ ਪਹਿਲਾਂ ਡਿਲੀਟ ਹੋ ਚੁੱਕੀ ਸੀਗੀ 2011 ਦੇ ਵਿੱਚ। ਪ੍ਰੋਬਲਮ ਆਈਆਂ ਪ੍ਰੈਕਟੀਕਲ ਰੂਪ ਦੇ ਵਿੱਚ, ਜਦੋਂ ਕੇਸ ਚੱਲਦੇ ਸੀਗੇ ਰੈਵਨਿਊ ਆਫਿਸਰਾਂ ਨੂੰ ਦਿੱਕਤ ਆਈਆਂ ਜਾਂ ਪਾਰਟੀਆਂ ਨੂੰ ਦਿੱਕਤ ਆਈਆਂ, ਕੇਸ ਦੁਬਾਰਾ ਰੀਕਨਸੀਡਰ ਕੀਤਾ ਗਿਆ, ਦੁਬਾਰਾ ਫਿਰ ਜਿਹੜੀ 114 ਸੈਕਸ਼ਨ ਹੈ ਇਹ ਦੁਬਾਰਾ ਇਨਸਰਟ ਹੋਈ ਹੈ ਐਕਟ ਦੇ ਵਿੱਚ, ਇਸ ਨੂੰ ਐਜ਼ ਇਟ ਇਜ਼ ਦੁਬਾਰਾ ਫਿਰ ਮੰਨ ਲਿਆ ਗਿਆ। ਇਹ ਹੈ ਕੀ ਹੈ, ਇਹ 114 ਸੈਕਸ਼ਨ ਡਿਲੀਟ ਕਿਉਂ ਕੀਤੀ ਗਈ ਸੀਗੀ? 114 ਸੈਕਸ਼ਨ ਡਿਲੀਟ ਇਸ ਕਰਕੇ ਕੀਤੀ ਗਈ ਸੀਗੀ ਜਦੋਂ ਕੋਈ ਐਪਲੀਕੈਂਟ ਪਾਰਟੀਸ਼ਨ ਦੀ ਅਰਜ਼ੀ ਦਿੰਦਾ ਸੀਗਾ ਤਾਂ ਕੁਝ ਵਿਅਕਤੀ ਜਿਹੜੇ ਰਿਸਪੋਂਡੈਂਟ ਹੁੰਦੇ ਸੀਗੇ ਉਹ ਇਹ ਕਹਿੰਦੇ ਸੀ ਵੀ ਮੇਰਾ ਰਕਬਾ ਵੱਖਰਾ ਬਣਾਇਆ ਜਾਵੇ। ਉਹ ਕਿਹੜੀ ਸਟੇਜ ਹੁੰਦੀ ਸੀ ਉਹ ਇਹ ਨਹੀਂ ਪਤਾ, ਜਦੋਂ ਨਕਸ਼ਾ ਆੜਾ ਬਣ ਰਿਹਾ ਹੋਵੇ, ਮੋਡ ਆਫ ਪਾਰਟੀਸ਼ਨ ਬਣ ਚੁੱਕੀ ਹੋਵੇ, ਉਸ ਸਟੇਜ ਤੇ ਜਦੋਂ ਕਾਨੂੰਨ ਕੋ ਹਲਕਾ ਖੇਤ ਦੇ ਵਿੱਚ ਜਾ ਕੇ ਟੱਕਬੰਦੀ ਬਣਾਉਣ ਦੀ ਖਾਤਰ, ਨਕਸ਼ਾ ਬਣਾਉਣ ਦੀ ਖਾਤਰ ਖੇਤ 'ਚ ਗਿਆ ਹੋਵੇ, ਉਸ ਸਟੇਜ ਤੇ ਆ ਕੇ ਕਹਿੰਦੇ ਸੀ ਸਾਡਾ ਟੱਕ ਵੀ ਵੱਖਰਾ ਬਣਾਇਆ ਜਾਵੇ। ਠੀਕ ਹੈ, ਤਾਂ ਕੀ ਹੁੰਦਾ ਸੀ, ਨਕਸ਼ਾ ਫਾਈਨਲ ਹੋ ਚੁੱਕਿਆ, ਨਕਸ਼ਾ ਆੜਾ ਕਾਨੂੰਨ ਹਲਕੇ ਨੇ ਬਣਾ ਦਿੱਤਾ। ਜਦੋਂ ਨਕਸ਼ਾ ਆੜਾ ਬਣ ਕੇ ਰੈਵਨਿਊ ਕੋਰਟ ਦੇ ਵਿੱਚ ਆ ਗਿਆ, ਉਹ ਨਕਸ਼ਾ ਡਿਸਕਸ ਹੋਣਾ, ਉਹਦੇ ਆਬਜੈਕਸ਼ਨ ਮੰਗੇ ਜਾਣੇ ਨੇ ਵੀ ਉਹ ਆਪਣੇ ਆਪਣੇ ਇਤਰਾਜ਼ ਦਿਓ। ਤਾਂ ਫਿਰ ਕੋਈ ਬੰਦੇ ਕਈ ਸ਼ੇਅਰ ਹੋਲਡਰ ਆ ਕੇ ਕਹਿੰਦੇ ਸੀ ਮੇਰਾ ਤਾਂ ਟੱਕ ਵੱਖਰਾ ਬਣਾਇਆ ਨਹੀਂ ਜੀ। ਹੁਣ ਕਿੰਨੇ ਵਾਰੀ ਕਾਨੂੰਨ ਕੋ ਨਕਸ਼ੇ ਨੂੰ ਤਬਦੀਲ ਕਰੇਗਾ? ਇਸ ਕਰਕੇ ਜਿਹੜੀ ਇਹ ਸੈਕਸ਼ਨ ਸੀਗੀ ਇਹ ਖਤਮ ਕਰ ਦਿੱਤੀ ਸੀ ਸਰਕਾਰ ਨੇ 2011 ਦੇ ਵਿੱਚ। ਇਹ ਕਹਿ ਦਿੱਤਾ ਸੀਗਾ ਵੀ ਜਿਹੜਾ ਵੀ ਬੰਦਾ ਐਪਲੀਕੇਸ਼ਨ ਫਾਈਲ ਕਰੇਗਾ ਪਾਰਟੀਸ਼ਨ ਦੀ, ਹੀ ਵਿਲ ਬੀ ਦਾ ਐਪਲੀਕੈਂਟ, ਅਦਰ ਪਰਸਨਸ ਵਿਲ ਬੀ ਦਾ ਰਿਸਪੋਂਡੈਂਟ। ਐਪਲੀਕੈਂਟ ਦਾ ਨਕਸ਼ਾ ਵੱਖਰਾ ਬਣਾਇਆ ਜਾਵੇਗਾ, ਟੱਕ ਬਾਕੀ ਪਾਰਟੀਆਂ ਦੇ ਜਿਹੜੇ ਟੱਕ ਨੇ ਉਹ ਸਾਂਝੇ ਰੱਖੇ ਜਾਣਗੇ। ਇਸ ਮਕਸਦ ਲਈ ਇਹ ਜਿਹੜੀ ਸੈਕਸ਼ਨ ਸੀਗੀ 114 ਇਹ ਖਤਮ ਕਰ ਦਿੱਤੀ ਗਈ ਸੀਗੀ। ਪਰ ਹੁਣ ਇਹ ਸੈਕਸ਼ਨ ਦੁਬਾਰਾ ਫਿਰ ਅਮੈਂਡ ਕਰਕੇ ਦੁਬਾਰਾ ਫਿਰ ਇਹ ਇਨਸਰਟ ਕਰ ਦਿੱਤੀ ਗਈ ਹੈ। ਪਰ ਇਹਦੇ ਵਿੱਚ ਸਪਸ਼ਟ ਇਹ ਹੈਗਾ
ਜੋ ਤੁਸੀਂ ਪ੍ਰੈਕਟੀਕਲ ਦੇ ਕੰਮ ਕਰਦੇ ਆ, ਸਪਸ਼ਟ ਇਹ ਹੋਣਾ ਚਾਹੀਦਾ ਵੀ ਰੈਵਨਿਊ ਆਫੀਸਰ ਨੂੰ ਜਦੋਂ ਕੋਈ ਵਿਅਕਤੀ ਸ਼ੇਅਰ ਹੋਲਡਰ ਰਿਸਪੋਂਡੈਂਟ ਕਹ ਲਈਏ ਆਪਾਂ, ਜਦੋਂ ਕੋਈ ਰਿਸਪੋਂਡੈਂਟ ਆ ਕੇ ਆਪਣੀ ਐਪਲੀਕੇਸ਼ਨ ਦੀ ਰਿਪਲਾਈ ਦਿੰਦਾ ਹੈ, ਜੇ ਤਾਂ ਉਹ ਰਿਪਲਾਈ ਦੇ ਵਿੱਚ ਕਹਿੰਦਾ ਉਸੇ ਸਮੇਂ ਫਸਟ ਰਿਪਲਾਈ ਦਿੰਦਾ ਜਦੋਂ ਉਸੇ ਸਮੇਂ ਕਹਿੰਦਾ ਵੀ ਮੇਰਾ ਟੱਕ ਵੀ ਵੱਖਰਾ ਬਣਾਇਆ ਜਾਵੇ, ਦੈਨ ਵੀ ਹੈਵ ਟੂ ਪਾਸ ਏ ਆਰਡਰ। ਸਾਨੂੰ ਉੱਥੇ ਆਰਡਰ ਪਾਸ ਕਰ ਦੇਣਾ ਚਾਹੀਦਾ ਵੀ ਹੀ ਹੈਜ਼ ਟੂ ਬੀ ਪ੍ਰਜ਼ਿਊਮਡ ਐਜ਼ ਐਪਲੀਕੈਂਟ। ਉਸ ਵਿਅਕਤੀ ਨੂੰ ਉਸ ਵੇਲੇ ਉਹਦੀ ਅਰਜ਼ੀ ਤੇ ਉਸ ਨੂੰ ਐਪਲੀਕੈਂਟ ਬਣਾ ਲੈਣਾ ਚਾਹੀਦਾ, ਜਾਣੀ ਕਿ ਅਗਲੀ ਪੇਸ਼ੀ ਜਦੋਂ ਉਹ ਆਉਂਦੀ ਹੈ, ਠੀਕ ਹੈ। ਤੇ ਇਸੇ ਤਰ੍ਹਾਂ ਕਿ ਜਦੋਂ ਉਹ ਬੰਦਾ ਐਪਲੀਕੈਂਟ ਬਣ ਗਿਆ, ਜਦੋਂ ਫਿਰ ਅਸੀਂ ਤਰੀਕਾ ਤਕਸੀਮ ਭੇਜਦੇ ਹਾਂ ਕਾਨੂੰਗੋ ਹਲਕਾ ਨੂੰ ਬਣਾ ਕੇ, ਤਾਂ ਤਰੀਕਾ ਤਕਸੀਮ ਦੇ ਵਿੱਚ ਜਿਹੜੇ ਵੀ ਬੰਦੇ ਰਿਸਪੋਂਡੈਂਟ ਤੋਂ ਐਪਲੀਕੈਂਟ ਬਣ ਗਏ ਹੋਣ ਆਪਣੀ ਰਿਪਲਾਈ ਦੇ ਵਿੱਚ, ਤਾਂ ਸਾਨੂੰ ਆਰਡਰ ਪਾਸ ਕਰਨਾ ਚਾਹੀਦਾ ਹੈ ਸਪੈਸ਼ਲੀ ਤੌਰ ਤੇ ਤਰੀਕਾ ਤਕਸੀਮ ਦੇ ਵਿੱਚ। ਇਹ ਜਿਹੜੇ ਵਿਅਕਤੀ ਨੇ ਇਹ ਪਹਿਲਾਂ ਰਿਸਪੋਂਡੈਂਟ ਸੀ, ਹੁਣ ਇਹ ਐਪਲੀਕੈਂਟ ਬਣ ਚੁੱਕੇ ਨੇ, ਇਹਨਾਂ ਦਾ ਵੀ ਟੱਕ ਵੱਖਰਾ ਵੱਖਰਾ ਬਣਾਇਆ ਜਾਵੇ ਤਾਂ ਕਿ ਸਾਨੂੰ ਕਾਨੂੰਗੋ ਹਲਕਾ ਨੂੰ ਬਾਰ-ਬਾਰ ਪਰੇਸ਼ਾਨੀ ਨਾ ਹੋਵੇ ਤੇ ਜਿਹੜਾ ਨਕਸ਼ਾ ਆ ਰਿਹਾ ਬਾਰ-ਬਾਰ ਅਮੈਂਡਡ ਨਕਸ਼ਾ, ਤ੍ਰਿਮੀਮੀ ਨਕਸ਼ਾ ਬਣਾਉਣ ਦੀ ਵਾਰ-ਵਾਰ ਲੋੜ ਨਾ ਪਵੇ। ਇਸ ਕਰਕੇ ਜਦੋਂ ਕੋਈ ਰਿਪਲਾਈ ਆਉਂਦੀ ਹੈ ਉਹ ਰਿਪਲਾਈ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ। ਧਿਆਨ ਨਾਲ ਦੇਖ ਕੇ ਜੇ ਕੋਈ ਵਿਅਕਤੀ, ਜੇ ਕੋਈ ਪਾਰਟਨਰ, ਸ਼ੇਅਰ ਹੋਲਡਰ ਆਪਣਾ ਟੱਕ ਵੱਖਰਾ ਬਣਾਉਣ ਦੀ ਗੱਲ ਕਰਦਾ ਹੈ ਉਸ ਵੇਲੇ, ਤਾਂ ਉਸ ਨੂੰ ਉਸੇ ਵੇਲੇ ਐਪਲੀਕੈਂਟ ਪ੍ਰਜ਼ਿਊਮ ਕੀਤਾ ਜਾਵੇ। ਅਗਰ ਕੋਈ ਸ਼ੇਅਰ ਹੋਲਡਰ ਕੰਟੈਸਟ ਕਰਦਾ ਹੈ ਉਸ ਵੇਲੇ ਐਪਲੀਕੇਸ਼ਨ ਨੂੰ ਵੀ ਪਾਰਟੀਸ਼ਨ ਨਹੀਂ ਹੋਣੀ ਚਾਹੀਦੀ, ਸਾਡੀ ਖਾਨਗੀ ਪਾਰਟੀਸ਼ਨ ਪਹਿਲਾਂ ਹੋਈ ਵੀ ਹੈ, ਹੁਣ ਪਾਰਟੀਸ਼ਨ ਨਹੀਂ ਹੋਣੀ ਚਾਹੀਦੀ, ਤੇ ਅਗਲੀ ਸਟੇਜ ਤੇ ਜਾ ਕੇ ਜਦੋਂ ਟੱਕ ਬਣਦੇ ਨੇ ਫਿਰ ਉਹ ਗੱਲ ਕਹਿੰਦਾ ਵੀ ਮੇਰਾ ਟੱਕ ਵੱਖਰਾ ਬਣਾਇਆ ਜਾਵੇ, ਫਿਰ ਉਹਦਾ ਟੱਕ ਵੱਖਰਾ ਨਹੀਂ ਬਣਾ। ਠੀਕ ਹੈ ਜੀ, ਕਲੀਅਰ ਹੋ ਗਿਆ ਸਾਰਿਆਂ ਨੂੰ? ਆਮ ਤੌਰ ਤੇ ਹਾਂਜੀ, ਆਮ ਤੌਰ ਤੇ ਸੀਆਰਓ ਕਦੀ ਵੀ ਇਹਦਾ ਜਿਹੜਾ ਰਿਸਪੋਂਡੈਂਟ ਨੂੰ ਕਦੀ ਵੀ ਪਟੀਸ਼ਨਰ ਨਹੀਂ ਬਣਾਉਂਦੇ। ਮੈਂ ਤੁਹਾਡੀ ਗੱਲ ਸਮਝਦਾ, ਬਿਲਕੁਲ ਸਹੀ ਗੱਲ ਕਹਿ ਰਹੇ ਹੋ ਤੁਸੀਂ, ਗਲਤ ਨਹੀਂ ਕਹਿ ਰਹੇ। ਇਹ ਗੱਲ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਗਲਤ ਨਹੀਂ ਕਹਿ ਰਹੇ। ਇਸੇ ਕਰਕੇ ਸਾਡੇ ਜਿਹੜੇ ਕੇਸ ਨੇ ਉਹ ਲਟਕਦੇ ਰਹਿੰਦੇ ਨੇ। ਠੀਕ ਹੈ, ਆਮ ਤੌਰ ਤੇ ਤਰੀਕਾ ਤਕਸੀਮ ਤਾਂ ਇਹ ਕਹੀਦਾ ਆ ਵੀ ਪਟੀਸ਼ਨਰ ਦਾ ਟੱਕ ਅਲੱਗ ਤੇ ਉੱਤਰਵਾਦੀ ਜਿਹੜੇ ਆਪਣੇ ਕੋਲ ਬੀਅਰ ਹੋਏ ਆ ਉਹਦਾ ਦਾ ਟੱਕ ਅਲੱਗ ਤੇ ਬਾਕੀ ਉੱਤਰਵਾਦੀਆਂ ਦਾ ਟੱਕ ਅਲੱਗ ਰੱਖਿਆ। ਦੇਖੋ, ਇਸ ਤੋਂ ਪਹਿਲਾਂ 2011 ਤੋਂ ਲੈ ਕੇ 2020 ਤੱਕ ਇਹੀ ਕੁਛ ਸੀਗਾ ਵੀ ਪਟੀਸ਼ਨ ਦਾ ਟੱਕ ਵੱਖਰਾ ਬਣੇਗਾ। 2011 ਤੋਂ ਪਹਿਲਾਂ ਸਥਿਤੀ ਇਹ ਸੀਗੀ ਵੀ ਪਟੀਸ਼ਨਰ ਰਿਸਪੋਂਡੈਂਟ ਪਟੀਸ਼ਨਰ ਬਣ ਸਕਦਾ ਹੈ। ਠੀਕ ਹੈ, 2011 ਤੋਂ ਲੈ ਕੇ 2021 ਆ ਗਿਆ, ਇਹ ਪਟੀਸ਼ਨ ਚੇਂਜ ਹੋ ਗਈ ਸੀਗੀ ਵੀ ਕੋਈ ਵੀ ਰਿਸਪੋਂਡੈਂਟ ਪਟੀਸ਼ਨਰ ਬਣ ਨਹੀਂ ਸਕਦਾ, ਐਪਲੀਕੈਂਟ ਬਣ ਨਹੀਂ ਸਕਦਾ। ਇਸ ਕਰਕੇ ਤਰੀਕਾ ਤਕਸੀਮ 'ਚ ਇਹੀ ਲਿਖਿਆ ਜਾਂਦਾ ਸੀਗਾ ਵੀ ਐਪਲੀਕੈਂਟ ਦਾ ਟੱਕ ਵੱਖਰਾ ਬਣਾਇਆ ਜਾਵੇ ਤੇ ਰਿਸਪੋਂਡੈਂਟਸ ਦਾ ਟੱਕ ਸਾਰਿਆਂ ਦਾ ਸਾਂਝਾ ਰੱਖਿਆ ਜਾਵੇ। ਪਰ ਫਿਰ ਵੀ ਬਹੁਤ ਸਾਰੇ ਜਿਹੜੇ ਕੋ ਸ਼ੇਅਰ ਹੋਲਡਰ ਹੁੰਦੇ ਸੀਗੇ, ਉਹ ਇਸ ਸਟੇਜ ਤੇ ਜੋ ਟੱਕ ਬਣਦੀ ਸੀਗੀ ਐਪਲੀਕੇਸ਼ਨ ਦੇ ਜਾਂਦੇ ਸੀ, ਆ ਕੇ ਇਤਰਾਜ਼ ਕਰਦੇ ਸੀਗੇ, ਨਕਸ਼ਾ ਆੜਾ ਤੇ ਇਤਰਾਜ਼ ਕਰਦੇ ਸੀ ਵੀ ਮੇਰਾ ਟੱਕ ਵੱਖਰਾ ਬਣਾਇਆ ਜਾਵੇ, ਮੇਰਾ ਟੱਕ ਵੱਖਰਾ ਬਣਾਇਆ ਜਾਵੇ। ਫਿਰ ਵੀ ਆਫੀਸਰ ਆਪਣੇ ਪਹਿਲੇ ਅਪੀਅਰ ਹੋ ਜਾਂਦੇ ਆ, ਜਿਹੜੇ ਪਹਿਲੇ ਬੋਲੋ, ਦੁਬਾਰਾ ਬੋਲੋ, ਕੀ ਕਹਿੰਦੇ ਹੋ? ਹੈਲੋ, ਹਾਂਜੀ ਹਾਂਜੀ, ਬੋਲੋ ਜੀ, ਦੱਸੋ ਕੀ ਕਹਿੰਦੇ ਹੋ? ਹਾਂਜੀ, ਜਿੱਦਾਂ ਉਹ ਪਹਿਲੇ ਅਪੀਅਰ ਹੋ ਜਾਂਦੇ ਸੀਗੇ ਉੱਤਰਵਾਦੀ, ਜਿੱਦਾਂ 20 ਦੇ ਵਿੱਚੋਂ 4 ਉੱਤਰਵਾਦੀ ਆਪਣੇ ਕੋਲ ਰਿਸਪੋਂਡੈਂਟ ਅਪੀਅਰ ਹੋ ਗਏ ਜੀ। ਆਪਾਂ ਉਹ ਜੋ ਰਿਸਪੋਂਡੈਂਟ ਦਾ ਤੇ ਸ਼ੁਰੂ ਤੋਂ ਇਹ ਦੇਖਦੇ ਵੀ ਇਹਨਾਂ ਦਾ ਜਿਹੜਾ ਪੂਰਾ ਅਲੱਗ ਚਾਹੁੰਦਾ ਬਣਾਇਆ ਜਾਵੇ, ਜੇ ਉਹ ਕਹਿੰਦੇ ਵੀ ਸਾਡਾ ਅਲੱਗ ਕਰਕੇ ਬਣਾਇਆ ਜਾਵੇ, ਉਹ ਲਿਖਦੇ ਤੇ ਅਲੱਗ ਕਰਕੇ ਬਣਾਇਆ ਜਾਵੇ, ਇਹ ਜਿੰਨੇ ਬੱਚੇ ਉਹਨਾਂ ਦਾ ਅਲੱਗ ਬਣਾਇਆ ਜਾਵੇ। ਹਾਂ ਜੀ, ਦੇਖੋ 2011 ਤੋਂ ਪਹਿਲਾਂ ਤਾਂ ਪੋਜੀਸ਼ਨ ਇਹੀ ਸੀਗੀ ਵੀ ਅਲੱਗ-ਅਲੱਗ ਬਣਵਾ ਸਕਦੇ ਸੀਗੇ, ਪਰ ਗੱਲ ਹੈ ਤਾਂ ਵੀ ਉਹ ਇਨੀਸ਼ੀਅਲ ਸਟੇਜ ਤੇ ਉਹਨਾਂ ਨੇ ਐਪਲੀਕੇਸ਼ਨ ਦਾ ਜਵਾਬ ਦਿੱਤਾ ਸੀਗਾ। ਉਹ ਜਵਾਬ ਤਾਂ ਉਹਨੇ ਕਿਹਾ ਹੋਵੇ ਵੀ ਸਾਡੀ ਪਾਰਟੀਸ਼ਨ ਹੋਵੇ, ਜੇ ਉਸ ਵੇਲੇ ਤਾਂ ਉਹਨਾਂ ਨੇ ਕਿਹਾ ਨਹੀਂ ਸਾਡੀ ਪਾਰਟੀਸ਼ਨ ਹੋਵੇ, ਤੇ ਬਾਅਦ ਜਦੋਂ ਟੱਕ ਬਣ ਕੇ ਕਾਨੂੰਨ ਟੱਕ ਬਣਾ ਤੇ ਫਿਰ ਆ ਕੇ ਉਹ ਕਹਿੰਦੇ ਸਾਡੀ ਪਾਰਟੀਸ਼ਨ ਕਰੋ, ਉਸ ਸਟੇਜ ਤੇ ਨਹੀਂ ਸੀ ਕਰਨੀ। ਜੇ ਉਹਨਾਂ ਨੇ ਆਪਣੀ ਰਿਪਲਾਈ ਦੇ ਵਿੱਚ ਕਿਹਾ ਵੀ ਸਾਡਾ ਟੱਕ ਵੱਖਰਾ ਬਣਾਇਆ ਜਾਵੇ, ਉਹ 2011 ਤੋਂ ਪਹਿਲਾਂ ਦੀ ਗੱਲ ਕਰ ਰਹੇ ਹਾਂ ਆਪਾਂ, 2011 ਤੋਂ ਪਹਿਲਾਂ ਦੀ ਗੱਲ ਇਹ ਕਰ ਰਹੇ ਹਾਂ ਵੀ ਕੋਈ ਵੀ ਸ਼ੇਅਰ ਹੋਲਡਰ ਜਿਹੜਾ ਰਿਸਪੋਂਡੈਂਟ ਸੀਗਾ ਉਹ ਐਪਲੀਕੈਂਟ ਬਣ ਸਕਦਾ ਸੀਗਾ। ਇਨੀਸ਼ੀਅਲ ਸਟੇਜ ਤੇ ਆਪਣੀ ਐਪਲੀਕੇਸ਼ਨ ਦੀ ਰਿਪਲਾਈ ਦੇ ਵਿੱਚ ਹੀ ਕਹਿਣਾ ਹੁੰਦਾ ਸੀ ਉਸਨੇ ਵੀ ਮੇਰਾ ਟੱਕ ਵੀ ਵੱਖਰਾ ਬਣਾਇਆ ਜਾਵੇ, ਫਿਰ ਅਸੀਂ ਉਹਦਾ ਟੱਕ ਵੱਖਰਾ ਬਣਾ ਸਕਦੇ ਸੀ। ਪਰ 2011 ਦੀ ਸਰਕਾਰ ਨੇ ਅਮੈਂਡਮੈਂਟ ਕਰ ਦਿੱਤੀ ਸੀ ਵੀ ਕੋਈ ਵੀ ਰਿਸਪੋਂਡੈਂਟ ਜਿਸ ਨੂੰ ਅਰਜ਼ੀ ਦਿੰਦਾ ਵੀ ਮੇਰਾ ਟੱਕ ਵੱਖਰਾ ਬਣਾਇਆ ਜਾਵੇ, ਤੁਸੀਂ ਟੱਕ ਉਹਦਾ ਵੱਖਰਾ ਨਹੀਂ ਬਣਾਉਣਾ, ਸਾਰੇ ਹੀ ਰਿਸਪੋਂਡੈਂਟ ਦਾ ਇਕੱਠਾ ਬਣਾਉਣਾ ਹੈ। ਹਾਂ ਦੇਖੋ, ਮੈਂ ਉਹੀ ਆਪਾਂ ਪੜ੍ਹ ਰਹੇ ਹਾਂ, ਜਦੋਂ ਰਿਫਰੈਸ਼ ਹੁੰਦੇ ਰਹੀਏ, ਅਸੀਂ ਪੜ੍ਹਦੇ ਰਹੀਏ, ਡਿਸਕਸ ਕਰਦੇ ਰਹੀਏ, ਤਾਂ ਸਾਨੂੰ ਨਵੀਆਂ ਗੱਲਾਂ ਦਾ ਪਤਾ ਲੱਗਦਾ ਰਹਿੰਦਾ ਹੈ। ਠੀਕ ਹੈ ਨਾ,
ਇਸ ਕਰਕੇ ਸਰਕਾਰਾਂ ਵੱਲੋਂ ਵਾਰ-ਵਾਰ ਰਿਫਰੈਸ਼ਰ ਕੋਰਸ ਕਰਾਏ ਜਾਂਦੇ ਨੇ, ਠੀਕ ਹੈ, ਤਾਂ ਕਿ ਆਪਣੇ ਜਿਹੜੇ ਕੰਮ ਕਰਦੇ ਆਫੀਸਰਸ ਨੇ ਉਹਨਾਂ ਨੂੰ ਜਾਣਕਾਰੀ ਮਿਲਦੀ ਰਹੇ। 2011 ਚ ਆ ਕੇ ਸਰਕਾਰ ਨੇ ਅਮੈਂਡਮੈਂਟ ਕਰ ਦਿੱਤੀ ਸੀ ਵੀ ਕਿਸੇ ਵੀ ਰਿਸਪੋਂਡੈਂਟ ਨੂੰ ਤੁਸੀਂ ਐਪਲੀਕੈਂਟ ਪ੍ਰਜ਼ਿਊਮ ਨਹੀਂ ਕਰਨਾ। ਕਿਉਂ ਸੀਗਾ? ਤਾਂ ਕਿ ਜਿਹੜੇ ਕੇਸ ਨੇ ਤੁਹਾਡੇ ਐਕਸਪੀਡਾਈਟ ਹੋ ਸਕਣ, ਕੇਸਾਂ ਦਾ ਜਲਦੀ ਨਿਪਟਾਰਾ ਹੋ ਸਕੇ। ਪਰ ਉਹ ਜਲਦੀ ਨਿਪਟਾਰਾ ਹੋਣ ਦੀ ਵਜ੍ਹਾ ਕਰਕੇ ਉਹ ਕੇਸ ਹੋਰ ਲਟਕਣ ਲੱਗ ਗਏ। ਜਿਹੜੇ ਬੰਦੇ ਪਾਰਟੀਸ਼ਨ ਚਾਹੁੰਦੇ ਸੀਗੇ ਉਹਨਾਂ ਦੀ ਪਾਰਟੀਸ਼ਨ ਨਾ ਹੋ ਪਾਈ, ਉਹਨਾਂ ਦਾ ਟੱਕ ਫਿਰ ਇਕੱਠਾ ਰਹਿਣ ਲੱਗ ਗਿਆ। ਫਿਰ ਐਪਲੀਕੇਸ਼ਨਾਂ ਗਈਆਂ, ਫਿਰ ਸਰਕਾਰ ਨੇ ਵਿਚਾਰ ਵਟਾਂਦਰਾ ਕੀਤਾ। ਹੁਣ ਸਰਕਾਰ ਨੇ ਫਿਰ ਕਹਿ ਦਿੱਤਾ ਵੀ ਨਹੀਂ, ਠੀਕ ਹੈ, ਜੇ ਕੋਈ ਆਪਦਾ ਟੱਕ ਵੱਖਰਾ ਬਣਾਉਣਾ ਚਾਹੁੰਦਾ ਰਿਸਪੋਂਡੈਂਟ ਤਾਂ ਉਹਨੂੰ ਵੀ ਓਪਰਚੁਨਿਟੀ ਦਿੱਤੀ ਜਾਵੇ, ਉਹਨੂੰ ਵੀ ਤੁਸੀਂ ਐਪਲੀਕੈਂਟ ਪ੍ਰਜ਼ਿਊਮ ਕਰੋਗੇ। 2000 ਜਿਹੜੀ ਇਹ ਸੈਕਸ਼ਨ 114 ਹੈ, ਇਹ ਦੁਬਾਰਾ ਸਾਡੇ ਇਹਦੇ ਵਿੱਚ ਐਕਟ ਦੇ ਵਿੱਚ ਇਨਸਰਟ ਹੋ ਚੁੱਕੀ ਹੈ। ਹੁਣ ਅਸੀਂ ਪਰ ਧਿਆਨ ਇਸ ਗੱਲ ਦਾ ਰੱਖਣਾ ਹੁੰਦਾ ਹੈ ਵੀ ਬੰਦੇ ਨੇ ਜਦੋਂ ਸ਼ੇਅਰ ਹੋਲਡਰ ਨੇ ਆਪਣੀ ਐਪਲੀਕੇਸ਼ਨ ਦਾ ਰਿਪਲਾਈ ਦੇਣਾ ਹੈ, ਉਸ ਵੇਲੇ ਹੀ ਉਹਨੂੰ ਕਹਿਣਾ ਬਣਦਾ ਹੈਗਾ ਵੀ ਮੇਰਾ ਟੱਕ ਵੱਖਰਾ ਬਣਾਇਆ ਜਾਵੇ। ਜੇਕਰ ਉਹ ਉਸ ਵੇਲੇ ਨਹੀਂ ਕਹਿੰਦਾ, ਆਪਣੀ ਰਿਪਲਾਈ ਦੇ ਵਿੱਚ ਨਹੀਂ ਕਹਿੰਦਾ ਵੀ ਮੇਰਾ ਟੱਕ ਵੱਖਰਾ ਬਣਾਇਆ ਜਾਵੇ, ਉਸ ਵੇਲੇ ਉਹ ਕੰਟੈਸਟ ਕਰਦਾ ਵੀ ਪਾਰਟੀਸ਼ਨ ਹੋਣੀ ਨਹੀਂ ਚਾਹੀਦੀ, ਤਕਸੀਮ ਹੋਣੀ ਨਹੀਂ ਚਾਹੀਦੀ। ਤੇ ਜਦੋਂ ਕਾਨੂੰਗੋ ਹਲਕੇ ਵੱਲੋਂ ਨਕਸ਼ਾ ਬਣਾ ਦਿੱਤਾ ਜਾਂਦਾ ਹੈ, ਟੱਕ ਉਹਦਾ ਸਾਂਝਾ ਰੱਖ ਦਿੱਤਾ ਜਾਂਦਾ ਹੈ, ਤੇ ਫਿਰ ਉਹ ਆ ਕੇ ਕਹੇ ਕੋਰਟ ਦੇ ਵਿੱਚ ਵੀ ਮੇਰਾ ਵੀ ਟੱਕ ਵੱਖਰਾ ਬਣਾਇਆ ਜਾਵੇ, ਜਾਂ ਕਾਨੂੰਗੋ ਹਲਕੇ ਨੂੰ ਕੋਈ ਮੇਰਾ ਟੱਕ ਵੱਖਰਾ ਬਣਾਇਆ ਜਾਵੇ, ਫਿਰ ਉਹਦੀ ਗੱਲ ਨਹੀਂ ਸੁਣ ਸਕਦੇ ਅਸੀਂ। ਉਹਦਾ ਟੱਕ ਰਿਪਲਾਈ ਦੇ ਵਿੱਚ ਇਹ ਚੀਜ਼ ਨਹੀਂ ਕਹਿੰਦੇ, ਉਹ ਮੋਡ ਆਫ ਪਾਰਟੀਸ਼ਨ ਦੇ ਬਿਆਨ ਦੇਣ ਦੇ ਵਿੱਚ ਇਹ ਚੀਜ਼ ਕਹਿੰਦੇ। ਮੋਡ ਆਫ ਪਾਰਟੀਸ਼ਨ ਦਾ ਜੇ ਬਿਆਨ ਉਹ ਕਹਿੰਦਾ ਹੈ ਬੰਦਾ, ਤਦ ਵੀ ਮੋਡ ਆਫ ਪਾਰਟੀਸ਼ਨ ਦੇ ਵਿੱਚ ਰੈਵਨਿਊ ਆਫੀਸਰ ਨੂੰ ਕਲੈਰੀਫਾਈ ਕਰਨਾ ਚਾਹੀਦਾ ਹੈ ਵੀ ਕਿਹੜੇ ਸ਼ੇਅਰ ਹੋਲਡਰ ਦਾ ਟੱਕ ਵੱਖਰਾ ਬਣਨਾ ਹੈ ਤੇ ਕਿਹੜੇ ਦਾ ਵੱਖਰਾ ਬਣਨਾ ਹੈ। ਮੋਡ ਆਫ ਪਾਰਟੀਸ਼ਨ 'ਚ ਵੀ ਆਲਾ ਕੇ ਕਹਿੰਦਾ ਜੇ ਉਹ ਕਹਿੰਦਾ ਵੀ ਹਾਂ ਸਾਡੀ ਪਾਰਟੀਸ਼ਨ ਹੋ ਜਾਵੇ ਤੇ ਸਾਡਾ ਟੱਕ ਵੱਖਰਾ ਬਣਾਇਆ ਜਾਵੇ, ਉਸ ਵੇਲੇ ਵੀ ਉਸਨੂੰ ਅਸੀਂ ਆਰਡਰ ਕਰਕੇ ਅਸੀਂ ਉਸਨੂੰ ਐਪਲੀਕੈਂਟ ਪ੍ਰਜ਼ਿਊਮ ਕਰ ਸਕਦੇ ਹਾਂ। ਤੇ ਪਰ ਸਾਨੂੰ ਮੋਡ ਆਫ ਪਾਰਟੀਸ਼ਨ 'ਚ ਸਪੈਸੀਫਾਈ ਕਰਨਾ ਪਏਗਾ, ਸਪੈਸੀਫਿਕ ਆਰਡਰ ਪਾਸ ਕਰਕੇ ਆਰਡਰ ਪਾਸ ਕਰਨਾ ਪਏਗਾ ਵੀ ਇਹ ਜਿਹੜਾ ਵਿਅਕਤੀ ਹੈ ਇਹਨੇ ਮੋਡ ਆਫ ਪਾਰਟੀਸ਼ਨ ਦੇ ਵਿੱਚ ਇਤਰਾਜ਼ ਪੇਸ਼ ਕੀਤਾ ਹੈ ਵੀ ਮੇਰਾ ਟੱਕ ਵੱਖਰਾ ਬਣਾਇਆ ਜਾਵੇ। ਇਸ ਕਰਕੇ ਇਸ ਨੂੰ ਅਸੀਂ ਰਿਸਪੋਂਡੈਂਟ ਦੀ ਜਗ੍ਹਾ ਤੇ ਐਪਲੀਕੈਂਟ ਪ੍ਰਜ਼ਿਊਮ ਕਰਕੇ ਕਰਨ ਦਾ ਆਰਡਰ ਪਾਸ ਕਰਦੇ ਹਾਂ। ਆਰਡਰ ਪਾਸ ਕਰਕੇ ਜਿਹੜਾ ਨਕਸ਼ਾ ਮੋਡ ਆਫ ਪਾਰਟੀਸ਼ਨ ਬਣਾਇਆ ਜਾਏਗਾ, ਉਹਦੇ ਵਿੱਚ ਆਰਡਰ ਲਿਖਿਆ ਜਾਏਗਾ ਵੀ ਇਹਨਾਂ ਜਿਹੜੇ ਰਿਸਪੋਂਡੈਂਟ ਸੀਗੇ ਇਹਨਾਂ ਦਾ ਟੱਕ ਵੀ ਐਜ਼ ਏ ਐਪਲੀਕੈਂਟ ਵੱਖਰਾ ਬਣਾਇਆ ਜਾਵੇ। ਨਹੀਂ ਦੇਖੋ, ਆਰਡਰ ਮੈਂ ਉਹੀ ਆਪਾਂ ਗੱਲ ਕਰਦੇ ਆ ਨਾ, ਐਪਲੀਕੈਂਟ ਦਾ ਆਰਡਰ ਪਾਸ ਕਰਨਾ ਚਾਹੀਦਾ ਹੈ, ਠੀਕ ਹੈ ਨਾ, ਸਾਨੂੰ ਉਹਨਾਂ ਨੂੰ ਐਪਲੀਕੈਂਟ ਬਣਾਉਣਾ ਚਾਹੀਦਾ ਹੈ। ਕਿਹੜੇ ਸਾਲ ਦੀ ਅਮੈਂਡਮੈਂਟ ਦੇ ਵਿੱਚ ਹੈਗਾ ਜੀ? ਪਹਿਲਾਂ ਤਾਂ ਇਹ 2011 ਤੋਂ ਪਹਿਲਾਂ ਤਾਂ ਇਹੀ ਸੀਗਾ ਸੈਕਸ਼ਨ 114 ਜਿਹੜੀ ਆਪਾਂ ਪੜ੍ਹ ਰਹੇ ਹਾਂ। ਨਵੀਂ ਅਮੈਂਡਮੈਂਟ 2021 ਦੀ ਹੋਣੀ ਹੈ, ਰੀਸੈਂਟ, ਬਿਲਕੁਲ ਰੀਸੈਂਟ ਹੈ, ਜੇ ਤੁਹਾਡੇ ਕੋਲੇ ਪਹੁੰਚੀ ਵੀ ਨਹੀਂ ਹੋਣੀ ਹੈ। ਚਲੋ ਮੰਗਾ ਲੈਂਦੇ ਹਾਂ, 2011 ਦੀ 2021 ਦੀ ਰੀਸੈਂਟ ਅਮੈਂਡਮੈਂਟਸ ਹੈ। ਅਜੇ ਤੁਹਾਡੇ ਕੋਲੇ ਫੀਡ ਸ਼ਾਇਦ ਨਾ ਆਈ ਹੋਵੇ, ਆ ਮੇਰੇ ਕੋਲੇ ਹੈਗੀਆਂ ਨੇ, ਆ ਨਵੀਆਂ ਅਮੈਂਡਮੈਂਟਸ ਨੇ, ਇਹ ਮੇਰੇ ਕੋਲੇ ਹੈਗੀਆਂ ਨੇ, ਠੀਕ ਹੈ। ਤੁਹਾਡੇ ਕੋਲੇ ਜੇ ਸ਼ਾਇਦ ਨਾ ਆਈ ਹੋਵੇ, ਲੈਟਰ ਤੋਂ ਆਉਂਦੀ ਹੈ। ਇਹ ਲੈਟਰ ਦੇਖੋ, ਇੱਕ ਮਿੰਟ, ਆ ਲੈਟਰ ਹੈ 15/1/2021 ਦੀ, ਗਰੁੱਪ ਚ ਪਾ ਦੇਣਾ ਜੀ। ਇਹ 15/2021 ਦੀ ਲੈਟਰ ਹੈ, ਇਹ 534 ਤੋਂ 536 ਦਾ ਨੰਬਰ ਹੈ। ਇਹ PDF ਬਣਾ ਕੇ ਪਾ ਦਿੰਦੇ ਆ। ਇਹ ਨਵੀਆਂ ਅਮੈਂਡਮੈਂਟਸ ਨੇ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀਆਂ ਨੇ ਅਮੈਂਡਮੈਂਟਸ, ਜਿਹਦੇ ਨਾਲ ਸਾਰਾ ਜਿਹੜਾ ਤੁਹਾਡਾ ਜਿਹਨੇ ਬੁੱਕਸ ਨੇ ਨਾ, ਇਹਦੇ ਨਾਲ ਕਾਫੀ ਅਮੈਂਡਮੈਂਟ ਹੋ ਚੁੱਕੀਆਂ ਨੇ, ਤਾਂ ਜੀ ਮੈਂ ਇਹ ਬਾਰ-ਬਾਰ ਤੁਹਾਨੂੰ ਚਲੋ ਸਰ ਹੁਣ ਆਪਾਂ ਮੋਡ ਆਫ ਪਾਰਟੀਸ਼ਨ ਫਾਈਨਲ ਕਰ ਲੱਗੇ। ਇਹ ਨੋਟੀਫਿਕੇਸ਼ਨ ਹੈ ਸਰ, ਹੈ ਜੀ, ਦਸੰਬਰ 2020 ਦਾ ਨੋਟੀਫਿਕੇਸ਼ਨ ਸੀ ਕਿ ਕਾਪੀ ਲੈਟਰ ਜਾਰੀ ਕੀਤਾ ਹੈ। ਹਾਂ, ਸਮਝ ਗਿਆ ਮੈਂ ਤੁਹਾਡੀ ਗੱਲ। 2020 ਚ ਨੋਟੀਫਿਕੇਸ਼ਨ ਸੀ, 2021 ਚ ਲੈਟਰ ਜਾਰੀ ਕੀਤੀ ਹੈ। ਸਰ ਹੁਣ ਆਪਾਂ ਨੂੰ ਜਿਹੜਾ ਮੋਡ ਆਫ ਪਾਰਟੀਸ਼ਨ, ਆਪਾਂ ਮੋਡ ਆਫ ਪਾਰਟੀਸ਼ਨ ਤੇ ਆਨੇ ਆ ਜੇ, ਆਪਾਂ ਮੋਡ ਆਫ ਪਾਰਟੀਸ਼ਨ ਤੇ ਆਨੇ ਆ। ਨਹੀਂ, ਇਸੇ ਚੀਜ਼ ਤੇ ਆਪਣੇ ਟੌਪਿਕ ਤੇ ਗੱਲ ਚੱਲਦੀ ਹੈ ਜੀ। ਹਾਂ, ਮੋਡ ਆਫ ਪਾਰਟੀਸ਼ਨ ਜਦੋਂ ਫਾਈਨਲ ਆਪਾਂ ਕਰਨਾ ਆ ਤੇ ਇਹ ਆਪਾਂ ਆਪਣੇ ਕੋਲ ਰਿਸਪੋਂਡੈਂਟ ਦਾ 4 ਪੇਸ਼ ਹੋਏ ਆ, ਉਹਨਾਂ ਨੂੰ ਆਪਾਂ ਐਜ਼ ਪਟੀਸ਼ਨਰ ਟ੍ਰੀਟ ਕਰਕੇ ਮੋਡ ਆਫ ਪਾਰਟੀਸ਼ਨ ਚ ਲਿਖਾਂਗੇ। ਬਿਲਕੁਲ ਉਹਨੂੰ ਪਟੀਸ਼ਨਰ ਟ੍ਰੀਟ ਕਰਾਂਗੇ। ਉਹਦਾ ਨਕਸ਼ਾ, ਉਹਦਾ ਖੇਵਟ ਹੈਗੀ ਆ, ਉਹਦਾ ਟੱਕ ਵੱਖਰਾ ਬਣਾਉਣ ਦੇ ਲਈ ਆਰਡਰ ਕਰਾਂਗੇ। ਤਰੀਕਾ ਤਕਸੀਮ ਦੇ ਵਿੱਚ ਮੋਡ ਆਫ ਪਾਰਟੀਸ਼ਨ ਤੌਰ ਤੇ ਸਪੈਸੀਫਾਈ ਕਰਾਂਗੇ। ਐਜ਼ ਏ ਪਟੀਸ਼ਨਰ ਕਰਾਂਗੇ ਜਾਂ ਐਜ਼ ਏ ਪਟੀਸ਼ਨਰ, ਐਜ਼ ਏ ਐਪਲੀਕੈਂਟ, ਐਜ਼ ਏ ਰਿਸਪੋਂਡੈਂਟ ਨਹੀਂ, ਐਜ਼ ਏ ਐਪਲੀਕੈਂਟ ਪ੍ਰਜ਼ਿਊਮ ਕਰਾਂਗੇ ਉਹਨਾਂ ਨੂੰ। ਸੈਕਸ਼ਨ 114 ਦੇਖੋ, ਪੜੋ। ਸੈਕਸ਼ਨ 114 ਕੀ ਕਹਿੰਦੀ ਹੈ ਜੀ? ਐਡੀਸ਼ਨ ਆਫ ਪਾਰਟੀਜ਼ ਟੂ ਦਾ ਐਪਲੀਕੇਸ਼ਨ ਔਨ ਦਾ ਡੇ ਫਿਕਸਡ ਫਾਰ ਹੀਅਰਿੰਗ
or on any day to which the hearing may be adjourned, the revenue officer shall ascertain whether any of the co-sharers desire the petitioner of their share also, and if any of them so desire, he shall add them as an applicant for the partition. ठीक है, ਹੁਣ ਅਸੀਂ ਐਜ਼ ਐਨ ਐਪਲੀਕੈਂਟ ਕਹਾਂਗੇ ਫਿਰ ਉਹ ਪਾਰਟੀਸ਼ਨ ਦੇ ਵਿੱਚ ਰਿਸਪੋਂਡੈਂਟ ਦੀ ਕਲਾਸ ਚੋਂ ਕੱਢ ਕੇ ਉਸ ਨੂੰ ਅਸੀਂ ਐਪਲੀਕੈਂਟ ਦੀ ਪਰਿਭਾਸ਼ਾ 'ਚ ਲੈ ਆਵਾਂਗੇ, ਉੱਥੇ ਆਰਡਰ ਪਾਸ ਕਰਾਂਗੇ ਵੀ ਇਸ ਨੂੰ ਅਸੀਂ ਫਰਦਰ ਜਦੋਂ ਕੇਸ ਦੀ ਕਾਰਵਾਈ ਚੱਲੇਗੀ ਤਾਂ ਅਸੀਂ ਉਸ ਨੂੰ ਐਜ਼ ਏ ਐਪਲੀਕੈਂਟ ਪ੍ਰਜ਼ੂਮ ਕਰਾਂਗੇ। ਸੈਕਸ਼ਨ 114 ਠੀਕ ਹੈ ਜੀ। ਇਹ ਮੈਂ ਇੱਥੇ ਪਹਿਲਾਂ ਮੇਰੀ ਬੁੱਕ ਦੇ ਵਿੱਚ ਲਿਖਿਆ ਹੋਇਆ ਹੈ, ਤੁਸੀਂ ਇਸ ਨੂੰ ਬੇਸ਼ੱਕ ਕੱਟ ਦਿਓ। 26(1)(3 ਜੇ ਕਿਸੇ ਕੋਲ ਇਹ ਬੁੱਕ ਹੈਗੀ ਹੈ ਜਰਾ ਦੇਖੋ 26(1)(3 ਪੇਜ 173 ਮਸੂਲ ਨੂੰ ਦਰਖਾਸਤਕਰਤਾ ਵੱਲੋਂ ਸ਼ਾਮਲ ਕਰਨਾ, ਮਸੂਲ ਨੂੰ ਦਰਖਾਸਤਕਰਤਾ ਵੱਲੋਂ ਸ਼ਾਮਲ ਕਰਨਾ, ਇਹ ਹੈਡ ਬਣਾਇਆ ਹੋਇਆ ਇਹਦੇ ਵਿੱਚ। ਪੰਜਾਬ ਲੈਂਡ ਰੈਵਨਿਊ ਐਕਟ 87 ਦੀ ਧਾਰਾ 114 ਅਨੁਸਾਰ ਤਕਸੀਮ ਦੀ ਅਰਜ਼ੀ ਪ੍ਰਾਪਤ ਹੋਣ ਉਪਰੰਤ ਜਦੋਂ ਮਾਲ ਅਧਿਕਾਰੀ ਵੱਲੋਂ ਧਿਰਾਂ ਨੂੰ ਨੋਟਿਸ ਜਾਰੀ ਕੀਤਾ ਜਾਂਦਾ ਸੀ ਵਰਡ ਯੂਜ਼ ਕੀਤਾ ਮੈਂ ਇੱਥੇ, ਤਾਂ ਜੇਕਰ ਕੋਈ ਧਿਰ ਮਾਲ ਅਧਿਕਾਰੀ ਦੀ ਅਦਾਲਤ ਵਿੱਚ ਹਾਜ਼ਰ ਹੋ ਕੇ ਤਕਸੀਮ ਕਰਵਾਉਣ ਦੇ ਲਈ ਸਹਿਮਤ ਹੋ ਜਾਂਦੀ ਸੀ ਤਾਂ ਪੰਜਾਬ ਲੈਂਡ ਰੈਵਨਿਊ ਐਕਟ 1887 ਧਾਰਾ 114 ਅਧੀਨ ਤਕਸੀਮ ਦੇ ਕੇਸ ਦੇ ਵਿੱਚ ਉਸ ਧਿਰ ਨੂੰ ਦਰਖਾਸਤਕਰਤਾ ਵਜੋਂ ਸ਼ਾਮਲ ਕਰ ਲਿਆ ਜਾਂਦਾ ਸੀ। ਪਰੰਤੂ ਇਹ ਧਾਰਾ 2011 ਦੇ ਵਿੱਚ 26/4/2011 ਪੰਜਾਬ ਐਕਟ ਨੰਬਰ 5 ਦੇ ਨੋਟੀਫਿਕੇਸ਼ਨ ਨੰਬਰ 19 ਰਾਹੀਂ ਖਤਮ ਕਰ ਦਿੱਤੀ ਗਈ ਹੈ। ਇਹ ਪਹਿਲਾਂ 2011 ਦੀ ਖਤਮ ਹੋ ਗਈ ਸੀਗੀ, ਦੁਬਾਰਾ ਹੁਣ ਫਿਰ ਇਨਸਰਟ ਹੋ ਗਈ 2021 ਦੇ ਵਿੱਚ ਆ ਕੇ, ਕਿਉਂਕਿ ਪ੍ਰੋਬਲਮ ਆਈਆਂ, ਕੇਸ ਫਿਰ ਲੜਕਣ ਲੱਗ ਗਏ। ਅਗਲੇ ਨੇ ਜਾ ਕੇ ਫਿਰ ਅਪੀਲ ਪਾਤੀ ਕੇਸ ਦੀ, ਉਹ ਕਹਿੰਦਾ ਮੇਰਾ ਰਕਬਾ ਵੱਖਰਾ ਬਣਾਇਆ ਨਹੀਂ, ਮੈਨੂੰ ਤਕਸੀਮ ਮਨਜ਼ੂਰ ਨਹੀਂ ਹੈਗੀ। ਠੀਕ ਹੈ, ਤਕਸੀਮ ਜਦੋਂ ਮਨਜ਼ੂਰ ਨਹੀਂ ਹੈਗੀ ਅਗਲੇ ਨੇ ਫਿਰ ਉੱਪਰਲੀ ਅਦਾਲਤ ਕੇਸ ਪਾਤਾ, ਫਿਰ ਉੱਪਰ ਚਲੇਗੀ, ਫਿਰ ਉੱਪਰ ਚਲੇਗੀ, FCR ਤੱਕ ਅਪੀਲਾਂ ਚੱਲਦੀਆਂ ਗਈਆਂ। ਜੇਕਰ ਰੈਵਨਿਊ ਆਫਿਸਰ ਕੋਲੇ ਹੀ ਪਾਰਟੀਆਂ ਸੈਟੀਸਫਾਈ ਹੋ ਜਾਂਦੀਆਂ ਨੇ, ਉਹਨਾਂ ਦੇ ਟੱਕ ਵੱਖਰੇ ਬਣ ਜਾਂਦੇ ਨੇ, ਤਾਂ ਕੇਸ ਦਾ ਨਿਪਟਾਰਾ ਉੱਥੇ ਹੋ ਜਾਂਦਾ ਹੈ। ਇਸ ਕਰਕੇ ਸਰਕਾਰ ਨੂੰ ਫਿਰ ਦੁਬਾਰਾ ਇਹ ਜਿਹੜੀ ਕਲੌਜ਼ ਹੈਗੀ ਹੈ, ਸੈਕਸ਼ਨ ਹੈਗੀ ਹੈ, ਦੁਬਾਰਾ ਪਾਣੀ ਪਈ ਹੈ। ਅੱਗੇ ਤਕਸੀਮ ਦੀ ਅਰਜ਼ੀ ਰੱਦ ਕਰਨ ਸੰਬੰਧੀ 26/4 ਧਾਰਾ 115 ਤਕਸੀਮ ਸੰਬੰਧੀ ਅਦਾਲਤ ਵਿੱਚ ਹਾਜ਼ਰ ਹੋਣ ਬਾਰੇ ਨੋਟਿਸ ਜਾਰੀ ਹੋਣ ਉਪਰੰਤ ਨਿਸ਼ਚਿਤ ਤਰੀਕ ਉੱਤੇ ਪਹੁੰਚੇ ਹਿੱਸੇਦਾਰਾਂ ਅਤੇ ਹਾਜ਼ਰ ਵਿਅਕਤੀਆਂ ਨੂੰ ਸੁਣਨ ਉਪਰੰਤ ਜੇਕਰ ਤਕਸੀਮ ਅਧੀਨ ਰਕਬਾ ਸਾਂਝਾ ਰਸਤਾ ਹੋਵੇ ਜਾਂ ਸਾਂਝਾ ਪਾਣੀ ਦਾ ਖਾਲ ਹੋਵੇ ਜਾਂ ਕੋਈ ਅਜਿਹੀ ਥਾਂ ਹੋਵੇ ਜੋ ਹਿੱਸੇਦਾਰਾਂ ਵੱਲੋਂ ਸਾਂਝੇ ਤੌਰ ਤੇ ਵਰਤੀ ਜਾਂਦੀ ਹੋਵੇ ਤਾਂ ਮਾਲ ਅਧਿਕਾਰੀ ਪੰਜਾਬ ਲੈਂਡ ਰੈਵਨਿਊ ਐਕਟ ਦੀ ਧਾਰਾ 115 ਅਧੀਨ ਤਕਸੀਮ ਦੀ ਅਰਜ਼ੀ ਨੂੰ ਰੱਦ ਕਰ ਸਕਦਾ ਹੈ। ਨੈਕਸਟ ਹੈਗਾ ਜੀ, ਨਵੀਂ ਇਨਸਰਟ ਕੀਤੀ ਹੈ ਧਾਰਾ 26/5 ਦੇ ਵਿੱਚ 115 ਊੜਾ ਧਿਰਾਂ ਵਿਚਕਾਰ ਸਮਝੌਤੇ ਨਾਲ ਤਕਸੀਮ ਸੰਬੰਧੀ ਧਾਰਾ 115 ਊੜਾ ਪੰਜਾਬ ਲੈਂਡ ਰੈਵਨਿਊ ਐਕਟ 1887 ਧਾਰਾ 115 ਊੜਾ ਅਨੁਸਾਰ ਇਹ ਨਵੀਂ ਇਨਸਰਟ ਹੋਈ 115 ਥੱਲੇ ਊੜਾ ਪਾ ਲਓ ਜੀ। 115A ਮੈਡੀਏਸ਼ਨ ਸੈਕਸ਼ਨ 89 CPC ਦੇ ਤਹਿਤ ਇਸ ਨੂੰ ਨਵੀਂ ਐਡਮਿਸ਼ਨ ਹੋਈ ਹੈ ਇਸ ਸੈਕਸ਼ਨ ਦੀ। ਇਹ 'ਚ ਕੀ ਲਿਖਿਆ ਹੈ ਪੰਜਾਬੀ 'ਚ ਮੈਂ ਪੜ੍ਹ ਕੇ ਦੱਸਦਾ ਸਿੰਪਲ। ਜੇਕਰ ਮਾਲ ਅਧਿਕਾਰੀ ਨੂੰ ਇਹ ਮਹਿਸੂਸ ਹੋ ਜਾਵੇ ਕਿ ਤਕਸੀਮ ਵਾਲੀਆਂ ਦੋਨੋਂ ਧਿਰਾਂ ਵਿਚਕਾਰ ਸਮਝੌਤਾ ਹੋ ਸਕਦਾ ਹੈ, ਮੰਨ ਲਓ ਐਪਲੀਕੇਸ਼ਨ ਪਾਰਟੀਸ਼ਨ ਦੀ ਆ ਗਈ ਤੁਹਾਡੇ ਕੋਲੇ, ਠੀਕ ਹੈ, ਪਾਰਟੀਸ਼ਨ ਦੀ ਐਪਲੀਕੇਸ਼ਨ ਆਉਣ ਤੋਂ ਬਾਅਦ ਜੇ ਅੱਗੇ ਫਰਦਰ ਕਾਰਵਾਈ ਹੋਣ ਤੋਂ ਪਹਿਲਾਂ ਮਤਲਬ ਪਾਰਟੀਆਂ ਹਾਜ਼ਰ ਹੋ ਗਈਆਂ, ਫਰਦਰ ਕਾਰਵਾਈ ਹੋਣ ਤੋਂ ਪਹਿਲਾਂ ਜੇਕਰ ਮਾਲ ਅਧਿਕਾਰੀ ਨੂੰ ਇਹ ਮਹਿਸੂਸ ਹੋਵੇ ਕਿ ਤਕਸੀਮ ਵਾਲੀਆਂ ਦੋਨੋਂ ਧਿਰਾਂ ਵਿਚਕਾਰ ਸਮਝੌਤਾ ਹੋ ਸਕਦਾ ਹੈ ਤਾਂ ਦੋਨੋਂ ਧਿਰਾਂ ਨੂੰ ਸਮਝੌਤੇ ਦੀਆਂ ਸ਼ਰਤਾਂ ਲਿਖਤੀ ਤੌਰ ਤੇ ਦੋਵੇਂ ਧਿਰਾਂ ਦੇ ਸੁਝਾਅ ਮੰਗੇ ਜਾਣਗੇ। ਦੋਨੋਂ ਧਿਰਾਂ ਦੇ ਸੁਝਾਅ ਮੰਗੇ ਜਾਣਗੇ ਜੀ, ਵੀ ਇੱਕ ਪਾਰਟੀ ਕੀ ਕਹਿੰਦੀ, ਦੂਜੀ ਪਾਰਟੀ ਕੀ ਕਹਿੰਦੀ ਹੈ। ਦੋਨੇ ਤਰ੍ਹਾਂ ਦੇ ਸੁਝਾਅ ਮੰਗੇ ਜਾਣਗੇ। ਇਤਰਾਜ਼ ਅਤੇ ਸੁਝਾਅ ਲੈਣ ਉਪਰੰਤ ਜਦੋਂ ਸੁਝਾਅ ਮੰਗ ਲਏ ਫਿਰ ਦੂਜੀ ਪਾਰਟੀ ਦੇ ਇਤਰਾਜ਼ ਮੰਗੇ ਜਾਣਗੇ। ਅਜੇ ਪਾਰਟੀਸ਼ਨੀ ਕਾਰਵਾਈ ਆਪਾਂ ਦੂਜੇ ਤੌਰ ਤੇ ਸ਼ੁਰੂ ਨਹੀਂ ਕਰ ਰਹੇ। ਇਹ ਮੈਡੀਏਸ਼ਨ ਦਾ ਤਰੀਕਾ, ਸਮਝੌਤੇ ਦਾ ਤਰੀਕਾ ਹੈਗਾ ਜਿਹੜਾ ਕਿ ਨਵਾਂ ਇਨਸਰਟ ਹੋਇਆ 115A ਦੇ ਵਿੱਚ। ਦੋਨੋਂ ਪਾਰਟੀਆਂ ਸੁਝਾਅ ਮੰਗੇ ਜਾਣਗੇ ਵੀ ਤੁਸੀਂ ਕਿਵੇਂ ਤਕਸੀਮ ਚਾਹੁੰਦੇ ਹੋ। ਜਿਵੇਂ ਆਪਾਂ ਆਮ ਗੱਲ ਕਰ ਲਈਏ, ਇੱਕ ਪਾਰਟੀ ਕਹਿੰਦੀ ਮੈਂ ਇੱਦਾਂ ਤਕਸੀਮ ਹੋਣੀ ਚਾਹੀਦੀ, ਦੂਜੀ ਪਾਰਟੀ ਕਹਿੰਦੀ ਇੱਦਾਂ ਤਕਸੀਮ ਹੋਣੀ ਚਾਹੀਦੀ ਹੈ। ਫਿਰ ਦੂਜੀ ਪਾਰਟੀ ਦੇ ਇਤਰਾਜ਼, ਉਹ ਕਹਿੰਦੀ ਇੱਦਾਂ ਨਹੀਂ, ਇੱਦਾਂ, ਇਹ ਗਲਤ ਕਹਿੰਦਾ, ਇਹ ਸਹੀ ਕਹਿੰਦਾ, ਇਹ ਗਲਤ ਕਹਿੰਦਾ, ਸਹੀ ਕਹਿੰਦਾ। ਦੋਨਾਂ ਦੇ ਸੁਝਾਅ ਵੀ ਲਏ ਜਾਣਗੇ। ਮਾਲ ਅਧਿਕਾਰੀ ਨੂੰ ਅੱਗੇ ਸਮਝੌਤਾ ਹੋ ਸਕਦਾ ਹੈ ਤਾਂ ਸਮਝੌਤਾ ਕਰਵਾਉਣ ਦੇ ਲਈ ਉਹ ਮਾਮਲਾ ਪਿੰਡ ਦੇ ਪਤਵੰਤੇ ਲੋਕਾਂ ਦੀ ਸਹਾਇਤਾ ਦੇ ਨਾਲ ਧਿਰਾਂ ਦੇ ਵਿਚਕਾਰ ਲਈ ਭੇਜਿਆ ਜਾਵੇਗਾ। ਧਿਰਾਂ ਦੇ ਵਿਚਾਰ ਲਈ ਭੇਜਿਆ ਜਾਵੇਗਾ। ਕੋਈ ਪਤਵੰਤਾ ਵਿਅਕਤੀ ਜਿਹੜਾ ਪਿੰਡ ਦਾ ਸਾਂਝਾ ਵਿਅਕਤੀ ਹੋਵੇ, ਕੋਈ ਸਰਪੰਚ ਹੋਵੇ, ਕੋਈ ਨੰਬਰਦਾਰ ਹੋਵੇ, ਉਹਦੇ ਰਾਹੀਂ ਜਿਹੜੇ ਹੈਗਾ
ਇਹ ਮਾਮਲਾ ਭੇਜਿਆ ਜਾਵੇ ਉਹਦੇ ਕੋਲੇ, ਤਾਂ ਜਿਹਨੇ ਪਾਰਟੀਆਂ ਦੇ ਦੋਹਾਂ ਦੇ ਵਿਚਾਰ ਲਏ ਜਾਣਗੇ। ਪਾਰਟੀਆਂ ਕੀ ਕਹਿੰਦੀਆਂ ਨੇ, ਜੇਕਰ ਲਿਖਤੀ ਡੀਡ ਰਾਹੀਂ ਧਿਰਾਂ ਵਿਚਕਾਰ ਸਮਝੌਤਾ ਹੋ ਜਾਵੇ, ਮੰਨ ਲਓ ਪਾਰਟੀਆਂ ਕਹਿੰਦਾ ਠੀਕ ਹੈ ਸਾਡਾ ਸਮਝੌਤਾ ਹੋ ਗਿਆ ਜੀ, ਏਦਾਂ ਪਾਰਟੀਸ਼ਨ ਕਰ ਦਿਓ ਤੁਸੀਂ, ਉਹਨਾਂ ਨੇ ਤੁਹਾਨੂੰ ਲਿਖ ਕੇ ਦੇਤਾ, ਮਤਲਬ ਜਿਵੇਂ ਇਕਰਾਰਨਾਮਾ ਤਕਸੀਮ ਬਣਾ ਕੇ ਦੇ ਦੇਣ ਆਪਾਂ ਨੂੰ, ਠੀਕ ਹੈ, ਤਾਂ ਮਾਲ ਅਧਿਕਾਰੀ ਉਸ ਡੀਡ ਮੁਤਾਬਕ ਹੁਕਮ ਪਾਸ ਕਰ ਦੇਵੇਗਾ। ਕਿਉਂਕਿ ਜਿਹੜਾ ਸੂਟ ਫਾਈਲ ਹੋਇਆ ਨਾ ਤੁਹਾਡੀ ਕੋਰਟ 'ਚ ਫਾਈਲ ਹੋ ਚੁੱਕਿਆ ਹੈ, ਨਹੀਂ ਤਾਂ ਅਸੀਂ ਕਰਦੇ ਹਾਂ ਸਾਡੇ ਕੋਰਟ ਜਦੋਂ ਸੂਟ ਫਾਈਲ ਨਹੀਂ ਹੁੰਦਾ ਤਾਂ ਪਟਵਾਰੀ ਹਲਕਾ ਕੋਲੇ ਐਗਰੀਮੈਂਟ ਟੂ ਪਾਰਟੀਸ਼ਨ ਕਰਕੇ ਪਾਰਟੀਆਂ ਦਿੰਦੀਆਂ ਤੇ ਇੰਤਕਾਲ ਦਰਜ ਹੋ ਕੇ ਰੈਵਨਿਊ ਆਫਿਸਰ ਮਨਜ਼ੂਰ ਕਰ ਦਿੰਦਾ ਹੈ। ਪਰ ਇੱਥੇ ਥੋੜਾ ਡਿਫਰੈਂਟ ਇਸ਼ੂ ਹੈਗਾ, ਇੱਥੇ ਐਪਲੀਕੇਸ਼ਨ ਤੁਹਾਡੇ ਕੋਲ ਫਾਈਲ ਹੋ ਚੁੱਕੀ ਪਾਰਟੀਸ਼ਨ ਦੀ, ਠੀਕ ਹੈ, ਤੁਹਾਨੂੰ ਲੱਗਦਾ ਵੀ ਇਹ ਜਿਹੜਾ ਸਮਝੌਤਾ ਹੋ ਸਕਦਾ ਪਾਰਟੀਆਂ ਦਾ, ਇਸ ਨੂੰ ਕੇਸ ਨੂੰ ਅੱਗੇ ਵਧਾਉਣ ਦੀ ਬਜਾਏ ਇਸ ਨੂੰ ਸਮਝੌਤੇ ਰਾਹੀਂ, ਮਤਲਬ ਕਹਿਣ ਦਾ ਭਾਵ ਹੈ ਵੀ ਸਰਕਾਰ ਦੀ ਮੈਕਸਿਮਮ ਕੋਸ਼ਿਸ਼ ਹੈ ਵੀ ਤੁਸੀਂ ਵੱਧ ਤੋਂ ਵੱਧ ਤਕਸੀਮਾਂ ਕਰੋ, ਵੱਧ ਤੋਂ ਵੱਧ ਤਕਸੀਮਾਂ ਕਰੋ, ਲੋਕਾਂ ਨੂੰ ਸੁਝਾਅ ਬੁਝਾ ਕੇ ਦੇਖੋ ਐਂਡ ਵਿੱਚ ਆ ਕੇ ਜੇ 10 ਸਾਲ ਕੇਸ ਚੱਲਦਾ ਰਹੇ, ਸਾਡਾ ਵੀ ਪ੍ਰੈਕਟੀਕਲ ਤਜਰਬਾ ਰਿਹਾ, ਐਂਡ ਦੇ ਵਿੱਚ ਆ ਕੇ ਸਮਝੌਤਾ ਰਾਹੀਂ ਫੈਸਲਾ ਹੁੰਦਾ ਹੈ। ਜੇ ਕਿਸੇ ਕੋਲ ਕਿੱਲਾ ਜ਼ਮੀਨ ਜ਼ਿਆਦਾ ਹੁੰਦੀ ਹੈ, ਠੀਕ ਹੈ, ਉਹ ਛੱਡਣੀ ਨਹੀਂ ਚਾਹੁੰਦਾ, ਦੂਜੇ ਖਹਿੜਾ ਨਹੀਂ ਛੱਡਣਾ ਚਾਹੁੰਦੇ, ਅਖੀਰ ਤੇ ਆ ਕੇ ਪਿੰਡ ਦੇ ਲੋਕ ਸਾਂਝੇ ਮਿਲ ਕੇ ਉਹ ਭਾਈ ਚੱਲ ਤੂੰ ਤੇਰੇ ਕੋਲ ਕਿੱਲਾ ਵੱਧ ਹੈ, ਤੂੰ ਅੱਧਾ ਕਿੱਲਾ ਇਹਨਾਂ ਨੂੰ ਦੇ ਦੇ, ਅੱਧਾ ਕਿੱਲਾ ਤੂੰ ਰੱਖ ਲੈ, ਜਾਂ 2 ਕਿੱਲਾ ਤੂੰ ਰੱਖ ਲੈ, ਬਾਕੀ ਇਹਨਾਂ ਨੂੰ ਦੇ ਦੇ, ਸਮਝੌਤੇ ਤੇ ਆ ਕੇ ਕੇਸ ਨਿਬੜਦਾ। ਅਖੀਰ ਆ ਕੇ ਪਾਰਟੀਸ਼ਨ ਤਕਸੀਮ ਜਿਹੜੀ ਹੁੰਦੀ ਹੈ ਏਦਾਂ ਨਿਬੜਦੀ ਹੈ। ਇਸੇ ਕਰਕੇ ਸਰਕਾਰ ਨੇ ਉਸ ਗੱਲ ਨੂੰ ਵਿੱਚ ਜੋੜਨ ਦੀ ਲਈ, ਤਕਸੀਮਾਂ ਦੇ ਫੈਸਲੇ ਕਰਾਉਣ ਦੇ ਲਈ ਲੋਕਾਂ ਨੂੰ ਵਿੱਚ ਸਮਝੌਤੇ ਦੀ ਜਿਹੜੀ ਕਲੌਜ਼ ਹੈ ਇਹ 115A ਇਨਸਰਟ ਕੀਤੀ ਹੈ ਵੀ ਰੈਵਨਿਊ ਆਫਿਸਰ ਵੀ ਕੋਸ਼ਿਸ਼ ਕਰੇ ਵੀ ਪਾਰਟੀਆਂ ਦਾ ਸਮਝੌਤਾ ਹੋ ਸਕੇ, ਠੀਕ ਹੈ। ਫਿਰ ਕੀ ਹੋਏਗਾ, ਜੇਕਰ ਲਿਖਤੀ ਡੀਡ ਰਾਹੀਂ ਧਿਰਾਂ ਵਿਚਕਾਰ ਸਮਝੌਤਾ ਹੋ ਜਾਵੇ ਤਾਂ ਮਾਲ ਅਧਿਕਾਰੀ ਉਸ ਡੀਡ ਮੁਤਾਬਕ ਹੁਕਮ ਪਾਸ ਕਰ ਦੇਵੇਗਾ। ਮਾਲ ਅਧਿਕਾਰੀ ਵੱਲੋਂ ਪਾਸ ਕੀਤੀ ਗਈ ਹੁਕਮ ਅੰਤਮ ਹੋਣਗੇ, ਫਿਰ ਹੁਕਮਾਂ ਮੁਤਾਬਕ ਹੀ ਸਨਦ ਤਕਸੀਮ ਜਾਰੀ ਕੀਤੀ ਜਾਵੇਗੀ। ਮਤਲਬ ਅਸੀਂ ਕੋਈ ਪ੍ਰੋਸੀਡਿੰਗ ਨਹੀਂ ਕੀਤੀ ਇਹਦੇ ਵਿੱਚ, ਨਾ ਅਸੀਂ ਤਰੀਕਾ ਤਕਸੀਮ, ਨਾ ਕੋਈ ਕੁਐਸਚਨ ਆਫ ਟਾਈਟਲ, ਨਾ ਮੋਡ ਆਫ ਪਾਰਟੀਸ਼ਨ, ਨਾ ਇਤਰਾਜ਼, ਨਾ ਨਕਸ਼ਾ ਊੜਾ, ਨਕਸ਼ਾ ਆੜਾ, ਨਾ ਨਕਸ਼ਾ ਆਈਡੀ, ਕੁਝ ਨਹੀਂ ਬਣਾਇਆ ਹੈਗਾ। ਰੈਵਨਿਊ ਆਫਿਸਰ ਨੇ ਤੇਰਾ ਦਾ ਸਮਝੌਤਾ ਕਰਾਤਾ, ਸਮਝੌਤੇ ਦੇ ਮੁਤਾਬਕ ਤੇਰਾ ਨੇ ਐਗਰੀਮੈਂਟ ਦਿੱਤਾ, ਐਗਰੀਮੈਂਟ ਦੇ ਮੁਤਾਬਕ ਹੀ ਸਨਦ ਤਕਸੀਮ ਜਾਰੀ ਕਰ ਦਿੱਤੀ, ਸਨਦ ਤਕਸੀਮ ਦੇ ਮੁਤਾਬਕ ਹੀ ਇੰਤਕਾਲ ਹੈ ਜੀ। ਇਹਦੀ ਅਪੀਲ ਕਿਵੇਂ ਹੋਏਗੀ, ਇਹਦਾ ਧਿਰਾਂ ਦਾ ਸਮਝੌਤਾ ਹੈ ਆਪਸ 'ਚ, ਹਾਂ, ਇਹਦੀ ਅਪੀਲ ਕਿਵੇਂ ਹੋਏਗੀ, ਇਹਦਾ ਸਮਝੌਤਾ ਹੈ ਧਿਰਾਂ ਦਾ। ਜੇਕਰ ਫਿਰ ਅੱਗੇ ਨੰਬਰ 2 ਹੈ 26/1/5 174 ਪੇਜ ਤੇ, ਜੇਕਰ ਪੰਜਾਬ ਲੈਂਡ ਰੈਵਨਿਊ ਐਕਟ 1887 ਧਾਰਾ 115 ਊੜਾ ਦੇ ਸਬਸੈਕਸ਼ਨ 1 ਅਧੀਨ ਸਮਝੌਤਾ ਨਾ ਹੋਵੇ, ਮੰਨ ਲਓ ਸਮਝੌਤਾ ਨਹੀਂ ਹੁੰਦਾ, ਰੈਵਨਿਊ ਆਫਿਸਰ ਨੇ ਕੋਸ਼ਿਸ਼ ਕਰ ਲਈ, ਠੀਕ ਹੈ, ਮੈਡੀਏਸ਼ਨ ਕਰਕੇ ਦੇਖ ਲਈ, ਨੰਬਰਦਾਰ ਸਰਪੰਚ ਨੂੰ ਜ਼ੋਰ ਲਾ ਕੇ ਦੇਖ ਲਿਆ, ਸਮਝੌਤਾ ਨਹੀਂ ਹੋਇਆ, ਫਿਰ ਐਪਲੀਕੇਸ਼ਨ ਦਾ ਪਾਰਟੀਸ਼ਨ ਤਾਂ ਫਾਈਲ ਹੋ ਚੁੱਕੀ ਨਾ ਸਾਡੇ ਕੋਲੇ, ਤਾਂ ਮਾਲ ਅਧਿਕਾਰੀ ਧਿਰਾਂ ਨੂੰ ਸੁਣਨ ਉਪਰੰਤ 4 ਤੋਂ 6 ਮਹੀਨਿਆਂ ਦੇ ਵਿੱਚ ਮੈਰਿਟ ਦੇ ਆਧਾਰ ਤੇ ਫੈਸਲਾ ਕਰੇਗਾ। ਫਿਰ ਅਸੀਂ ਉਹੀ ਪ੍ਰੋਸੈਸ ਅਡਾਪਟ ਕਰਾਂਗੇ ਆਪਣਾ ਜਿਹੜਾ ਰੂਟੀਨ 'ਚ ਕਰਦੇ ਹਾਂ, ਠੀਕ ਹੈ ਜੀ। ਅੱਗੇ ਫਿਰ ਕੀ ਹੈ, ਦਰਖਾਸਤ ਨੂੰ ਮਨਜ਼ੂਰ ਕਰਨਾ, ਧਾਰਾ 116, ਜੇਕਰ ਪੰਜਾਬ ਲੈਂਡ ਰੈਵਨਿਊ ਐਕਟ 87 ਦੀ ਧਾਰਾ 115 ਅਧੀਨ ਮਾਲ ਅਧਿਕਾਰੀ ਵੱਲੋਂ ਤਕਸੀਮ ਦੀ ਦਰਖਾਸਤ ਰੱਦ ਨਾ ਕੀਤੀ ਗਈ ਹੋਵੇ ਤਾਂ ਨਿਮਨਲਿਖਤ ਨੁਕਤਿਆਂ ਬਾਰੇ ਨਿਰਣਾ ਲਿਆ ਜਾਵੇਗਾ। ਕਿਹੜੇ, ਕੀ ਤਕਸੀਮ ਅਧੀਨ ਅਰਾਜੀ ਦੀ ਮਾਲਕੀ ਸੰਬੰਧੀ ਧਿਰਾਂ ਵਿਚਕਾਰ ਕੋਈ ਝਗੜਾ ਹੈ ਜਾਂ ਨਹੀਂ, ਕੁਐਸਚਨ ਆਫ ਟਾਈਟਲ ਦੀ ਗੱਲ ਕਰ ਲਈ ਇੱਥੇ, ਸੈਕਸ਼ਨ 116 ਆ ਗਿਆ ਜੀ, ਠੀਕ ਹੈ। ਜਾਂ ਕੀ ਤਕਸੀਮ ਅਧੀਨ ਜ਼ਮੀਨ ਦੇ ਤਰੀਕਾ ਤਕਸੀਮ 'ਚ ਕੋਈ ਝਗੜਾ ਹੈ। ਹੁਣ ਕੀ ਦੇਖਿਆ ਜਾਏਗਾ 116 'ਚ ਕੀ ਹੈ, 2 ਪੁਆਇੰਟ ਨੇ ਰੈਵਨਿਊ ਆਫਿਸਰ ਸਾਹਮਣੇ, ਕਿ ਓਨਰਸ਼ਿਪ ਨੂੰ ਲੈ ਕੇ ਕੋਈ ਡਿਸਪਿਊਟ ਹੈ ਪਾਰਟੀਆਂ ਦਾ ਖੇਵੜ ਦੇ ਵਿੱਚ, ਕਿਸੇ ਦੇ ਕੋਈ ਹਿੱਸੇ ਨੂੰ ਲੈ ਕੇ ਡਿਸਪਿਊਟ ਹੈਗਾ। ਮੰਨ ਲਓ ਜਿਵੇਂ ਹੁਣ ਕਿਸੇ ਬੰਦੇ ਨੇ ਜ਼ਮੀਨ ਤਾਂ ਖਰੀਦੀ ਸੀਗੀ, ਕੋਈ ਪਰਚੇਜ਼ਰ ਵੀ ਵਿੱਚ ਹੈਗਾ ਇਹਦੇ ਸ਼ੇਅਰ ਹੋਲਡਰ ਖੇਵੜ ਦੇ ਵਿੱਚ, ਅਗਲੇ ਨੇ ਜ਼ਮੀਨ ਤਾਂ ਖਰੀਦੀ ਸੀ 4 ਕਿੱਲੇ, ਇੰਤਕਾਲ ਹੋਣ ਵੇਲੇ ਗਲਤੀ ਨਾਲ 3 ਕਿੱਲੇ ਦਾ ਇੰਤਕਾਲ ਹੋ ਗਿਆ। ਰੈਵਨਿਊ ਆਫਿਸਰ ਦਾ ਪਤਾ ਹੈ ਨਾ ਵੀ ਇਹ 4 ਕਿੱਲੇ ਦਾ ਮਾਲਕ ਹੈ, ਬੇਸ਼ੱਕ 3 ਕਿੱਲੇ ਦਾ ਇੰਤਕਾਲ ਹੋਣ ਦੇ ਨਾਲ ਇਹ ਜਿਹੜੀ ਖੇਵੜ ਦੀ ਜਿਹਦਾ ਸ਼ੇਅਰ ਘਟ ਗਿਆ, ਠੀਕ ਹੈ। ਆਪਾਂ ਦੇਖਦੇ ਹਾਂ, ਸਾਨੂੰ ਨੌਲੇਜ ਹੈ ਇਸ ਗੱਲ ਦੀ ਵੀ ਹਾਂ ਇਹ ਗਲਤੀ ਹੋਈ ਲੱਗੀ ਵੀ ਹੈ ਰਿਕਾਰਡ ਦੇ ਵਿੱਚ, ਤੇ ਜਿਹੜਾ ਇਹਦਾ ਸ਼ੇਅਰ ਹੈ ਪਹਿਲਾਂ ਉਹ ਠੀਕ ਹੋਣਾ ਚਾਹੀਦਾ ਹੈ, ਫਿਰ ਹੀ ਪਾਰਟੀਸ਼ਨ ਹੋਣੀ ਵਾਜਬ ਹੈਗੀ ਹੈ। ਇਹ ਕੁਐਸਚਨ ਆਫ ਟਾਈਟਲ ਇਹਨੂੰ ਕਹਿੰਦੇ ਅਸੀਂ, ਜਦੋਂ ਮਾਲਕੀ ਦਾ ਕੋਈ ਡਿਸਪਿਊਟ ਕ੍ਰੀਏਟ ਹੋਵੇ ਯਾਰ ਸਾਨੂੰ ਲੱਗਦਾ ਹੋਵੇ ਵਾਕਈ ਡਿਸਪਿਊਟ ਹੈਗਾ, ਫਿਰ ਸਾਨੂੰ ਰੈਵਨਿਊ ਆਫਿਸਰ ਨੂੰ ਪਹਿਲਾਂ ਡਿਸਪਿਊਟ ਕਰਨ ਦਾ ਫੈਸਲਾ ਕਰਨਾ ਚਾਹੀਦਾ ਹੈ। ਚਲੋ ਇਹ 2 ਪੁਆਇੰਟ ਨੇ ਜਿਹੜੇ ਅਸੀਂ ਦੇਖਣੇ ਨੇ, ਕਿਹੜੇ ਕਿਹੜੇ, ਕੀ ਤਕਸੀਮ ਅਧੀਨ ਰਾਜੀ ਦੀ ਮਾਲਕੀ ਸੰਬੰਧੀ ਧਿਰਾਂ ਵਿਚਕਾਰ ਕੋਈ ਝਗੜਾ ਹੈ ਜਾਂ ਨਹੀਂ। ਫਿਰ ਕਿਹੜਾ, ਕੀ ਤਕਸੀਮ ਅਧੀਨ ਜ਼ਮੀਨ ਦੇ ਤਰੀਕਾ ਤਕਸੀਮ ਦੇ ਵਿੱਚ ਕੋਈ ਝਗੜਾ ਹੈ ਜਾਂ ਨਹੀਂ, ਠੀਕ ਹੈ। ਇਹ 2 ਪੁਆਇੰਟ ਦਾ ਜਿਹੜਾ ਨਿਪਟਾਰਾ ਹੈ ਇਹ ਪਹਿਲਾਂ ਕਰਨਾ ਹੋਏਗਾ ਸਾਨੂੰ, ਫਿਰ ਅਸੀਂ ਅੱਗੇ ਫਰਦਰ ਤਕਸੀਮ ਦੀ ਜਿਹੜੀ ਕਾਰਵਾਈ ਆਰੰਭ ਕਰਾਂਗੇ।
ਹੁਣ ਆ ਗਈ ਗੱਲ ਕੁਐਸਚਨ ਆਫ ਟਾਈਟਲ ਦਾ ਨਿਪਟਾਰਾ ਕਿਵੇਂ ਕੀਤਾ ਜਾਏਗਾ। ਠੀਕ ਹੈ, ਕੁਐਸਚਨ ਆਫ ਟਾਈਟਲ ਦਾ ਨਿਪਟਾਰਾ ਕਰਨਾ ਬਹੁਤ ਜ਼ਰੂਰੀ ਹੈ। ਇਹ ਜਿਹੜੀ ਪੰਜਾਬੀ ਦੀ ਬੁੱਕ ਹੈ ਤੁਸੀਂ ਪੜ੍ਹੋਗੇ 26/1/7 ਮਾਲਕੀ ਸੰਬੰਧੀ ਝਗੜੇ ਦਾ ਨਿਪਟਾਰਾ, ਡਿਸਪੋਜ਼ਲ ਆਫ ਕੁਐਸਚਨ ਆਫ ਟਾਈਟਲ, ਧਾਰਾ 117 ਪੰਜਾਬ ਲੈਂਡ ਰੈਵਨਿਊ ਐਕਟ ਧਾਰਾ 117 ਦੀ ਸਬਸੈਕਸ਼ਨ 1 ਅਨੁਸਾਰ ਜੇਕਰ ਜ਼ਮੀਨ ਦੀ ਮਾਲਕੀ ਸੰਬੰਧੀ ਕੋਈ ਝਗੜਾ ਨਾ ਹੋਵੇ ਤਾਂ ਤਕਸੀਮ ਦੀ ਕਾਰਵਾਈ ਆਰੰਭ ਕੀਤੀ ਜਾਂਦੀ ਹੈ। ਠੀਕ ਹੈ ਜੀ, ਪਰੰਤੂ ਜੇਕਰ ਕੋਈ ਧਿਰਾਂ ਇਹ ਸਾਬਤ ਨਾ ਕਰ ਦੇਵੇ ਕਿ ਜ਼ਮੀਨ ਦੀ ਮਾਲਕੀ ਨੂੰ ਲੈ ਕੇ ਧਿਰਾਂ ਵਿਚਕਾਰ ਝਗੜਾ ਹੈ ਅਤੇ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ ਤਾਂ ਅਜਿਹੀ ਸਥਿਤੀ ਦੇ ਵਿੱਚ ਜਦੋਂ ਤੱਕ ਮਾਲਕੀ ਸੰਬੰਧੀ ਚੱਲ ਰਹੇ ਕੇਸ ਦਾ ਫੈਸਲਾ ਨਹੀਂ ਹੋ ਜਾਂਦਾ ਉਦੋਂ ਤੱਕ ਤਕਸੀਮ ਦਾ ਕੇਸ ਪੈਂਡਿੰਗ ਰੱਖਿਆ ਜਾਂਦਾ ਹੈ। ਕੇਸ ਦੇ ਨਿਪਟਾਰੇ ਤੋਂ ਬਾਅਦ ਹੀ ਤਕਸੀਮ ਦੀ ਕਾਰਵਾਈ ਆਰੰਭ ਕੀਤੀ ਜਾਂਦੀ ਹੈ। ਫਿਰ 117 ਦੀ ਸਬਸੈਕਸ਼ਨ 2 ਕੀ ਕਹਿੰਦੀ ਹੈ, ਜੇਕਰ ਮਾਲ ਅਧਿਕਾਰੀ ਵੱਲੋਂ ਮਾਲਕੀ ਸੰਬੰਧੀ ਖੁਦ ਫੈਸਲਾ ਕੀਤਾ ਜਾਂਦਾ ਹੈ ਤਾਂ ਹੇਠ ਲਿਖੇ ਨਿਯਮ ਅਪਣਾਏ ਜਾਣਗੇ। ਮੰਨ ਲਓ ਕੁਐਸਚਨ ਆਫ ਟਾਈਟਲ ਇਨਵੋਲਵ ਹੈ, ਮਾਲਕੀ ਸੰਬੰਧੀ ਕੋਈ ਡਿਸਪਿਊਟ ਹੈ ਖੇਵੜ ਦੇ ਵਿੱਚ ਧਿਰਾਂ ਦੇ ਵਿਚਕਾਰ, ਤਾਂ ਰੈਵਨਿਊ ਆਫੀਸਰ ਜੇ ਤਾਂ ਕੋਈ ਰੈਵਨਿਊ ਕੋਡ ਦਾ ਨਾਲ ਸੰਬੰਧਿਤ ਕੇਸ ਹੈ ਤਾਂ ਰੈਵਨਿਊ ਆਫੀਸਰ ਨੂੰ ਆਪ ਡਿਸਾਈਡ ਕਰ ਸਕਦਾ ਐਜ਼ ਏ ਟੈਨੈਂਸੀ ਕੋਰਟ, ਐਜ਼ ਏ ਰੈਵਨਿਊ ਆਫੀਸਰ। ਪਰ ਜੇਕਰ ਜਿਹੜਾ ਕੋਈ ਮਾਮਲਾ ਇਦਾਂ ਦਾ ਹੈ ਵੀ ਉਹ ਸਿਵਲ ਕੋਰਟ ਨੇ ਡਿਸਾਈਡ ਕਰਨਾ ਹੈ ਤਾਂ ਵੀ ਰੈਵਨਿਊ ਆਫੀਸਰ ਉਸ ਕੇਸ ਨੂੰ ਆਪ ਫੈਸਲਾ ਕਰ ਸਕਦਾ ਹੈ ਐਜ਼ ਏ ਸਿਵਲ ਕੋਰਟ। ਜਦੋਂ ਮਾਲ ਅਧਿਕਾਰੀ ਨੇ ਇਦਾਂ ਦਾ ਕੋਈ ਕੇਸ ਦਾ ਡਿਸਾਈਡ ਕਰਨਾ ਹੈ ਤਾਂ ਉਹ ਐਜ਼ ਏ ਸਬਆਰਡੀਨੇਟ ਜੱਜ ਦੀਆਂ ਪਾਵਰਸ ਉਹਦੇ ਕੋਲੇ ਹੋਣਗੀਆਂ, ਮਾਲ ਅਧਿਕਾਰੀ ਕੋਲੇ ਐਜ਼ ਏ ਸਬਆਰਡੀਨੇਟ ਜੱਜ। ਜਦੋਂ ਮਾਲ ਅਧਿਕਾਰੀ ਫੈਸਲਾ ਕਰੇਗਾ ਤਾਂ ਜਿਹੜੀ ਉਹਦੀ ਅਪੀਲ ਹੈਗੀ ਹੈ, ਉਹਦੀ ਪ੍ਰੋਸੀਡਿੰਗਸ ਹੈਗੀਆਂ ਨੇ, ਉਹ ਐਜ਼ ਏ ਸਿਵਲ ਕੋਰਟ ਪ੍ਰੋਸੀਡਿੰਗ ਸਟਾਰਟ ਹੋਣਗੀਆਂ। ਐਪਲੀਕੇਸ਼ਨ ਲਈ ਜਾਏਗੀ, ਯਾਨੀ ਕਿ ਪਲੇਂਟ ਲਈ ਜਾਏਗੀ, ਪਲੇਂਟ ਇੱਥੇ ਪਲੇਂਟ ਬਣ ਜਾਏਗੀ, ਐਪਲੀਕੇਸ਼ਨ ਹੀ ਬਣੇਗੀ, ਇੱਥੇ ਬਣੇਗੀ ਪਲੇਂਟ ਲਈ ਜਾਏਗੀ ਪਾਰਟੀਆਂ ਤੋਂ, ਦੂਜੀਆਂ ਪਾਰਟੀ ਤੋਂ ਜਵਾਬ ਲਿਆ ਜਾਏਗਾ। ਠੀਕ ਹੈ, ਫਿਰ ਉਹਦੇ ਜਿਹੜੇ ਇਸ਼ੂ ਫਰੇਮ ਹੋਣਗੇ, ਇਸ਼ੂਆਂ ਦੇ ਉੱਪਰ ਫਿਰ ਪਾਰਟੀਆਂ ਵੱਲੋਂ ਆਰਗੂਮੈਂਟਸ ਹੋਏਗੇ, ਆਰਗੂਮੈਂਟਸ ਹੋਣ ਤੋਂ ਬਾਅਦ ਓਰਲ ਆਰਗੂਮੈਂਟ ਹੋਏਗੀ, ਰਿਟਨ ਆਰਗੂਮੈਂਟ ਹੋਏਗੀ, ਫਿਰ ਉਹਦਾ ਡਿਸੀਜਨ ਹੋਏਗਾ। ਜਿਹੜਾ ਡਿਸੀਜਨ ਰੈਵਨਿਊ ਆਫੀਸਰ ਨੇ ਦਿੱਤਾ ਹੈ ਐਜ਼ ਏ ਸਿਵਲ ਕੋਰਟ, ਉਹ ਡਿਸੀਜਨ ਡਿਗਰੀ ਪਾਸ ਕਰੇਗਾ ਤੇ ਜਜਮੈਂਟ ਵੀ ਪਾਸ ਕਰੇਗਾ ਆਪਣੇ ਵੱਲੋਂ। ਜਿਵੇਂ ਸਿਵਲ ਕੋਰਟ ਡਿਗਰੀ ਪਾਸ ਕਰਦੇ ਨੇ, ਰੈਵਨਿਊ ਅਧਿਕਾਰੀ ਵੱਲੋਂ ਵੀ ਡਿਗਰੀ ਪਾਸ ਕੀਤੀ ਜਾਵੇਗੀ, ਜਜਮੈਂਟ ਪਾਸ ਕੀਤੀ ਜਾਵੇਗੀ ਐਜ਼ ਏ ਸਬਆਰਡੀਨੇਟ ਕੋਰਟ। ਫਿਰ ਇਹ ਜਿਹੜਾ ਫੈਸਲਾ ਰੈਵਨਿਊ ਆਫੀਸਰ ਵੱਲੋਂ ਹੋਏਗਾ, ਜਿਹੜੀ ਇਹਦੀ ਅਪੀਲ ਹੈ ਉਹ ਸੈਸ਼ਨ ਕੋਰਟ 'ਚ ਫਾਈਲ ਹੋਏਗੀ। ਰੈਵਨਿਊ ਕੋਰਟ ਜਿਵੇਂ ਕਿ ਕਲੈਕਟਰ ਦੇ ਜਾਂ ਕਮਿਸ਼ਨਰ ਦੇ ਇਹਦੀ ਅਪੀਲ ਨਹੀਂ ਜਾਂਦੀ ਇੱਦਾਂ ਦੇ ਕੇਸ ਦੇ ਵਿੱਚ, ਸੈਸ਼ਨ ਕੋਰਟ ਕੋਲੇ ਅਪੀਲ ਫਾਈਲ ਹੋਏਗੀ। ਤੇ ਜੇ ਸੈਸ਼ਨ ਕੋਰਟ ਕੋਈ ਫੈਸਲਾ ਕਰਦੀ ਹੈ ਉਸ ਤੁਹਾਡੀ ਡਿਗਰੀ ਪਾਸ ਕੀਤੀ ਹੋਈ ਡਿਗਰੀ ਦੇ ਸੰਬੰਧ ਵਿੱਚ, ਸੈਸ਼ਨ ਕੋਰਟ ਦੇ ਫੈਸਲੇ ਦੀ ਜਿਹੜੀ ਅਪੀਲ ਹੈ ਉਹ ਹਾਈ ਕੋਰਟ ਜਾਏਗੀ। ਮਤਲਬ ਜੇ ਹਾਈ ਕੋਰਟ ਜਾਂ ਸੈਸ਼ਨ ਕੋਰਟ ਉਸ ਤੁਹਾਡੇ ਫੈਸਲੇ ਪਰ ਸਟੇ ਕਰਦੀ ਹੈ ਤਾਂ ਉਹਦੀ ਜਿਹੜੀਆਂ ਪ੍ਰੋਸੀਡਿੰਗਸ ਨੇ ਉਹਦੀਆਂ ਪਾਰਟੀਸ਼ਨ ਦੀਆਂ, ਉਹ ਉੱਥੇ ਸਟੇ ਸਮਝੀਆਂ ਜਾਣਗੀਆਂ, ਅੱਗੇ ਫਰਦਰ ਮੂਵ ਨਹੀਂ ਕਰੋਗੇ, ਤੁਸੀਂ ਪ੍ਰੋਸੀਡ ਨਹੀਂ ਕਰੋਗੇ ਫਰਦਰ। ਠੀਕ ਹੈ ਜੀ, ਮੈਂ ਦੁਬਾਰਾ ਪੜ੍ਹ ਕੇ ਸੁਣਾ ਦੇਣਾ। ਜੇਕਰ ਮਾਲ ਅਧਿਕਾਰੀ ਵੱਲੋਂ ਮਾਲਕੀ ਸੰਬੰਧੀ ਖੁਦ ਫੈਸਲਾ ਕੀਤਾ ਜਾਂਦਾ ਹੋਵੇ ਤਾਂ ਹੇਠ ਲਿਖੇ ਨਿਯਮ ਅਪਣਾਏ ਜਾਣਗੇ। ਕਿਹੜੇ? 174 ਪੇਜ ਪੜ੍ਹ ਰਹੇ ਹਾਂ ਜੀ, 174 ਪੇਜ। ਜੇਕਰ ਝਗੜਾ ਮਾਲ ਅਦਾਲਤ ਦੇ ਅਧਿਕਾਰ ਖੇਤਰ ਦਾ ਹੋਵੇ ਤਾਂ ਮਾਲ ਅਧਿਕਾਰੀ ਵੱਲੋਂ ਪੰਜਾਬ ਟੈਨੈਂਸੀ ਐਕਟ 1887 ਦੇ ਅਧੀਨ ਮਾਲ ਅਦਾਲਤ ਵੱਲੋਂ ਫੈਸਲਾ ਕੀਤਾ ਜਾਵੇਗਾ। ਦੋ ਤਰ੍ਹਾਂ ਦੇ ਫੈਸਲੇ ਹੋਏ, ਇੱਕ ਮਾਲ ਅਧਿਕਾਰੀ ਦਾ, ਇੱਕ ਸਿਵਲ ਦੀਵਾਨੀ ਅਦਾਲਤ ਦਾ। ਪਹਿਲਾ ਜਿਹੜਾ ਹੈਗਾ ਪਾਰਟ ਉਹ ਮਾਲ ਅਧਿਕਾਰੀ ਦਾ ਹੈ, ਮਤਲਬ ਕੋਈ ਜਿਹੜਾ ਹੈਗਾ ਕੋਈ ਟੈਨੈਂਸੀ ਦੇ ਸੰਬੰਧ ਵਿੱਚ, ਕੋਈ ਰੈਂਟ ਦੇ ਸੰਬੰਧ ਵਿੱਚ ਕੋਈ ਇਦਾਂ ਦਾ ਕੋਈ ਡਿਸਪਿਊਟ ਹੋਵੇ ਜਾਂ ਕਿਸ ਦਾ ਫਰਜ਼ ਬਦਲਮਨੀ ਹੋਵੇ, ਕੋਈ ਇੰਤਕਾਲ ਦੀ ਤਰਮੀਮ ਹੋਣੀ ਹੋਵੇ, ਕੋਈ ਸਿਹਤ ਇੰਤਕਾਲ ਹੋਣਾ ਹੋਵੇ, ਠੀਕ ਹੈ, ਉਹਦਾ ਤੁਸੀਂ ਐਜ ਏ ਰੈਵਨਿਊ ਕੋਰਟ ਫੈਸਲਾ ਕਰ ਦੋਗੇ। ਠੀਕ ਹੈ। ਦੂਜਾ ਆ ਗਿਆ, ਜੇ ਸਿਵਲ ਕੋਰਟ ਦੇ ਖੇਤਰ ਦਾ ਫੈਸਲਾ ਹੋਵੇ ਤਾਂ ਸਿਵਲ ਕੋਰਟ 'ਚ ਵੀ ਕੇਸ ਤੁਸੀਂ ਭੇਜ ਸਕਦੇ ਹੋ, ਵੀ ਸਿਵਲ ਕੋਰਟ 'ਚੋਂ ਫੈਸਲਾ ਕਰਾ ਕੇ ਲੈ ਕੇ ਆਓ, ਜਾਂ ਫਿਰ ਤੁਸੀਂ ਐਜ ਏ ਸਿਵਲ ਕੋਰਟ ਵੀ ਕੇਸ ਨੂੰ ਡੀਲ ਕਰ ਸਕਦੇ ਹੋ। ਜੇਕਰ ਝਗੜਾ ਦੀਵਾਨੀ ਅਦਾਲਤ ਦੇ ਅਧਿਕਾਰ ਖੇਤਰ ਦਾ ਹੋਵੇ ਤਾਂ ਮਾਲ ਅਧਿਕਾਰੀ ਵੱਲੋਂ ਦੀਵਾਨੀ ਅਦਾਲਤ ਵਜੋਂ ਸਿਵਲ ਪ੍ਰੋਸੀਜਰ ਕੋਡ 908 ਅਧੀਨ ਜੀ। ਹਾਂਜੀ ਹਾਂ, ਉਹ ਆਪੇ ਖਤਮ ਹੋ ਗਿਆ। ਉਹ ਤਾਂ ਦੇਖੋ ਮੈਂ ਉਹੀ ਗੱਲ ਕਰ ਰਿਹਾ ਵੀ ਜਿਹੜੀਆਂ ਇਹ ਹੈਗੀਆਂ ਨੇ ਸੈਕਸ਼ਨਸ ਇੰਟਰਲਿੰਕਡ ਨੇ। ਜਿਹਦੀ 100 ਜੇ ਜੜੀ ਕੱਟੀ
ਜੇ ਜੜ ਹੀ ਖਤਮ ਹੋ ਗਈ ਤਾਂ ਬਾਕੀ ਧਾਰਾਵਾਂ ਸਾਰੀਆਂ ਉਹਦੇ ਤੇ ਉਦਾਂ ਹੀ ਲਾਗੂ ਹੋ ਜਾਂਦੀਆਂ ਨੇ। 110 ਦੇ ਵਿੱਚ ਹੀ ਖਤਮ ਕਰਤਾ ਸੀ ਟੈਨੈਂਟ ਨੂੰ, ਠੀਕ ਹੈ। ਕੋਈ ਹੋਰ ਓਨਰਸ਼ਿਪ ਦਾ ਡਿਸਪਿਊਟ ਰਹਿ ਜਾਂਦਾ, ਮਾਲਕਾਂ ਦੇ ਹਿੱਸੇ ਦਾ ਕੋਈ ਡਿਸਪਿਊਟ ਰਹਿੰਦਾ, ਕੋਈ ਫਰਦ ਬਣਨੀ ਹੈ, ਕੋਈ ਇੰਤਕਾਲ ਦੀ ਸੇਧ ਹੋਣੀ ਹੈ, ਉਹ ਤਾਂ ਰੈਵਨਿਊ ਕੋਰਟ ਦਾ ਕੰਮ ਹੈ ਨਾ ਜੀ, ਉਹ ਤਾਂ ਅਸੀਂ ਆਪਣੇ ਪੱਧਰ ਤੇ ਕਰ ਹੀ ਲੈਣਾ। ਜੇ ਕੋਈ ਦੀਵਾਨੀ ਅਦਾਲਤ ਦਾ ਕੇਸ ਦਾ ਫੈਸਲਾ ਹੋਵੇ, ਦੀਵਾਨੀ ਅਦਾਲਤ ਦੇ ਪੱਧਰ ਦਾ ਕੰਮ ਹੋਵੇ, ਤਾਂ ਵੀ ਅਸੀਂ ਦੀਵਾਨੀ ਕੋਰਟ 'ਚ ਵੀ ਭੇਜ ਸਕਦੇ ਹਾਂ ਵਿਅਕਤੀ ਨੂੰ। ਅਸੀਂ ਐਜ਼ ਏ ਦੀਵਾਨੀ ਕੋਰਟ, ਅਸੀਂ ਖੁਦ ਵੀ ਐਜ਼ ਏ ਦੀਵਾਨੀ ਕੋਰਟ ਕੇਸ ਨੂੰ ਜਿਹੜਾ ਹੈਗਾ ਪ੍ਰੋਸੀਡਿੰਗ ਸਟਾਰਟ ਕਰ ਸਕਦੇ ਹਾਂ। ਮੈਂ ਇੱਥੇ ਉਹੀ ਕਹਿ ਰਿਹਾ, ਪੁਆਇੰਟ 2 ਦੇ ਵਿੱਚ ਕੀ ਹੈ, ਜੇਕਰ ਝਗੜਾ ਦੀਵਾਨੀ ਅਦਾਲਤ ਦੇ ਅਧਿਕਾਰ ਖੇਤਰ ਦਾ ਹੋਵੇ ਤਾਂ ਮਾਲ ਅਧਿਕਾਰੀ ਵੱਲੋਂ ਦੀਵਾਨੀ ਅਦਾਲਤ ਵਜੋਂ ਸਿਵਲ ਪ੍ਰੋਸੀਜਰ ਕੋਡ 1908 ਅਧੀਨ ਟ੍ਰਾਇਲ ਉਪਰੰਤ ਜੱਜਮੈਂਟ ਅਤੇ ਡਿਗਰੀ ਪਾਸ ਕੀਤੀ ਜਾਵੇਗੀ, ਠੀਕ ਹੈ ਜੀ। ਜੱਜਮੈਂਟ ਪਾਸ ਹੋਏਗੀ, ਡਿਗਰੀ ਪਾਸ ਹੋਏਗੀ। ਫਿਰ ਕੀ ਹੈ, ਉਪਬੰਧ ਆੜਾ ਅਧੀਨ ਪਾਸ ਕੀਤੀ ਗਈ ਡਿਗਰੀ ਸਬਆਰਡੀਨੇਟ ਜੱਜ ਵੱਲੋਂ ਅਸਲ ਕੇਸ ਵਿੱਚ ਪਾਸ ਕੀਤੀ ਗਈ ਡਿਗਰੀ ਦੀ ਤਰ੍ਹਾਂ ਹੀ ਅਪੀਲਯੋਗ ਹੋਵੇਗੀ। ਜਿਵੇਂ ਸਬਆਰਡੀਨੇਟ ਜੱਜ ਵੱਲੋਂ ਡਿਗਰੀ ਪਾਸ ਕੀਤੀ ਜਾਂਦੀ ਹੈ, ਉਹਦੀ ਅਪੀਲ ਜਿਵੇਂ ਉਹਦੀ ਅਪੀਲ ਲਾਈ ਕਰਦੀ ਹੈ, ਜਿਵੇਂ ਸੈਸ਼ਨ ਕੋਰਟ ਦੇ ਜਾਂਦੀ ਹੈ, ਉਦਾਂ ਹੀ ਲਾਈ ਕਰੇਗੀ ਇਹਦੀ ਵੀ ਅਪੀਲ। ਅਪੀਲ ਉਪਰੰਤ ਜ਼ਿਲ੍ਹਾ ਅਦਾਲਤ ਜਾਂ ਹਾਈ ਕੋਰਟ ਵੱਲੋਂ ਤਕਸੀਮ ਦੀ ਕਾਰਵਾਈ ਉੱਤੇ ਅਪੀਲ ਦੇ ਫੈਸਲੇ ਤੱਕ ਰੋਕ ਲਗਾਈ ਜਾ ਸਕਦੀ ਹੈ। ਅੱਗੇ ਪੁਆਇੰਟ ਹੈਗਾ, ਜ਼ਿਲ੍ਹਾ ਅਦਾਲਤ ਵੱਲੋਂ ਕੀਤੇ ਗਏ ਅਪੀਲ ਦੇ ਫੈਸਲੇ ਦੀ ਜੇਕਰ ਉਸ ਸਮੇਂ ਦਾ ਕਾਨੂੰਨ ਇਜਾਜ਼ਤ ਦੇਵੇ ਤਾਂ ਹਾਈ ਕੋਰਟ ਵਿੱਚ ਅਪੀਲ ਹੋ ਸਕਦੀ ਹੈ, ਠੀਕ ਹੈ ਜੀ। ਨੈਕਸਟ ਸੈਕਸ਼ਨ ਆ ਗਿਆ 118, ਮਾਲਕੀ ਜਾਂ ਤਰੀਕਾ ਤਕਸੀਮ ਸੰਬੰਧੀ ਝਗੜੇ ਦਾ ਫੈਸਲਾ, ਮੋਡ ਆਫ ਪਾਰਟੀਸ਼ਨ। ਮੋਡ ਆਫ ਪਾਰਟੀਸ਼ਨ ਦਾ ਕਿਵੇਂ ਡਿਸਾਈਡ ਕਰਨਾ ਅਸੀਂ? ਮੋਡ ਆਫ ਪਾਰਟੀਸ਼ਨ ਕੀ ਹੈ ਜੀ? ਇਹ ਹੈ ਜੀ 26.1.8, ਜਦੋਂ ਤਕਸੀਮ ਅਧੀਨ ਜ਼ਮੀਨ ਦੀ ਮਾਲਕੀ ਸੰਬੰਧੀ ਜਾਂ ਤਰੀਕਾ ਤਕਸੀਮ ਸੰਬੰਧੀ ਕੋਈ ਸਵਾਲ ਹੋਵੇ ਤਾਂ ਮਾਲ ਅਧਿਕਾਰੀ ਪੜਤਾਲ ਉਪਰੰਤ ਆਪਣੇ ਹੁਕਮ ਦੇ ਵਿੱਚ ਸਪਸ਼ਟ ਤੌਰ ਤੇ ਕਾਰਨ ਦੱਸਦੇ ਹੋਏ ਉਸ ਦਾ ਸਵਾਲ ਦਾ ਫੈਸਲਾ ਕਰੇਗਾ। ਤਰੀਕਾ ਤਕਸੀਮ ਦਾ ਕੋਈ ਕੁਐਸਚਨ ਹੈ, ਪਾਰਟੀ ਨੇ ਇਤਰਾਜ਼ ਕੀਤੇ ਹੈ ਤਰੀਕਾ ਤਕਸੀਮ ਤੇ, ਠੀਕ ਹੈ ਜੀ। ਅਸੀਂ ਇਹ ਨਹੀਂ ਲਿਖਦਾ ਵੀ ਤਰੀਕਾ ਤਕਸੀਮ ਪਾਸ ਕੀਤਾ ਜਾਂਦਾ ਹੈ, ਨਹੀਂ, ਏਦਾਂ ਪਾਰਟੀਆਂ ਦੇ ਪੱਖ ਸੁਣੇ ਜਾਣਗੇ। ਪੱਖ ਸੁਣ ਕੇ ਕਿਸੇ ਪਾਰਟੀ ਦਾ ਜੇਕਰ ਪੱਖ ਸਹੀ ਹੈ, ਤੁਸੀਂ ਮੰਨਦੇ ਹੋ, ਪ੍ਰਜ਼ਿਊਮ ਕਰਦੇ ਹੋ ਵੀ ਹਾਂ ਬਾਕੀ ਸਹੀ ਹੈ ਇਹ, ਤਾਂ ਤੁਸੀਂ ਉਹਦਾ ਪੱਖ ਪਾਸ ਕਰਨਾ ਹੈ, ਦੱਸਣਾ ਵੀ ਮੈਂ ਕਿਉਂ ਪਾਸ ਕਰ ਰਿਹਾ, ਇਹਦਾ ਪੱਖ ਸੁਣਦੇ ਹੋਏ ਇਹਦੇ ਹੱਕ 'ਚ ਫੈਸਲਾ ਕਿਉਂ ਕਰ ਰਿਹਾ ਤਰੀਕਾ ਤਕਸੀਮ ਦਾ। ਜੇ ਤੁਸੀਂ ਡਿਨਾਈ ਕਰਨਾ ਹੈ ਤਾਂ ਵੀ ਤੁਸੀਂ ਕਹਿਣਾ ਹੈ, ਕਿਉਂਕਿ ਪਤਾ ਕੀ ਹੁੰਦਾ ਅੱਗੇ ਜਾ ਕੇ ਫਿਰ ਇਹ ਪ੍ਰੋਬਲਮ ਆਉਂਦੀਆਂ ਨੇ। ਇੱਕ ਪਾਰਟੀ ਕਹਿੰਦੀ ਹੈ ਮੈਨੇ ਤਾਂ ਜੀ ਆਪਦਾ ਆਬਜੈਕਸ਼ਨ ਦਿੱਤੇ ਸੀਗੇ, ਮੇਰੇ ਆਬਜੈਕਸ਼ਨ ਦਾ ਫੈਸਲਾ ਨਹੀਂ ਕੀਤਾ ਕਿਤੇ ਮਾਲ ਅਧਿਕਾਰੀ ਨੇ, ਮੇਰੇ ਆਬਜੈਕਸ਼ਨ ਤਾਂ ਕਿਤੇ ਫੈਸਲਾ ਕੀਤਾ ਹੀ ਨਹੀਂ, ਨਾ ਜੈਸ ਕੀਤਾ ਨਾ ਨੋ ਕੀਤਾ। ਦੇਖੋ ਇੱਥੇ ਥੋੜਾ ਧਿਆਨ ਦੇਣ ਵਾਲੀ ਗੱਲ ਹੈ, ਜੇਕਰ ਮਾਲ ਅਧਿਕਾਰੀ ਤਰੀਕਾ ਤਕਸੀਮ ਪਾਸ ਕਰ ਦਿੰਦਾ ਹੈ, ਠੀਕ ਹੈ, ਮੋਡ ਆਫ ਪਾਰਟੀਸ਼ਨ ਪਾਸ ਕਰ ਦਿੰਦਾ ਹੈ, ਸਰਕਾਰ ਨੇ 2011 ਦੇ ਵਿੱਚ ਆ ਕੇ ਥੋੜਾ ਜਿਹਾ ਇਸ ਨੂੰ ਚੇਂਜ ਕਰ ਦਿੱਤਾ ਸੀ ਸਿਸਟਮ ਨੂੰ, ਵੀ ਅਸੀਂ ਤਰੀਕਾ ਤਕਸੀਮ ਦੇ ਫੈਸਲੇ ਦੇ ਖਿਲਾਫ ਅਸੀਂ ਅਪੀਲ ਫਾਈਲ ਨਹੀਂ ਸੀ ਕਰ ਸਕਦੇ, ਪਰ ਉਹ 'ਚ ਵੀ ਥੋੜੀ ਕਨਫਿਊਜ਼ਨ ਸੀਗੀ ਵੀ ਅਪੀਲ ਫਾਈਲ ਕਰ ਸਕਦੇ ਹਾਂ, FCR ਦੇ ਕਰ ਸਕਦੇ ਹਾਂ। ਹੁਣ ਸਰਕਾਰ ਨੇ ਫਿਰ ਅਮੈਂਡਮੈਂਟ ਕਰ ਦਿੱਤੀ, ਨਾ ਤਾਂ ਇਹ ਕਲੀਅਰ ਹੁੰਦਾ ਸੀ ਵੀ ਇਹ ਇੰਟਰਮ ਆਰਡਰ ਹੈ, ਨਾ ਇਹ ਕਲੀਅਰ ਹੁੰਦਾ ਸੀ ਵੀ ਇਹ ਫਾਈਨਲ ਆਰਡਰ ਹੈ। ਇੰਟਰਮ ਆਰਡਰ ਦੇ ਖਿਲਾਫ ਅਪੀਲ ਫਾਈਲ ਨਹੀਂ ਸੀ ਹੋ ਸਕਦੀ, ਠੀਕ ਹੈ ਜੀ। ਹੁਣ ਨਵੀਂ ਅਮੈਂਡਮੈਂਟ ਦੇ ਵਿੱਚ ਸਰਕਾਰ ਨੇ ਇਹ ਕਹਿਤਾ ਵੀ ਜਿਹੜੇ ਇਹ ਦੋਨੇ ਆਰਡਰ ਨੇ, ਜੇ ਉਹ ਕੁਐਸਚਨ ਆਫ ਟਾਈਟਲ ਦਾ ਆਰਡਰ ਹੈ, ਜੇ ਉਹ ਮੋਡ ਆਫ ਪਾਰਟੀਸ਼ਨ ਦਾ ਆਰਡਰ ਹੈ, these are the final orders, ਇਹਨੂੰ ਇੰਟਰਮ ਆਰਡਰ ਨਹੀਂ ਕਿਹਾ ਜਾ ਸਕਦਾ। ਇੰਟਰਮ ਆਰਡਰ ਕਿਉਂ ਨਹੀਂ ਕਿਹਾ ਜਾ ਸਕਦਾ? ਕਿਉਂਕਿ ਇੰਟਰਮ ਆਰਡਰ ਦੀ ਅਪੀਲ ਫਾਈਲ ਨਹੀਂ ਹੋ ਸਕਦੀ। ਹੁਣ ਇਹ ਫਾਈਨਲ ਆਰਡਰ ਹੋ ਗਏ, ਹੁਣ ਇਹਦੀ ਅਪੀਲ ਫਾਈਲ ਹੋ ਸਕਦੀ ਹੈ, ਠੀਕ ਹੈ ਜੀ। ਮਤਲਬ ਤਰੀਕਾ ਤਕਸੀਮ ਦੇ ਵਿੱਚ ਜਿਹੜੇ ਆਬਜੈਕਸ਼ਨ ਦਾ ਜੇ ਕੋਈ ਜਵਾਬ ਕਿਸੇ ਵਿਅਕਤੀ ਨੇ, ਕਿਸੇ ਪਾਰਟਨਰ ਨੇ, ਸ਼ੇਅਰ ਹੋਲਡਰ ਨੇ ਆਬਜੈਕਸ਼ਨਸ ਕੀਤੇ ਨੇ, ਜੇਕਰ ਉਹਨਾਂ ਦਾ ਅਸੀਂ ਸਪਸ਼ਟ ਉੱਤਰ ਦਿੰਦੇ ਹੋਏ, ਰੀਜ਼ਨ ਦਿੰਦੇ ਹੋਏ ਤਰੀਕਾ ਤਕਸੀਮ ਪਾਸ ਨਹੀਂ ਕਰਦੇ, ਤਾਂ ਉਹਦਾ ਜਿਹੜੀ ਅਪੀਲ ਜਦੋਂ ਹੋ ਜਾਂਦਾ ਹੈ ਤਾਂ ਉਹਦੀ ਸੁਣਵਾਈ ਹੁੰਦੀ ਹੈ ਵੀ ਜੋ ਇਹਨੇ ਆਬਜੈਕਸ਼ਨ ਕੀਤਾ ਸੀ ਤੁਸੀਂ ਉਹਦਾ ਡਿਸੀਜਨ ਤਾਂ ਕੀਤਾ ਨਹੀਂ, ਠੀਕ ਹੈ। ਇਹਦੇ ਆਬਜੈਕਸ਼ਨ ਨੂੰ ਸੁਣੇ ਨਹੀਂ ਤੁਸੀਂ, ਆਬਜੈਕਸ਼ਨ ਵਾਲਿਆਂ ਨੇ ਦਿੱਤੇ ਸੀ, ਸੁਣੇ ਤੁਸੀਂ ਹੈ ਨਹੀਂ। ਸੁਣੇ ਕਿਉਂ ਨਹੀਂ? ਮਤਲਬ ਤੁਸੀਂ ਜੇ ਸੁਣੇ ਹੁੰਦੇ ਹੈ ਤਾਂ ਤੁਸੀਂ ਇਹ 'ਚ ਰੀਜ਼ਨ ਦਿੱਤਾ ਹੁੰਦਾ ਵੀ ਮੈਂ ਤਾਂ ਜਿਹੜਾ ਆਬਜੈਕਸ਼ਨ ਹੈ ਰੱਦ ਕਿਉਂ ਕਰ ਰਹੇ ਹਾਂ। ਇਸ ਕਰਕੇ ਜਿਹੜਾ ਮੋਡ ਆਫ ਪਾਰਟੀਸ਼ਨ ਦੇ ਵਿੱਚ ਹੈ, ਸਪਸ਼ਟ ਤੁਹਾਡਾ ਆਰਡਰ ਹੋਣਾ ਚਾਹੀਦਾ ਵੀ ਜੇ ਕਿਸੇ ਆਬਜੈਕਸ਼ਨ ਨੇ ਮੈਂ ਰੱਦ ਕਿਉਂ ਕਰ ਰਿਹਾ ਤੇ ਉਹਨੂੰ ਸਵੀਕਾਰ ਕਿਉਂ ਕਰ ਰਹੇ ਹਾਂ, ਠੀਕ ਹੈ ਜੀ, ਕਲੀਅਰ ਹੋਣਾ ਚਾਹੀਦਾ ਹੈ। ਹੁਣ ਇਹਦੇ ਵਿੱਚ ਹੈਗੀ ਹੈ ਵੀ ਜਿਹੜੀ ਅਪੀਲ ਹੈ ਅਸੀਂ ਫਾਈਲ ਕਰ ਸਕਦੇ ਹਾਂ ਮੋਡ ਆਫ ਪਾਰਟੀਸ਼ਨ ਦੇ ਅਗੇਂਸਟ।
ਮੇਰੀ ਬੁੱਕ ਦੇ ਵਿੱਚ ਪਹਿਲਾਂ ਲਿਖਿਆ ਹੋਇਆ ਹੈ ਅਧੀਨ ਕੀਤੇ ਗਏ ਫੈਸਲੇ ਖਿਲਾਫ ਕੋਈ ਅਪੀਲ ਨਹੀਂ ਹੋਵੇਗੀ। ਇਹ 2011 ਤੋਂ ਬਾਅਦ ਅਮੈਂਡਮੈਂਟ ਹੋਈ ਸੀਗੀ, ਪਰ ਹੁਣ ਦੁਬਾਰਾ 2021 ਜਾ ਕੇ ਫਿਰ ਕਹਿਤਾ ਵੀ ਅਪੀਲ ਫਾਈਲ ਹੋ ਸਕਦੀ ਹੈ, 15 ਦਿਨ ਦੇ ਅੰਦਰ ਅੰਦਰ ਹੋ ਸਕਦੀ ਹੈ। ਨੈਕਸਟ ਆ ਗਿਆ ਜੀ ਸੈਕਸ਼ਨ 119। 118 ਜੀ ਇੱਕ ਪੁਆਇੰਟ ਹੋਰ ਸੀਗਾ ਜਿਹੜਾ ਮੈਂ ਡਿਸਕਸ ਕਰਨ ਨੂੰ ਰਹਿ ਗਿਆ ਸੀਗਾ। ਇਹਦੇ ਵਿੱਚ ਇਹ ਸੀਗਾ ਜਦੋਂ ਪਾਰਟੀਸ਼ਨ ਪ੍ਰੋਸੀਡਿੰਗ ਚੱਲ ਰਹੀਆਂ ਹੁੰਦੀਆਂ, 118 ਦਾ 3 ਪੁਆਇੰਟ ਸੀਗਾ। 118 ਦਾ 3 ਜਦੋਂ ਪਾਰਟੀਸ਼ਨ ਪ੍ਰੋਸੀਡਿੰਗ ਚੱਲ ਰਹੀਆਂ ਹੁੰਦੀਆਂ ਨੇ, ਕੇਸ ਫਾਈਨਲ ਸਟੇਜ ਤੇ ਪਹੁੰਚ ਚੁੱਕਿਆ ਹੁੰਦਾ ਹੈ, ਜਿਹੜੀ ਪਾਰਟੀ ਨੇ ਕੇਸ ਫਾਈਲ ਕੀਤਾ ਹੁੰਦਾ ਹੈ ਉਹ ਪਾਰਟੀ ਦੇ ਹੱਕ 'ਚ ਨਕਸ਼ਾ ਜੇ ਨਹੀਂ ਮੰਨਦਾ ਪਰ ਚਾਂਸ, ਤਾਂ ਪਾਰਟੀ ਕਹਿੰਦੇ ਮੈਂ ਤਾਂ ਆਪਦਾ ਕੇਸ ਵਾਪਸ ਲੈਂਦੀ ਹਾਂ। ਕੇਸ ਫਾਈਨਲ ਸਟੇਜ ਤੇ ਪਹੁੰਚ ਚੁੱਕਿਆ ਹੈ ਤੇ ਐਪਲੀਕੈਂਟ ਕਹਿੰਦਾ ਮੈਂ ਤਾਂ ਆਪਣਾ ਕੇਸ ਵਾਪਸ ਲੈਣਾ ਜੀ, ਮੈਂ ਨਹੀਂ ਪਾਰਟੀਸ਼ਨ ਕਰਵਾਉਣੀ, ਮੈਨੂੰ ਜ਼ਰੂਰਤ ਨਹੀਂ ਹੈਗੀ। ਤਾਂ ਪਹਿਲਾਂ 118 ਦੀ 3 ਕਲੌਜ਼ ਦੇ ਸਬਸੈਕਸ਼ਨ 3 ਦੇ ਅਧੀਨ ਉਹ ਕੇਸ ਵਾਪਸ ਲੈ ਸਕਦਾ ਸੀਗਾ। ਠੀਕ ਹੈ ਜੀ। 104 ਦੇ ਵਿੱਚ ਕੀ ਸੀਗਾ? 104 'ਚ ਇਹ ਵੀ ਕਿਹਾ ਗਿਆ ਸੀਗਾ when an applicant withdraw under the last foregoing sections the revenue officer may, ਜੇ ਕੋਈ ਹੋਰ ਨਹੀਂ ਸੀ ਕਰਦਾ, ਆਬਜੈਕਸ਼ਨ ਨਹੀਂ ਸੀ ਕਰਦਾ ਤਾਂ ਮਾਲ ਅਧਿਕਾਰੀ ਸੀਗਾ ਉਹਨੂੰ ਮਤਲਬ ਕਿ ਠੀਕ ਹੈ ਕਹਿੰਦਾ ਸੀ ਐਪਲੀਕੇਸ਼ਨ ਤੁਸੀਂ ਵਾਪਸ ਲੈਣਾ ਤਾਂ ਲੈ ਲਓ। ਪਰ ਹੁਣ ਸਰਕਾਰ ਨੇ ਕੀ ਕੀਤਾ ਹੈ, ਇਹ ਜਿਹੜੇ 3 ਤੇ 4 ਸੈਕਸ਼ਨ ਸਬ ਸੈਕਸ਼ਨਸ ਨੇ ਇਹ ਦੋਨੇ ਫਿਰ ਰਿਪੀਲ ਕਰ ਦਿੱਤੇ, ਓਮਿਟ ਕਰ ਦਿੱਤੇ। ਹੁਣ ਨਵਾਂ ਸੈਕਸ਼ਨ ਜੋੜਦੇ ਹੋਏ ਇਹ ਕਹਿਤਾ ਵੀ ਐਪਲੀਕੈਂਟ ਕੈਨ ਨਾਟ ਵਿਦਡਰਾ ਹਿਜ਼ ਐਪਲੀਕੇਸ਼ਨ। ਕੇਸ ਤਾਂ ਫਾਈਨਲ ਸਟੇਜ ਤੇ ਪਹੁੰਚ ਚੁੱਕਿਆ ਹੈ, ਸਾਰੇ ਇੰਨੀ ਪ੍ਰੋਸੀਡਿੰਗਸ ਚੱਲ ਚੁੱਕੀਆਂ, ਇੰਨਾ ਮਤਲਬ એનર્ਜੀ ਵੇਸਟ ਹੋ ਚੁੱਕੀ, ਕਾਨੂੰਗੋ ਹਲਕਾ ਨੇ ਨਕਸ਼ਾ ਵੀ ਬਣਾਤਾ, ਪਟਵਾਰੀ ਹਲਕਾ ਨੇ ਆਪਣੀ ਕਾਰਵਾਈ ਕਰ ਦਿੱਤੀ, ਲੀਡਰ ਨੇ ਆਪਣਾ ਕੰਮ ਕੀਤਾ, ਰੈਵਨਿਊ ਅਫਸਰ ਨੇ ਆਪਣਾ ਕੰਮ ਕੀਤਾ। ਅਖੀਰ ਤੇ ਆ ਕੇ ਅਸੀਂ ਕਹਿ ਦਈਏ ਵੀ ਇਹ ਪਾਰਟੀਸ਼ਨ ਤਾਂ ਜੀ ਮੈਨੂੰ ਤਾਂ ਲੋੜ ਨਹੀਂ, ਮੈਂ ਤਾਂ ਕਿਉਂਕਿ ਨਕਸ਼ਾ ਮੇਰੇ ਖਿਲਾਫ ਹੋ ਗਿਆ, ਨਕਸ਼ਾ ਮੇਰੇ ਖਿਲਾਫ ਬਣ ਗਿਆ ਤੇ ਮੈਂ ਅੱਗੇ ਕਹਿ ਦਵਾਂ ਫਾਈਨਲ ਸਟੇਜ ਤੇ ਆ ਕੇ ਵੀ ਮੈਂ ਪਾਰਟੀਸ਼ਨ ਮੈਨੂੰ ਜ਼ਰੂਰਤ ਨਹੀਂ, ਮੈਂ ਤਾਂ ਆਪਣਾ ਕੇਸ ਵਾਪਸ ਲੈਣਾ, ਗੱਲ ਖਤਮ। ਹੁਣ ਇੱਥੇ ਸਰਕਾਰ ਨੇ ਕਹਿਤਾ ਵੀ ਨਹੀਂ, ਤੁਸੀਂ ਕੇਸ ਆਪਦਾ ਇਸ ਸਟੇਜ ਜਾ ਕੇ ਵਾਪਸ ਨਹੀਂ ਲੈ ਸਕਦੇ। ਠੀਕ ਹੈ ਜੀ। ਐਪਲੀਕੇਸ਼ਨ ਕੈਨ ਨਾਟ ਬੀ ਵਿਦਡਰਾਨ ਐਪਲੀਕੇਸ਼ਨ। हाँ जी ਜਦੋਂ ਉਹ ਪਹਿਲਾਂ ਵਾਪਸ ਲੈਣਾ ਹੈ जी ਤੇ ਆਪਣੇ ਰਿਸਪੋਂਡੈਂਟ ਐਪਲੀਕੇਸ਼ਨ ਦੇਣ ਦਾ ਵੀ ਮੈਨੂੰ ਪਟੀਸ਼ਨਰ ਡੇਟ ਕੀਤਾ ਜਾਵੇ, ਉਹ ਕਰ ਲੈ ਜਾਣਾ। हाँ जी ਐਪਲੀਕੇਸ਼ਨ ਜੇ ਕਹੇਗਾ ਵੀ ਮੈਨੂੰ ਰਿਸਪੋਂਡੈਂਟ ਕਹੇਗਾ ਮੈਨੂੰ ਪਟੀਸ਼ਨ ਟ੍ਰੀਟ ਕੀਤਾ ਜਾਵੇ, ਉਹਨੂੰ ਆਪਾਂ ਪਟੀਸ਼ਨ ਟ੍ਰੀਟ ਕਰਨ ਦਾ ਆਰਡਰ ਪਾਸ ਕਰਾਂਗੇ, ਆਰਡਰ ਪਾਸ ਕਰਨਾ ਆਪਣੀ ਕੋਰਟ ਦੇ ਵਿੱਚ। ਜਦੋਂ ਐਪਲੀਕੇਸ਼ਨ ਦਿੰਦਾ ਹੈ, ਜਦੋਂ ਉਹ ਐਪਲੀਕੇਸ਼ਨ ਦਿੰਦਾ ਹੈ ਉਸ ਐਪਲੀਕੇਸ਼ਨ ਦੇ ਉੱਪਰ ਜੇ ਕੋਈ ਇਤਰਾਜ਼ ਕਰਦਾ ਗੱਲ ਵੱਖਰੀ ਹੈ, ਉਹਦੇ ਇਤਰਾਜ਼ ਸੁਣੇ ਜਾਣਗੇ, ਨਹੀਂ ਫਿਰ ਉੱਥੇ ਅਸੀਂ ਆਰਡਰ ਪਾਸ ਕਰਾਂਗੇ ਵੀ ਇਸ ਨੂੰ ਅਸੀਂ ਫਰਦਰ ਜਿਹੜਾ ਹੈਗਾ ਐਪਲੀਕੈਂਟ ਟ੍ਰੀਟ ਕਰਾਂਗੇ। ਸਰ ਜਿਹੜਾ ਬੈਟਰ ਵਾਲਾ ਕਿਹੜੇ ਸੈਕਸ਼ਨ ਚ ਅਮੈਂਡਮੈਂਟ ਹੋ ਗਈ? ਹਾਂ, ਨਵੀਆਂ ਅਮੈਂਡਮੈਂਟਾਂ ਨੇ ਜੀ ਇਹਦੇ ਵਿੱਚ, ਨਵੀਆਂ ਅਮੈਂਡਮੈਂਟਸ ਦੇ ਵਿੱਚ ਮੈਂ ਇਹ ਪੀਡੀਐਫ ਪਾ ਦਾਂਗਾ। ਇਹਦੇ ਵਿੱਚ ਹੈਗਾ ਵੀ ਇਹ ਵਿਡਰੋ ਇਹ ਮਤਲਬ ਵਿਡਰੋ ਨਹੀਂ ਕਰ ਸਕਦਾ, ਵਿਡਰੋ ਨਹੀਂ ਕਰ ਸਕਦਾ ਹੈ ਜੀ। ਹਾਂ ਹਾਂ, ਇਸੇ ਸੈਕਸ਼ਨ 'ਚ ਅਮੈਂਡਮੈਂਟ ਕੀਤੀ ਹੈ, 100 ਜਿਹੜੀ 18 ਦੀ ਹੈ, 118 ਸੈਕਸ਼ਨ 'ਚ ਅਮੈਂਡਮੈਂਟ ਕੀਤੀ ਹੈ ਵੀ ਐਪਲੀਕੈਂਟ ਜਿਹੜੀ 3rd ਤੇ 4th ਖਤਮ ਕਰਕੇ 3rd ਤੇ 4th ਖਤਮ ਕਰਕੇ ਨਾ ਨਵੀਂ ਅਮੈਂਡਮੈਂਟ ਦੇਤੀ, ਐਪਲੀਕੈਂਟ ਕੈਨ ਨਾਟ ਵਿਦਡਰਾ ਹਿਜ਼ ਐਪਲੀਕੇਸ਼ਨ। ਮੈਂ ਪਾ ਦਾਂਗਾ ਪੀਡੀਐਫ, ਤੁਸੀਂ ਸਾਰੇ ਪੜ੍ਹ ਲਿਓ ਧਿਆਨ ਨਾਲ ਇਸ ਨੂੰ। ਆਪਣਾ ਅੱਜ ਫੇਰ ਲੰਮਾ ਹੋਇਆ ਕੰਮ, ਚਲੋ ਜੀ ਹੁਣ ਆਪਾਂ ਇਹਨੂੰ ਇੱਥੇ ਖਤਮ ਕਰੀਏ। ਇਹ ਦੁਬਾਰਾ ਇਹ ਥੋੜਾ ਔਖਾ ਸੀ ਚੈਪਟਰ, ਮੈਂ ਤੁਹਾਨੂੰ ਦੁਬਾਰਾ ਤਾਂ ਰਿਵਾਈਜ਼ ਕਰ ਰਿਹਾ ਕਿਉਂਕਿ ਇਹ 'ਚੋਂ ਕੁਐਸਚਨ ਆਉਣਾ ਹੀ ਆਉਣਾ ਹੁੰਦਾ ਹੈ। ਕਾਫੀ ਗੱਲਾਂ ਜਦੋਂ ਅਸੀਂ ਡਿਸਕਸ ਕਰਦੇ ਹਾਂ ਵਿੱਚੋਂ ਰਹਿ ਜਾਂਦੀਆਂ ਨੇ। ਦੁਬਾਰਾ ਉੱਥੇ ਰਹਿ ਗਿਆ ਕੰਮ ਸੋਨੇ ਤੇ। ਠੀਕ ਹੈ, ਕੋਈ ਗੱਲ ਨਹੀਂ, ਪਤਾ ਤਾਂ ਹੋਣਾ ਚਾਹੀਦਾ ਨਾ, ਐਵੇਂ ਅੱਗੇ ਵਧੀ ਜਾਈ ਉਹਦਾ ਕੋਈ ਫਾਇਦਾ ਨਹੀਂ ਹੈ। ਹਾਂਜੀ, ਆਪਾਂ ਉਰਦੂ ਸਟਾਰਟ ਕਰਨ ਲੱਗੇ ਹਾਂ ਜੀ।
ਇਹਨਾਂ ਦਾ ਨਾ ਤੁਹਾਡੀ ਸਕਰੀਨ ਤੇ ਆ ਗਿਆ ਜੀ, ਦੇਖੋ। ਆ ਗਿਆ ਸਰ। ਅੱਜ ਕੱਲ ਅਸੀਂ ਅਲਫਬੇਟ ਪੜ੍ਹਿਆ ਸੀਗਾ ਜੀ, ਯਾਨੀ ਕਿ ਕੱਲ ਅਸੀਂ ਪੜ੍ਹਿਆ ਸੀ ਹਰੂਫੇ ਤਹਜੀ, ਊੜਾ ਆੜਾ ਜਿਹਨੂੰ ਪੰਜਾਬੀ 'ਚ ਕਹਿੰਦੇ ਨੇ, ਆਪਾਂ ਉਰਦੂ 'ਚ ਕਹਿੰਦੇ ਆ ਅਲਫਬੇ ਪੇ ਤੇ। ਠੀਕ ਹੈ ਜੀ, ਮੇਰੇ ਖਿਆਲ ਤੁਸੀਂ ਸਾਰਿਆਂ ਨੇ ਰਿਵੀਜ਼ਨ ਕੀਤੀ ਹੋਣੀ ਹੈ ਇਹਦੀ। ਅੱਜ ਅਸੀਂ ਕੋਸ਼ਿਸ਼ ਕਰਾਂਗੇ ਸੁਰਮਤਰਾ, ਰਾਬ, ਜਿਹਨੂੰ ਉਰਦੂ 'ਚ ਰਾਬ ਕਹਿੰਦੇ ਆ, ਸੁਰਮਤਰਾ। ਰਾਬ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਇੱਕ ਇੰਪੋਰਟੈਂਟ ਵਰਡ ਹੈ ਇਹਦੇ ਵਿੱਚ ਸੁਰਮਾਤਰਾ ਹੈਗੀ ਜੀ, ਜਬਰ। ਜਬਰ, ਜਬਰ ਦੇਖੋ ਜੀ ਇਦਾਂ ਦੀ ਹੁੰਦੀ ਹੈ, ਇਹ ਅਕਸ਼ਰ ਦੇ ਉੱਪਰਲੇ ਪਾਸੇ ਲੱਗਦੀ ਹੈ ਜਬਰ। ਜਬਰ ਦਾ ਕੀ ਕੰਮ ਹੈਗਾ? ਇਹ ਆੜਾ ਦੀ ਮੱਧਮ ਜਿਹੀ ਆਵਾਜ਼ ਦਿੰਦੀ ਹੈ, ਆੜਾ ਦੀ ਮੱਧਮ ਆਵਾਜ਼। ਆਪਾਂ ਫਿਰ ਇਹਦੀ ਵਰਤੋਂ ਕਰਕੇ ਦਿਖਾਵਾਂਗੇ ਕਿਵੇਂ ਕਿਵੇਂ ਹੁੰਦੀ ਹੈ, ਪਰ ਤੁਹਾਨੂੰ ਇਹ ਥੋੜਾ ਥੋੜਾ ਯਾਦ ਕਰਨਾ ਪਊਗਾ ਵੀ ਇਹ ਆੜਾ ਦੀ ਜਿਹੜੀ ਹੈਗੀ ਆ ਮੱਧਮ ਆਵਾਜ਼ ਦਿੰਦੀ ਹੈ। ਜਬਰ ਦੇ ਨਾਲ ਇੱਕ ਵਰਡ ਹੈਗਾ ਜੇਰ, ਵਰਡ ਨਹੀਂ ਕਹਾਂਗੇ ਇਸਨੂੰ, ਅਸੀਂ ਸੁਰਮਾਤਰਾ ਕਹਾਂਗੇ, ਜੇਰ। ਜੇਰ ਕਿਵੇਂ ਪੈਂਦੀ ਹੈ ਜੀ? ਜੇਰ ਇਦਾਂ ਪੈਂਦੀ ਹੈ, ਇਹ ਥੱਲੇ ਪੈਰ ਦੇ ਵਿੱਚ। ਕੋਈ ਵੀ ਅਸੀਂ ਵਰਡ ਉਰਦੂ ਦਾ ਪਾਉਂਦੇ ਹਾਂ, ਉਹਦੀ ਜਿਹੜਾ ਪੈਰ ਹੈ ਉਹਦੇ ਵਿੱਚ ਜੇਰ ਪੈਂਦੀ ਹੈ। ਜੇਰ ਹੈਗੀ ਜਿਹੜੀ, ਇਹ ਸਿਹਾਰੀ ਦੀ ਆਵਾਜ਼ ਦਿੰਦੀ ਹੈ, ਸਿਹਾਰੀ। ਜਿੱਥੇ ਅਸੀਂ ਸਿਹਾਰੀ ਪਾਣੀ ਹੋਵੇ ਕਿਸੇ ਵੀ ਵਰਡ ਨੂੰ, ਤਾਂ ਅਸੀਂ ਸਕਰੀਨ ਨਹੀਂ ਆ ਰਹੀ, ਜਿਹੜਾ ਚੈੱਕ ਕਰੋ ਜੀ, ਬਾਕੀ ਦੀ ਆ ਰਹੀ ਕਿਤੇ ਸਕਰੀਨ? ਹਾਂਜੀ ਆ ਰਹੀ ਹੈ ਜੀ। ਥੋੜਾ ਤੁਸੀਂ ਜਿਹੜਾ ਦੇਖੋ ਜੀ, ਤੁਹਾਡਾ ਕੋਈ ਬਟਨ ਬਟਨ ਦਬ ਗਿਆ ਹੋਵੇ। ਉਹ ਸਾਰੇ ਇਦਾਂ ਹੀ ਫੁੱਲ ਸਕਰੀਨ ਤੇ ਕਰ ਲੈਂਦੇ, ਦੁਬਾਰਾ ਰਿਵਰਸ ਆ ਜਾਓ ਬ੍ਰਦਰ, ਦੁਬਾਰਾ ਰਿਵਰਸ ਆ ਕੇ ਜਿਹੜੇ ਵੱਖਰੇ ਵੱਖਰੇ ਬਣਦੇ ਨਾ ਉੱਤੇ ਕਰੋ, ਕਿਉਂਕਿ ਸਾਰੇ ਜਿਹੜੀ ਫੋਟੋ ਆਉਂਦੀ ਉੱਤੇ ਨਹੀਂ ਆਉਣਾ, ਇਹਨੇ ਸਕਰੀਨ ਵੱਖਰੀ ਆਉਂਦੀ ਹੈ। ਉਹਨੂੰ ਫੁੱਲ ਸਕਰੀਨ ਕਰ ਲਓ, ਬਾਅਦ ਚ ਪਹਿਲਾਂ ਸ਼ਾਰਟ ਕਰੋ ਆਪਣੀ ਸਕਰੀਨ, ਫੁੱਲ ਸਕਰੀਨ ਤੇ ਨਾ ਰੱਖੋ। ਇਹਨੂੰ ਜੀ ਜਿਹੜੀ ਜੇਰ ਹੈ, ਇਸਨੂੰ ਸਿਹਾਰੀ ਦੀ ਜਗ੍ਹਾ ਵਰਤਦੇ ਹਾਂ ਅਸੀਂ। ਜਿੱਥੇ ਅਸੀਂ ਕਿਤੇ ਵਰਡ ਨੂੰ ਸਿਹਾਰੀ ਲਗਾਉਣੀ ਹੋਵੇ, ਉੱਥੇ ਅਸੀਂ ਜੇਰ ਲਗਾ ਦਿੰਦੇ ਹਾਂ। ਕਈਆਂ ਨੇ ਤਾਂ ਪਹਿਲਾਂ ਇਹ ਨੋਟਸ ਬਣਾਇਆ ਹੋਊਗਾ, ਜੇ ਕਿਸੇ ਨੇ ਨਹੀਂ ਬਣਾਇਆ ਤਾਂ ਬਣਾ ਲਓ ਜੀ ਨਾਲ ਨਾਲ। ਠੀਕ ਹੈ ਜੀ। ਜੇਰ ਨੂੰ ਅਸੀਂ ਸਿਹਾਰੀ ਦੀ ਜਗ੍ਹਾ ਵਰਤਦੇ ਹਾਂ, ਜਿੱਥੇ ਕਿਤੇ ਵੀ ਅਸੀਂ ਸਿਹਾਰੀ ਯੂਜ਼ ਕਰਨੀ ਹੋਵੇ ਤਾਂ ਅਸੀਂ ਜੇਰ ਲਗਾਉਂਦੇ ਹਾਂ। ਜੇਰ ਤੋਂ ਬਾਅਦ ਹੈ ਕਿ ਪੇਸ਼। ਪੇਸ਼, ਇਹ ਪੇਸ਼ ਜਿਹੜੀ ਹੈਗੀ ਹੈ ਜੀ, ਇਹ ਊੜੇ ਨੂੰ ਔਂਕੜ ਦੀ ਆਵਾਜ਼। ਪੇਸ਼ ਕਿਵੇਂ ਪੈਂਦੀ ਹੈ ਜੀ? ਪੇਸ਼ ਇਦਾਂ ਪੈਂਦੀ ਹੈ, ਕਿਸੇ ਵੀ ਵਰਡ ਦੇ ਉੱਪਰ ਜਦੋਂ ਅਸੀਂ ਪਾਉਂਦੇ ਹਾਂ ਤਾਂ ਪੇਸ਼ ਉੱਪਰਲੇ ਪਾਸੇ ਪੈਂਦੀ ਹੈ, ਇਸ ਤਰੀਕੇ ਨਾਲ, ਜਿਵੇਂ ਕਿ ਬਹੁ, ਛੋਟਾ ਬਹੁ ਹੋ ਜਾਂਦਾ ਹੈ। ਅੱਖਰ ਉੱਤੇ ਲੱਗ ਕੇ ਊ ਦੀ ਆਵਾਜ਼ ਦਿੰਦੀ ਹੈ।
ਨੈਕਸਟ ਹੈ ਜੀ ਮੱਧ। ਮੱਧ ਬਹੁਤ ਯੂਜ਼ ਹੁੰਦੀ ਹੈ। ਮੱਧ ਜਿਹੜੀ ਮੱਧ ਵਰਡ ਹੈ, ਮੱਧ ਜਿਹੜੀ ਇਹ ਹੈਗੀ ਹੈ, ਇਹ ਸਿਰਫ ਇੱਕੋ ਉਹਦੇ ਤੇ ਲੱਗਦੀ ਹੈ, ਅਲਫ ਦੇ ਉੱਪਰ। ਇਹ ਮੱਧ ਇੱਦਾਂ ਹੁੰਦੀ ਹੈ ਜੀ, ਇਹ ਅਲਫ ਦੇ ਉੱਪਰ ਯੂਜ਼ ਹੁੰਦੀ ਹੈ। ਇਹ ਸਿਰਫ ਅਲਫ ਉੱਤੇ ਲੱਗ ਕੇ ਆ ਦੀ ਆਵਾਜ਼। ਠੀਕ ਹੈ ਜੀ। ਮੱਧ ਤੋਂ ਬਾਅਦ ਆ ਜਾਂਦਾ ਜੀ ਹਮਜ਼ਾ। ਹਮਜ਼ਾ ਕਿਵੇਂ ਪਾਣੇ ਜੀ? ਅਸੀਂ ਏਦਾਂ ਪਾ ਦੇਣਾ ਅਕਸ਼ਰ ਦੇ ਉੱਪਰਲੇ ਪਾਸੇ ਹਮਜ਼ਾ। ਜਦੋਂ ਤਾਂ ਇਸਨੂੰ ਛੋਟੀ ਜੇ ਤੇ ਲਗਾਉਂਦੇ ਹਾਂ ਅਸੀਂ, ਛੋਟੀ ਜੇ ਕਿਵੇਂ ਹੁੰਦੀ ਹੈ? ਏਦਾਂ ਹੁੰਦੀ ਹੈ ਛੋਟੀ ਜੇ ਉੱਤੇ ਲੱਗ ਕੇ ਈ ਦੀ ਆਵਾਜ਼ ਦਿੰਦਾ ਜੀ। ਈ ਅਤੇ ਜੇ ਇਸ ਨੂੰ ਅਸੀਂ ਵੱਡੀ ਜੇ ਉੱਤੇ ਲਾ ਦਈਏ, ਵੱਡੀ ਜੇ ਕਿਵੇਂ ਪਾਉਂਦੇ ਜੀ? ਵੱਡੀ ਜੇ ਇੱਦਾਂ ਪਾਉਂਦੇ ਅਸੀਂ। ਜੇ ਅਸੀਂ ਨੂੰ ਵੱਡੀ ਜੇ ਉੱਪਰ ਲਗਾਈਏ, ਵੱਡੀ ਜੇ ਉੱਤੇ ਲੱਗ ਕੇ ਫਿਰ ਕਾਹਦੀ ਆਵਾਜ਼ ਦਿੰਦਾ ਹੈ? ਅੱਧਕ ਦੀ ਆਵਾਜ਼ ਦਿੰਦਾ ਹੈ। ਨਹੀਂ ਸੌਰੀ, ਏ ਦੀ ਆਵਾਜ਼। ਈ ਤੇ ਏ। ਜੇ ਅਸੀਂ ਈ ਮਤਲਬ ਬਿਹਾਰੀ ਪਾਣੀ ਹੋਵੇ ਤਾਂ ਇਹਦੇ ਜੇ ਦੇ ਉੱਪਰ ਇਹ ਪੈ ਜਾਂਦੀ ਹੈ ਜੀ, ਤੇ ਜੇ ਵੱਡੀ ਜੇ ਉੱਪਰ ਲਗਾਈਏ ਤਾਂ ਇਹ ਦੀ ਆਵਾਜ਼ ਦਿੰਦਾ ਹੈ ਫਿਰ ਇਹ ਇੱਥੇ ਈ। ਹਮਜ਼ਾ। ਠੀਕ ਹੈ ਜੀ। ਅੱਗੇ ਜੀ ਤਸ਼ਦੀਦ। ਅੱਗੇ ਦੇ ਤਸ਼ਦੀਦ ਜਿਵੇਂ ਆਪਾਂ ਅਦਕ ਪਾਉਂਦੇ ਹਾਂ ਜੀ, ਏਦਾਂ ਪੈਂਦੀ ਹੈ ਤਸ਼ਦੀਦ। ਅਦਕ ਦੀ ਤਰ੍ਹਾਂ ਹੀ ਹੁੰਦੀ ਹੈ, ਪਰ ਉਲਟਾ ਡਬਲਿਊ ਕਹਿ ਲਈਏ ਆਪਾਂ। ਜਦੋਂ ਅਸੀਂ ਇਹਨੂੰ ਅੱਖਰ ਦੇ ਉੱਪਰ ਲਗਾ ਦਿੰਦੇ ਹਾਂ, ਅੱਖਰ ਉੱਤੇ ਲੱਗ ਕੇ ਇਹ ਅਦਕ ਦੀ ਆਵਾਜ਼ ਆਉਂਦੀ ਆ। ਅਦਕ ਦੀ ਆਵਾਜ਼। ਤਸ਼ਦੀਦ ਤੋਂ ਬਾਅਦ ਜੀ ਤਨਵੀਨ ਵਰਡ ਹੈ। ਤਨਵੀਨ ਕਿਵੇਂ ਪੈਂਦੀ? ਇਹ ਅਲਫ ਹੈ, ਅਲਫ ਦੇ ਉੱਪਰ ਦੋ ਡੰਡੀਆਂ ਪੈਂਦੀਆਂ ਬਰੀਕ ਬਰੀਕ ਦੀਆਂ। ਤਨਵੀਨ ਇਹ ਲੱਗਦੀ ਹੈ ਅਲਫ ਦੇ ਉੱਪਰ ਹੀ ਹੈ। ਤਨਵੀਨ ਅਲਫ ਦੇ ਉੱਪਰ ਦੋ ਡੰਡੀਆਂ ਪੈਂਦੀਆਂ ਬਰੀਕ ਬਰੀਕ, ਦੋ ਡੰਡੀਆਂ ਟੇਢੀਆਂ, ਇਹ ਤਨਵੀਨ ਬਣ ਜਾਂਦਾ ਵਰਡ। ਅਲਫ ਦੇ ਉੱਪਰ ਦੋ ਡੰਡੀਆਂ ਪਾ ਕੇ ਇਹਨੂੰ ਤਨਵੀਨ ਕਹਿੰਦੇ ਹਾਂ ਅਸੀਂ। ਇਹ ਲੱਗਦੀ ਹੀ ਅਲਫ ਦੇ ਉੱਪਰ ਹੈ ਜਾਂ ਵਾਓ ਦੇ ਉੱਪਰ ਲੱਗਦੀ ਹੈ, ਕਦੇ ਹੋਰ ਅੱਖਰਾਂ ਉੱਪਰ ਨਹੀਂ ਲੱਗਦੀ ਤਨਵੀਨ।
ਵੌ ਤੇ ਨਹੀਂ, ਹੇ ਤੇ ਲੱਗਦੀ ਹੈ ਇਹ ਕਦੇ ਕਦੇ। ਅਲਫ ਜਾਂ ਹੇ ਤੇ ਬਹੁਤ ਘੱਟ ਲੱਗਦੀ ਹੈ, ਜ਼ਿਆਦਾਤਰ ਇਹ ਅਲਫ ਤੇ ਲੱਗਦੀ ਹੈ। ਜੇ ਤੁਸੀਂ ਕੰਨਾ ਪਾਉਣਾ ਹੋਵੇ ਹੈ ਜੀ, ਨੰਨੇ ਦੀ ਆਵਾਜ਼ ਕੱਢਣੀ ਹੋਵੇ, ਲਾਸਟ ਦੇ ਵਿੱਚ ਨੰਨੇ ਦੀ ਆਵਾਜ਼ ਨਹੀਂ ਆਉਂਦੀ ਕਈ ਅਖਰਾਂ ਦੇ ਵਿੱਚ, ਸ਼ਬਦਾਂ ਵਿੱਚ ਨੰਨੇ ਦੀ ਆਵਾਜ਼ ਆਉਂਦੀ ਹੈ ਹੀੜ ਤੇ ਆ ਕੇ, ਉਦੋਂ ਇਹ ਅਲਫ ਦੇ ਉੱਪਰ ਲੱਗ ਕੇ ਇਹ ਨੰਨੇ ਦੀ ਆਵਾਜ਼ ਦਿੰਦੀ ਹੈ। ਅਲਫ ਜਾਂ ਹੇ ਉੱਤੇ ਲੱਗ ਕੇ ਨੰਨੇ ਦੀ ਆਵਾਜ਼ ਦਿੰਦੀ ਹੈ। ਨੰਨਾ ਦੇਖੋ ਜੀ, ਇਹਦੀਆਂ ਇਹ ਸੁਰਮਾਤਰਾ ਹੈਗੀਆਂ ਨੇ, ਇਹਨਾਂ ਨੂੰ ਯਾਦ ਕਰਨਾ ਬਹੁਤ ਜ਼ਰੂਰੀ ਹੈ। ਜੇ ਜਦੋਂ ਤੱਕ ਅਸੀਂ ਇਹ ਨਹੀਂ ਯਾਦ ਕਰ ਪਾਵਾਂਗੇ, ਵਾਕ ਪ੍ਰਗਟ ਦੀ ਪ੍ਰੈਕਟਿਸ ਨਹੀਂ ਕਰਾਂਗੇ, ਤਾਂ ਸਾਨੂੰ ਉਰਦੂ ਥੋੜ੍ਹੀ ਦਿੱਕਤ ਆਉਂਦੀ ਹੈ। ਅੱਜ ਅਸੀਂ ਪੜ੍ਹਿਆ ਜ਼ਬਰ। ਜ਼ਬਰ ਕੀ ਹੈ ਜੀ? ਜ਼ਬਰ ਇਹ ਆੜੇ ਦੀ ਆਵਾਜ਼ ਦਿੰਦੀ ਹੈ, ਮੱਧਮ ਜੀ ਆਵਾਜ਼ ਆੜੇ ਦੀ, ਠੀਕ ਹੈ। ਫਿਰ ਇਹ ਜੇਰ, ਜ਼ਬਰ ਲੱਗਦੇ ਅਕਸ਼ਰ ਦੇ ਉੱਪਰਲੇ ਪਾਸੇ, ਫਿਰ ਇਹ ਜੇਰ ਲੱਗਦੇ ਅਕਸ਼ਰ ਦੇ ਨਿਚਲੇ ਪਾਸੇ ਸੱਜੇ ਹੱਥ, ਜੇਰ ਸਿਆਰੀ ਦੀ ਆਵਾਜ਼ ਦਿੰਦੀ ਹੈ। ਇਹ ਪੇਸ਼ ਵੌ ਦੀ ਤਰ੍ਹਾਂ ਹੁੰਦੀ ਹੈ, ਅਕਸ਼ਰ ਦੇ ਉੱਪਰਲੇ ਪਾਸੇ ਲੱਗਦੀ ਹੈ। ਅਕਸ਼ਰ ਦੇ ਉੱਪਰ ਪਾਸੇ ਲਗਾ ਕੇ ਇਹ ਊ ਦੀ ਆਵਾਜ਼ ਦਿੰਦੀ, ਯਾਨੀ ਕਿ ਕੰਨੇ ਦੀ ਆਵਾਜ਼ ਦੇਣ ਲੱਗ ਜਾਂਦੀ ਹੈ। ਔਂਕੜ ਦੀ ਊ ਦੀ ਆਵਾਜ਼ ਦਿੰਦੀ ਹੈ। ਜੇ ਅਸੀਂ ਇਹਨੂੰ ਵੌ ਦੇ ਉੱਪਰ ਲਗਾ ਦਈਏ, ਜੇਕਰ ਮੰਨ ਲਓ ਸਾਡੇ ਕੋਲ ਪੇਸ਼ ਹੈ, ਮੈਂ ਦੁਬਾਰਾ ਲਿਖ ਰਿਹਾ ਪੇਸ਼ ਨੂੰ, ਇੱਦਾਂ ਜੇ ਤਾਂ ਇਸਨੂੰ ਅਸੀਂ ਕਿਸੇ ਹੋਰ ਅਕਸ਼ਰ ਤੇ ਲਗਾਉਂਦੇ ਹਾਂ ਤਾਂ ਇਹ ਔਂਕੜ ਦੀ ਆਵਾਜ਼ ਆਉਂਦੀ ਹੈ। ਪਰ ਜੇ ਅਸੀਂ ਇਹਨੂੰ ਵੌ ਦੇ ਉੱਪਰ ਲਗਾ ਦਈਏ ਇੱਦਾਂ, ਤਾਂ ਦਲੌਂਕੜ ਦੀ ਆਵਾਜ਼ ਦੇਣ ਲੱਗ ਜਾਂਦੀ ਹੈ, ਦਲੌਂਕੜ ਦੀ ਆਵਾਜ਼, ਠੀਕ ਹੈ ਜੀ। ਇਸੇ ਤਰ੍ਹਾਂ ਜਿਹੜੀ ਮੱਧ ਹੈਗੀ, ਮੱਧ ਇਹ ਸਿਰਫ ਅਲਫ ਦੇ ਉੱਪਰ ਲੱਗਦੀ ਹੈ, ਹੋਰ ਅੱਖਰਾਂ ਤੇ ਨਹੀਂ ਲੱਗਦੀ ਕਿਤੇ ਵੀ। ਅਲਫ ਦੇ ਉੱਪਰ ਲੱਗ ਕੇ ਇਹ ਆ ਦੀ ਆਵਾਜ਼ ਦਿੰਦੀ ਹੈ, ਆਵਾਜ਼। ਅਲਫ ਦੇ ਉੱਪਰ ਮੱਧ ਆਵਾਜ਼, ਠੀਕ ਹੈ ਜੀ। ਜਿਹੜਾ ਹਮਜ਼ਾ ਹੈਗਾ ਇਹ ਜੇ ਤੇ ਲੱਗਦਾ ਹੈ, ਛੋਟੀ ਜਿਹੀ ਦੀ ਵੀ ਲੱਗਦਾ, ਵੱਡੀ ਜਿਹੀ ਦੀ ਵੀ ਲੱਗਦਾ ਹੈ। ਜੇ ਛੋਟੀ ਜਿਹੀ ਤੇ ਲਗਾ ਦਈਏ ਅਸੀਂ ਹਮਜ਼ੇ ਨੂੰ ਤਾਂ ਇਹ ਈ ਦੀ ਆਵਾਜ਼ ਦਿੰਦਾ ਹੈ, ਜੇ ਵੱਡੀ ਜਿਹੀ ਤੇ ਲਗਾਈਏ ਤਾਂ ਏ ਦੀ ਆਵਾਜ਼ ਦਿੰਦਾ। ਤੁਸੀਂ ਪੰਜਾਬੀ ਦਾ ਉਰਦੂ ਦਾ ਜਿਹੜਾ ਅਖਬਾਰ ਹੈ ਉਹ ਲਗਾ ਲਓ ਸਾਰੇ ਨਾਲ ਨਾਲ, ਤੇ ਹੈਡਲਾਈਨਸ ਪੜ੍ਹਿਆ ਕਰੋ, ਕਿਉਂਕਿ ਤੁਹਾਨੂੰ ਜ਼ੁਬਾਨੀ ਪਤਾ ਹੁੰਦਾ ਵੀ ਇਹ ਨਿਊਜ਼ ਕੀ ਹੈ। ਜਦੋਂ ਦੀ ਹੈਡਲਾਈਨਸ ਪੜ੍ਹੋਗੇ, ਠੀਕ ਹੈ, ਤੁਹਾਨੂੰ, ਕਿਉਂਕਿ ਆਪਾਂ ਨਿਊਜ਼ ਸੁਣਦੇ ਰਹਿੰਦੇ ਹਾਂ, ਟੀਵੀ ਦੇਖਦੇ ਹਾਂ, ਉਹੀ ਨਿਊਜ਼ ਦੀਆਂ ਹੈਡਲਾਈਨ ਤੇ ਬਣ ਕੇ ਆਉਂਦੀਆਂ ਨੇ, ਆਪਾਂ ਨੂੰ ਉਹਦੀਆਂ ਜ਼ੁਬਾਨੀ ਯਾਦ ਹੁੰਦੀਆਂ ਨੇ, ਤੇ ਜਦੋਂ ਅਸੀਂ ਪੜ੍ਹਦੇ ਹਾਂ ਇਸਨੂੰ ਤਾਂ ਸਾਨੂੰ ਸਮਝ ਆ ਜਾਂਦੀ ਹੈ ਵੀ ਇਹ ਨਿਊਜ਼ ਲਿਖਿਆ ਕੀ ਹੋਇਆ। ਹਿੰਦ ਸਮਾਚਾਰ ਉਰਦੂ ਅਖਬਾਰ ਲਵਾ ਲਓ, ਉਹ ਤੁਹਾਨੂੰ ਕਾਫੀ ਹੈਲਪ ਕਰੇਗਾ ਪੜ੍ਹਨ ਦੇ ਵਿੱਚ, ਯਾਦ ਕਰਨ ਦੇ ਵਿੱਚ। ਅੱਗੇ ਤਸ਼ਦੀਦ ਕਿਹਾ ਸੀਗਾ ਜੀ, ਤਸ਼ਦੀਦ ਇਹ ਹੈਗੀ ਹੈ, ਇਹ ਤਸ਼ਦੀਦ ਹੈ ਜੀ, ਇਹ ਅੱਧਕ ਦੀ ਤਰ੍ਹਾਂ ਹੁੰਦੀ ਹੈ, ਡਬਲਿਊ ਹੁੰਦਾ ਇੱਕ ਤਰ੍ਹਾਂ ਦਾ ਛੋਟਾ, ਇਹ ਅਕਸ਼ਰ ਦੇ ਉੱਪਰਲੇ ਪਾਸੇ ਲੱਗਦੀ ਹੈ, ਇਹ ਅੱਧਕ ਦੀ ਆਵਾਜ਼ ਦਿੰਦੀ ਹੈ, ਠੀਕ ਹੈ ਜੀ। ਤਨਵੀਨ ਕੀ ਹੈ? ਇਹ ਨੰਨੇ ਦੀ ਆਵਾਜ਼ ਦਿੰਦੀ ਹੈ, ਇਹ ਲੱਗਦੀ ਹੈ ਅਲਫ ਦੇ ਉੱਪਰ, ਇਹ ਅਲਫ ਉੱਪਰ ਲਗਾ ਕੇ ਦਿਖਾਈ ਗਈ ਹੈ, ਇਹ ਤਨਵੀਨ ਬਣ ਗਈ, ਅਲਫ ਉੱਪਰ ਲਗਾ ਕੇ ਤਨਵੀਨ ਬਣਦੀ ਹੈ। ਮਤਲਬ ਤਨਵੀਨ ਜਿਹੜੀ ਸੁਰ ਮਾਤਰਾ ਹੈਗੀ ਹੈ, ਇਹ ਕੰਪਲੀਟ ਹੀ ਇੱਦਾਂ ਬਣਦੀ ਹੈ, ਅਲਫ ਦੇ ਉੱਪਰ ਦੋ ਡੰਡੀਆਂ ਲਾਈਆਂ ਟੇਢੀਆਂ, ਇਹ ਤਨਵੀਨ ਬਣ ਗਈ। ਤਨਵੀਨ ਕੀ ਹੁੰਦੀ ਹੈ? ਅਲਫ ਜਾਂ ਹੇ ਉੱਤੇ ਲੱਗ ਕੇ ਇਹ ਨੰਨੇ ਦੀ ਆਵਾਜ਼ ਦਿੰਦੀ ਹੈ, ਜਦੋਂ ਅਖੀਰ 'ਚ ਨੰਨਾ ਆ ਜਾਂਦਾ ਕਿਸੇ ਸ਼ਬਦ ਦੇ ਅਖੀਰ ਦੇ ਵਿੱਚ। ਇਸ ਤਰ੍ਹਾਂ ਜਿਹੜੀ ਵੌ ਹੈਗੀ ਹੈ, ਪੇਸ਼ ਹੈਗੀ ਹੈ, ਪੇਸ਼ ਆਮ ਅਕਸ਼ਰਾਂ ਦੇ ਉੱਪਰ ਵੀ ਲੱਗ ਜਾਂਦੀ ਹੈ, ਇਹ ਵੌ ਉੱਪਰ ਵੀ ਲੱਗ ਜਾਂਦੀ ਹੈ। ਜਦੋਂ ਹੋਰ ਅੱਖਰਾਂ ਤੇ ਲਗਾਉਂਦੇ ਹਾਂ ਅਸੀਂ ਤਾਂ ਇਹ ਔਂਕੜ ਦੀ ਆਵਾਜ਼ ਦਿੰਦੀ ਹੈ, ਜਦੋਂ ਅਸੀਂ ਵੌ ਦੇ ਉੱਪਰ ਲਗਾਉਂਦੇ ਹਾਂ ਇਹ ਦਲੌਂਕੜ ਦੀ ਆਵਾਜ਼ ਦਿੰਦੀ ਹੈ। ਇਹਦੇ ਨਾਲ ਜਿਹੜਾ ਅੱਜ ਦਾ ਆਪਣਾ ਉਰਦੂ ਦਾ ਚੈਪਟਰ ਹੈਗਾ, ਲੈਕਚਰ ਹੈਗਾ, ਇੱਥੇ ਖਤਮ ਕਰਦੇ ਹਾਂ। ਜ਼ਿਆਦਾ ਅਸੀਂ ਤਾਂ ਨਹੀਂ ਪੜ੍ਹਾਉਂਦੇ ਕਿਉਂਕਿ ਫਿਰ ਹਾਂਜੀ ਉਲਟਾ ਪੇਸ਼ ਦੱਸਿਓ ਕਿੱਥੇ ਲੱਗਦਾ, ਉਲਟਾ ਪੇਸ਼ ਵੀ ਕਈ ਵਾਰ ਬੋਲਦੇ ਹੋ ਵਿੱਚ ਵਿੱਚ। ਲੋ ਹਾਂਜੀ, ਪੇਸ਼ ਉਲਟਾ ਕਿਵੇਂ? ਉਲਟਾ ਵੀ ਲੱਗਦਾ ਪੇਸ਼ ਕਿਤੇ ਕਿਤੇ ਯੂਜ਼ ਹੁੰਦਾ। ਉਲਟਾ ਪੇਸ਼ ਤਾਂ ਨਹੀਂ ਕਿਤੇ ਯੂਜ਼ ਦੇਖਿਆ ਮੈਨੇ, ਮੇ ਵੀ ਕਿਤੇ ਲੱਗਦਾ ਹੋਵੇ, ਪਰ ਮੇਰੇ ਧਿਆਨ 'ਚ ਹੈ ਨਹੀਂ। ਇਹ ਪੇਸ਼ ਹੀ ਲਗਾਉਂਦੇ ਆਪਾਂ, ਇਹ ਅਕਸ਼ਰ ਦੇ ਉੱਪਰ ਲੱਗਦਾ ਹੈ ਜਾਂ ਫਿਰ ਵੌ ਦੇ ਉੱਪਰ ਲੱਗਦਾ ਹੈ। ਜਦੋਂ ਅਕਸ਼ਰ ਉੱਪਰ ਲੱਗਦਾ ਤਾਂ ਔਂਕੜ ਦੀ ਆਵਾਜ਼ ਦਿੰਦਾ ਹੈ, ਜਦੋਂ ਵੌ ਦੇ ਉੱਪਰ ਲੱਗਦਾ ਤਾਂ ਇਹ ਦਲੌਂਕੜ ਦੀ ਆਵਾਜ਼ ਦਿੰਦਾ ਹੈ। ਮਤਲਬ ਹੁਣ ਸਰ
ਛੋਟੀ ਗੱਲ ਇਹ ਹੋ ਗਈ ਵੀ ਜੇਰ ਜਿਹੜਾ ਉਹ ਵੀ ਥੱਲੇ ਲੱਗਣਾ, ਬਾਕੀ ਸਾਰੇ ਜਿੰਨੇ ਮਾਤਰਾ ਉੱਪਰ ਲੱਗਣੀਆਂ। ਜੇਰ ਜਿਹੜੀ ਲੱਗਦੀ ਹੈ, ਹਾਂ ਜੇਰ ਜਿਹੜੀ ਲੱਗਦੀ ਹੈ ਉਹ ਥੱਲੇ ਸੱਜੇ ਪਾਸੇ ਲੱਗਦੀ ਹੈ ਜੇਰ। ਠੀਕ ਹੈ, ਅਕਸ਼ਰ ਦੇ ਸੱਜੇ ਪਾਸੇ, ਜਿਵੇਂ ਆਪਾਂ ਸਿਹਾਰੀ ਹੈ, ਸਿਹਾਰੀ ਦਾ ਕੰਮ ਕਰਦੀ ਹੈ ਜੇਰ। ਸਿਹਾਰੀ ਵੀ ਸੱਜੇ ਪਾਸੇ ਲਗਾਉਂਦੇ ਆਪਾਂ, ਬਿਹਾਰੀ ਹੁੰਦੀ ਹੈ ਸਿਹਾਰੀ ਖੱਬੇ ਪਾਸੇ ਲਗਾਉਂਦੇ ਆ, ਬਿਹਾਰੀ ਸੱਜੇ ਪਾਸੇ। ਜਿਹੜੀ ਜੇਰ ਹੈ ਕੰਮ ਸਿਹਾਰੀ ਦਾ ਕਰਦੀ ਹੈ, ਪਰ ਅਕਸ਼ਰ ਦੇ ਸੱਜੇ ਹੱਥ ਨੀਚੇ ਪੈਰਾਂ 'ਚ ਲੱਗਦੀ ਹੈ। ਜ਼ਿਆਦਾਤਰ ਜਿਹੜੀਆਂ ਮਾਤਰਾ ਹੈਗੀਆਂ ਨੇ ਇਹ ਸਾਰੀਆਂ ਉੱਪਰ ਲੱਗਣ ਵਾਲੀਆਂ ਨੇ, ਸਾਰੀਆਂ ਮਾਤਰਾ ਹੀ ਉੱਪਰ ਲੱਗਣ ਵਾਲੀਆਂ ਨੇ, ਕੋਈ ਮਾਤਰਾ ਥੱਲੇ ਲੱਗਣ ਵਾਲੀ ਨਹੀਂ ਹੈਗੀ। ਤੁਹਾਡੀ ਗੱਲ ਬਿਲਕੁਲ ਠੀਕ ਹੈ, ਜਿਹੜੀ ਇਕੱਲੀ ਜੇਰ ਹੈ ਇਹ ਥੱਲੇ ਲੱਗਦੀ ਹੈ, ਬਾਕੀ ਸਾਰੀਆਂ ਮਾਤਰਾ ਉੱਪਰ ਲੱਗਦੀਆਂ ਨੇ। ਮਾਤਰਾ ਦਾ ਗਿਆਨ ਹੋਣਾ, ਮਾਤਰਾ ਦੀ ਜਾਣਕਾਰੀ ਹੋਣਾ ਇਹ ਬਹੁਤ ਇੰਪੋਰਟੈਂਟ ਹੈ ਉਰਦੂ ਸਿੱਖਣ ਦੇ ਲਈ। ਅੱਜ ਦਾ ਲੈਕਚਰ ਅਸੀਂ ਇੱਥੇ ਖਤਮ ਕਰਨ ਤੋਂ ਪਹਿਲਾਂ ਜੇ ਕਿਸੇ ਦਾ ਕੋਈ ਕੁਐਸਚਨ ਹੈ ਜੀ ਦੱਸ ਸਕਦਾ ਹੈ, ਪੁੱਛ ਸਕਦਾ ਹੈ। ਹੈਲੋ ਹਾਂਜੀ ਸਰ ਵਰਣਮਾਲਾ ਦੇ ਵਿੱਚ ਇਹ ਦੋ ਵਾਰ ਆਉਂਦਾ ਜੀ। ਕਿਹੜਾ ਅਕਸ਼ਰ? ਇਹ ਸਰ ਇਹ ਕਿਹੜਾ ਵਰਣਮਾਲਾ ਵਿੱਚ? ਹਾਂਜੀ, ਇਹ ਦੋ ਵਾਰ ਆਉਂਦਾ। ਅਲਫ, ਅਲਫ ਦੀ ਗੱਲ ਕਰਦੇ ਆਪਾਂ। ਨਹੀਂ ਸਰ, ਇਹ ਕਹਿ ਰਹੇ ਵੀ ਇਹ ਵਰਣਮਾਲਾ ਜੀ ਦੋ ਵਾਰ ਆਉਂਦਾ। ਮੈਨੂੰ ਲੱਗਦਾ ਏ ਦਾ ਤਾਂ ਇਹਨਾਂ ਨੂੰ ਛੋਟੀ ਏ ਦਾ ਭੁਲੇਖਾ ਲੱਗਦਾ। ਛੋਟੀ ਏ ਤੇ ਵੱਡੀ ਏ ਆਦਰ ਇੱਕ ਮਿੰਟ ਦੇਖਿਓ, ਸਕਰੀਨ ਤੇ ਦੇਖਿਓ ਜੀ। ਜੀ। ਇੱਕ ਇਹ ਹੈ ਇਹ ਆ ਜਿਹੜਾ ਦੋ ਬੰਕ ਪੈਂਦਾ ਆਪਣੇ ਬਿਰਤੀ ਦੇ, ਤੇ ਇੱਕ ਇਹ ਹੈ ਜੀ ਆ ਨੌਵਾਂ ਅੱਖਰ ਹੈ ਜਿਹੜਾ, ਇਹਦੇ ਫਰਕ ਕੀ ਹੈ ਜੀ? ਕਿਹੜਾ? ਸਰ ਨੌਵਾਂ ਅੱਖਰ ਦੇਖੋ, ਨੌਵਾਂ ਅੱਖਰ ਹੈ ਨਾ ਜਿਹੜਾ ਵਰਣਮਾਲਾ ਦਾ, ਉਹ ਵੀ ਇਹ ਹੈ। ਇਹ ਕਹਿ ਰਿਹਾ ਸਰ ਜੀਮ ਚੇ ਏ ਖੇ ਜਿਹੜਾ ਆਉਂਦਾ, ਜੀਮ ਚੇ ਏ ਇੱਕ ਆਉਂਦਾ ਲਾਮ ਮੀਮ ਨੂਨ ਵਾਓ ਏ। ਇਹਦਾ ਥੋੜਾ ਜਿਹਾ ਕਹਿੰਦੇ ਉਹ ਕਲੀਅਰ ਕਰ ਦਿਓ ਵੀ ਇਹ ਏ ਕਿਹੜੀ ਹੈ, ਉਹ ਏ ਕਿਹੜੀ ਹੈ। ਜੀਮ ਹੈ, ਦੇਖੋ ਜੀਮ ਜੱਜੇ ਦੀ ਆਵਾਜ਼ ਕਰਦੀ ਹੈ, ਚੇ ਚੱਚੇ ਦੀ ਆਵਾਜ਼ ਹੋਗੀ, ਹੇ ਹਾਹੇ ਦੀ ਆਵਾਜ਼ ਹੋਗੀ, ਖੇ ਖੱਕੇ ਦੀ ਆਵਾਜ਼ ਹੋਗੀ। ਅੱਗੇ ਦਾਲ ਹੈ ਦੱਦੇ ਦੀ, ਡਾਲ ਹੈ ਡੱਡੇ ਦੀ, ਜਾਲ ਹੈ ਜੱਜੇ ਦੀ, ਜੱਜੇ ਦੀ ਹੈ ਜੀ। ਮੈਂ ਤੁਹਾਡਾ ਸਮਝ ਨਹੀਂ ਆ ਰਿਹਾ ਕਿਹੜਾ ਕੁਐਸਚਨ ਦੀ ਗੱਲ ਕਰਦੇ ਹੋ। ਛੋਟੀ ਜੇ ਵੱਡੀ ਜੇ ਦੀ ਗੱਲ ਤਾਂ ਨਹੀਂ ਕਰ ਰਹੇ? ਸਰ ਨੂਨ ਵਾਓ ਏ ਫੇਰ ਆਉਂਦਾ ਦੁਬਾਰਾ। ਨੂਨ ਵਾਓ ਹੇ, ਹਾਂ ਨੂਨ ਤਾਂ ਹੈਗਾ ਦੇਖੋ ਨੰਨੇ ਦੀ ਆਵਾਜ਼ ਕਰਦਾ ਹੈ। ਵਾਓ ਤਾਂ ਵਾਓ ਠੀਕ ਹੈ, ਵਾਓ ਤਾਂ ਆਮ ਤੌਰ ਤੇ ਯੂਜ਼ ਹੁੰਦਾ ਹੈ। ਜਿਹੜਾ ਸਮਝਿਆ ਤੋਂ ਪਹਿਲਾਂ ਆਉਂਦਾ ਉਹਨਾਂ ਦੀ ਗੱਲ ਕਰ ਰਹੇ ਹਾਂ। ਹੇ, ਇਹ ਹੇ ਹੈ, ਹੇ ਇਹ ਨਹੀਂ ਹੈ, ਹੇ ਹੈ। ਪਤਾ ਕੀ ਹੈ, ਇਹ ਜਿਹੜਾ ਹੇ ਹੈਗਾ ਇਹ ਜਦੋਂ ਹਾਹੇ ਦੀ ਆਵਾਜ਼ ਬਹੁਤ ਘੱਟ ਆਉਂਦੀ ਹੈ ਉਦੋਂ ਯੂਜ਼ ਹੁੰਦਾ ਹੈ, ਬਹੁਤ ਘੱਟ ਯੂਜ਼ ਹੁੰਦਾ ਇਹ, ਵਰਤੋਂ ਚ ਕਦੇ ਦੇਖਿਆ ਨਹੀਂ ਹੋਇਆ। ਹਾਂ ਜਿਵੇਂ ਆਵਾਜ਼ਾਂ ਦਾ ਫਰਕ ਹੈ, ਕਿਤੇ ਮੋਟੀ ਆਵਾਜ਼ ਸੱਸੇ ਦੀ ਆਵਾਜ਼, ਛੱਛੇ ਦੀ ਆਵਾਜ਼, ਸੀਨ ਹੈ ਸ਼ੀਨ ਹੈ, ਠੀਕ ਹੈ। ਇਹ ਹੇ ਦੀ ਗੱਲ ਸਹੀ ਹੈ ਇਹਨਾਂ ਦੀ, ਜੋ ਕਹਿ ਰਹੇ ਨੇ ਇਹ ਜੀਮ ਦੇ ਨਾਲ ਜੀਮ ਚੇ ਤੇ ਬਾਅਦ ਹੇ ਆ ਗਿਆ, ਉਹ ਹੇ ਪਾਰਟੀਕਲ ਪੂਰਾ ਹੇ ਹੈ, ਹਾਹੇ ਦੀ ਆਵਾਜ਼ ਐਨ। ਇੱਥੇ ਜਿਹੜਾ ਹੇ ਵਰਤਿਆ ਗਿਆ ਇਹ ਬਹੁਤ ਘੱਟ ਆਵਾਜ਼ ਹੁੰਦੀ ਹੈ, ਜਦੋਂ ਹੇ ਦੀ ਕਿਤੇ ਯੂਜ਼ ਕਰਨਾ ਪੈਂਦਾ ਉਦੋਂ ਇਹ ਵਾਲਾ ਜਿਹੜਾ ਹੇ ਹੈ ਇਹ ਵਰਤੋਂ 'ਚ ਵੀ ਬਹੁਤ ਘੱਟ ਆ ਜਾਂਦਾ ਹੈਗਾ, ਪਰ ਜਦੋਂ ਬਹੁਤ ਮੱਧਮ ਆਵਾਜ਼ ਹੁੰਦੀ ਹੈ ਹੇ ਦੀ ਉੱਥੇ ਯੂਜ਼ ਕੀਤਾ ਜਾਂਦਾ ਹੈ। ਇੱਕ ਸਰ ਤੁਸੀਂ ਇਹਨਾਂ ਆਪਣੇ ਜਿਹੜੇ ਉਰਦੂ ਦੇ ਅੱਜ ਪੜ੍ਹਾਏ ਹੈ ਇਹਨਾਂ ਨੂੰ ਪਾ ਦਿਓ ਵਿੱਚ। ਹਾਂ ਇਹ ਪਾ ਦੇਣਾ ਜੀ, ਪਾ ਦੇਣਾ। ਠੀਕ ਹੈ ਜੀ, ਅੱਜ ਤਾਂ ਜੀ ਕਲਾਸ ਓਵਰ ਜੀ। ਤੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਸੀ, ਮੈਂ ਨਾ 23 ਤੇ 24 ਤਰੀਕ ਨੂੰ ਆਊਟ ਆਫ ਸਟੇਸ਼ਨ ਸਾਡੀ ਫੈਮਿਲੀ 'ਚ ਮੈਰਿਜ ਹੈਗੀ ਹੈ। 30 ਤੇ 24 ਦੀ ਕਲਾਸ ਆਪਣੀ ਨਹੀਂ ਲੱਗੇਗੀ, ਮੈਰਿਜ ਤਾਂ ਸਾਡੀ, ਮੈਂ ਜਾਣਾ ਤਾਂ ਮੈਂ 22 ਨੂੰ ਹੈ ਬਾਹਰ, ਪਰ ਮੈਂ 22 ਦੀ ਕਲਾਸ ਅਟੈਂਡ ਕਰਕੇ ਫਿਰ ਜਾਵਾਂਗਾ। ਠੀਕ ਹੈ ਜੀ, 23 ਤੇ 24 ਨੂੰ ਮੈਂ ਆਊਟ ਆਫ ਸਟੇਸ਼ਨ ਆ, ਤੇ 30 ਤੇ 24 ਦੀ ਤੁਸੀਂ ਆਪਣੀ ਪਲਾਨ ਤੁਸੀਂ ਕੋਈ ਕੰਮ ਕਾਰ ਕਰਨਾ ਆਪਣਾ, ਉਹਦੇ ਹਿਸਾਬ ਨਾਲ ਤੁਸੀਂ ਪਲਾਨ ਕਰ ਸਕਦੇ ਹੋ। ਠੀਕ ਹੈ ਜੀ, 23 ਤੇ 24 ਨੂੰ ਜਿਹੜੀ ਆਪਣੀ ਕਲਾਸ ਹੈ ਨਹੀਂ ਲੱਗੇਗੀ। ਠੀਕ ਹੈ ਜੀ, ਹਾਂ ਥੈਂਕ ਯੂ ਵੈਰੀ ਮਚ।